Good morning. हेलो। हाँ जी, कोई नहीं, मैं इधर आवाज ऑन कर दिया ओके। ठीक है, थैंक यू। इधर होल्ड ही रखा करो, ਤੁਸੀਂ नेट ਕੱਟੇ ओके। थैंक यू। ਕੈਪਸੂਲ ਟੀਕੇ ਗੋਲੀਆਂ ਨਾਲ ਇਲਾਜ ਨਹੀਂ ਜੇ ਹੋਣਾ, ਇਹਨੂੰ ਕਹਿੰਦੇ ਇਲਾਜ ਸ਼ਰੇਆਮ ਨਹੀਂ ਹੋਣਾ। ਮੇਰੀ ਮਾਂ ਦੀ ਸੀ ਮੱਤ ਪੁੱਤ ਸੋਚ ਉੱਚੀ ਰੱਖ, ਚੱਲ ਉੱਠ ਛੇਤੀ ਚੱਲ, ਸੁਖਮਣੀ ਹੋਮੋਪੈਥੀ ਚੱਲ। ਟਰਸਟਡ ਨੇਮ ਇਨ ਹੋਮੋਪੈਥੀ, sukhmaniClinic.com 416 522 7077 यानी 416-522-7777। कोई निक्की मिट्टी डब्बी च गड़ोई पई है, कोई निक्की मिट्टी डब्बी च गड़ोई पई है। सुखमनी होमोपैथी होमोपैथी होई पई, सच्ची होमोपैथी होमोपैथी होई पई है। ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ ਚ ਸਾਡੀ ਤੁਹਾਡੀ ਗੱਲਬਾਤ ਚੱਲਦੀ ਰਹੇਗੀ ਇਸ ਤਰੀਕੇ ਦੇ ਨਾਲ। ਇਸ ਵੇਲੇ ਸਾਡੇ ਨਾਲ ਰੂਬਲ ਸਾਹਿਬ ਜੀ ਨੇ ਦੇਸੀ ਖਾਓ ਰੂਪ ਭਜਾਓ ਤੇ ਤੰਦਰੁਸਤੀ ਪਾਓ, ਤੰਦਰੁਸਤੀ ਰਾਜ ਜੀ ਨੇ ਜੜੀ ਬੂਟੀਆਂ ਵਿੱਚ ਛੁਪਿਆ ਪਿਆ ਹੈ। ਸਾਡੀ ਤੁਹਾਡੀ ਸੇਵਾ ਲਈ ਹਾਜ਼ਰ ਨੇ ਰੂਬਲ ਸਾਹਿਬ ਜੀ। ਜੜੀ ਬੂਟੀਆਂ ਦੇ ਨਾਲ ਟ੍ਰੀਟਮੈਂਟ ਕਰਦੇ ਨੇ ਤੇ ਜੜੀ ਬੂਟੀਆਂ ਸਾਡੀ ਬਿਮਾਰੀ ਨੂੰ ਜਾਂ ਸਾਡੇ ਨੂੰ ਜੋ ਬਿਮਾਰੀਆਂ ਲੱਗੀਆਂ ਨੇ ਉਹਨਾਂ ਨੂੰ ਜੜ੍ਹਾਂ ਤੋਂ ਬਾਹਰ ਕੱਢਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਨੇ। ਪਿਛਲੇ ਹਫ਼ਤੇ ਅਸੀਂ ਕੈਂਸਰ ਦੀ ਗੱਲਬਾਤ ਕਰਦੇ ਸੀ। ਕਈ ਵਾਰੀ ਬਹੁਤੀਆਂ ਚੀਜ਼ਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਜਾਂ ਫਿਰ ਕਈ ਚੀਜ਼ਾਂ ਦਾ ਪਤਾ ਲੱਗਣ ਜਦੋਂ ਲੱਗਦਾ ਤਾਂ ਉਸ ਵੇਲੇ ਸਾਡੀ ਆਖਰੀ ਮੂਵਮੈਂਟ ਤੇ ਹੁੰਦੀ ਹੈ। ਰੂਬਲ ਸਾਹਿਬ ਆਪਾਂ ਗੱਲਬਾਤ ਉੱਥੋਂ ਵੀ ਕੰਟੀਨਿਊ ਕਰਾਂਗੇ, ਲੇਕਿਨ ਅੱਜ ਕੱਲ੍ਹ ਜਿਹੜੀ ਤਕਰੀਬਨ ਮੈਂ 2-4 ਦਿਨਾਂ ਤੋਂ ਸੁਣਿਆ ਵੀ 15 ਸਾਲ ਦੀ ਏਜ ਤੋਂ ਘੱਟ ਵਾਲੇ ਬੱਚੇ ਅੱਜ ਕੱਲ੍ਹ ਉਹਨਾਂ ਦੀਆਂ ਕਾਫੀ ਮੌਤਾਂ ਹੋ ਰਹੀਆਂ। ਕੋਈ ਭਿਆਨਕ ਨਵੇਂ ਤਰੀਕੇ ਦੀ ਬਿਮਾਰੀ ਕੋਈ ਚੱਲ ਰਹੀ ਹੈ ਜਾਂ ਕਈ ਵਾਰੀ ਬਿਮਾਰੀਆਂ ਦਾ ਪਤਾ ਹੀ ਨਹੀਂ ਲੱਗਦਾ ਪਿਆ ਇਹ ਕੀ ਚੀਜ਼ ਹੈ, ਵਾਇਰਸ ਦੇ ਕਰਕੇ ਜਾਂ ਫਿਰ ਹੈ ਕੋਈ ਏਦਾਂ ਦੀ ਬਿਮਾਰੀ ਵੀ, ਉਹਦੇ ਵੀ ਦੱਸੋ। ਤੇ ਨਾਲ ਸਭ ਤੋਂ ਪਹਿਲਾਂ ਆਪਣਾ ਫੋਨ ਨੰਬਰ ਟਾਈਮਿੰਗ ਆਵਰ ਦੱਸਣ ਤੋਂ ਬਾਅਦ ਗੱਲਬਾਤ ਸ਼ੁਰੂ ਕਰ ਸਕਦੇ ਹੋ ਜੀ। जी गुरपाल जी, बहुत बहुत शुक्रिया। गुड मॉर्निंग। और रेडियो दिल अपना पंजाबी सुन रहे ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ। ਐਂਡ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਕਈ ਤਰ੍ਹਾਂ ਦੇ ਵੇਰੀਐਂਟਸ ਜਿਹੜੇ ਆ ਉਹ ਚੱਲ ਰਹੇ ਸੀਗੇ ਤੇ ਹੁਣੇ ਇਸੇ ਤਰੀਕੇ ਦੇ ਨਾਲ ਹੀ ਹੁਣ ਜਿਹੜਾ ਥਰਡ ਵੇਰੀਐਂਟ ਹੈ ਜਿਹੜਾ ਕਿ ਪਹਿਲਾਂ ਹੀ ਪ੍ਰੈਡਿਕਟ ਕੀਤਾ ਗਿਆ ਸੀਗਾ ਕਿ ਛੋਟੇ ਬੱਚਿਆਂ ਦੇ ਵਿੱਚ ਜਿਹੜਾ ਆ ਇਹ ਖਰਾਬੀ ਜਿਹੜੀ ਉਹ ਕਰੇਗਾ। ਸੋ ਉਸੇ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਹੋ ਰਹੀ ਆ। ਸੋ ਦੇਖੋ ਇਹ ਸਾਰੀ ਸਿਚੁਏਸ਼ਨਸ ਜਿਹੜੀ ਹੈ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਕਰੋਨਾ ਜਿਹੜਾ ਉਹ ਅੱਗੇ ਤੋਂ ਅੱਗੇ ਜਿਹੜਾ ਉਹ ਫੈਲ ਰਿਹਾ।
ਐਂਡ ਉਸ ਤਰੀਕੇ ਦੇ ਨਾਲ ਜਿਹੜਾ ਆ ਇਹ ਹੁਣ ਬੱਚਿਆਂ ਦੇ ਵਿੱਚ ਜਿਹੜਾ ਉਹ ਅਟੈਕ ਕਰ ਰਿਹਾ ਹੈਗਾ ਆ, ਉਹਦੇ ਨਾਲ ਬੱਚਿਆਂ ਨੂੰ ਜਿਹੜਾ ਆ ਬੁਖਾਰ ਚੜ੍ਹਦਾ ਹੈਗਾ, ਉਹਦੇ ਨਾਲ ਫਿਰ ਛਾਤੀ ਦੇ ਵਿੱਚ ਜਿਹੜੀ ਆ ਉਹ ਖੰਘ ਜਿਹੜੀ ਉਹ ਆਉਂਦੀ ਹੈ, ਉਹਦੇ ਨਾਲ ਇਨਫੈਕਸ਼ਨ ਹੋ ਜਾਂਦੀ ਹੈ, ਅਤੇ ਇਨਫੈਕਸ਼ਨ ਦੇ ਨਾਲ ਫਿਰ ਜਦੋਂ ਜ਼ਿਆਦਾ ਇਨਫੈਕਸ਼ਨ ਰਹੇਗੀ ਅਤੇ ਉਹਦੇ ਨਾਲ ਫਿਰ ਉਹ ਨਮੂਨੀਏ ਦੇ ਵਿੱਚ ਬਦਲ ਜਾਂਦੀ ਹੈ, ਅਤੇ ਨਮੂਨੀਆ 'ਚ ਬਦਲਣ ਦੇ ਨਾਲ ਸਾਹ ਲੈਣ ਦੇ ਵਿੱਚ ਤਕਲੀਫ ਜਿਹੜੀ ਉਹ ਹੋ ਸਕਦੀ ਹੈ, ਜਿਹਦੇ ਕਰਕੇ ਬੱਚਿਆਂ ਨੂੰ ਹੋਸਪਿਟਲਾਈਜ਼ ਕਰਨਾ ਪੈ ਸਕਦਾ ਹੈਗਾ। ਸੋ ਦੇਖੋ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਘਰੇਲੂ ਇਲਾਜ ਜੇ ਅਸੀਂ ਇਹ ਦੇਖਦੇ ਹਾਂ ਤਾਂ ਉਹਦੇ ਵਿੱਚ ਇੰਨਾ ਜ਼ਿਆਦਾ ਕੁਛ ਨਹੀਂ ਕੀਤਾ ਜਾ ਸਕਦਾ, ਪਰ ਇਹ ਹੈ ਕਿ ਪ੍ਰੀਵੈਂਸ਼ਨ ਜਿਹੜੀ ਹੈ ਉਹ ਜ਼ਰੂਰ ਕੀਤੀ ਜਾ ਸਕਦੀ ਹੈ। ਪ੍ਰੀਵੈਂਸ਼ਨ ਦੇ ਵਿੱਚ ਇਹ ਹੈ ਕਿ ਅਸੀਂ ਇੱਕ ਤਾਂ ਜੇ ਕੋਈ ਬਿਮਾਰ ਹੈਗਾ ਉਹਦੇ ਨਾਲ ਲਾਗੇ ਨਹੀਂ ਜਾਣਾ, ਉਹਨੂੰ ਆਈਸੋਲੇਟ ਕਰੋ, ਜਿਵੇਂ ਕਿ ਗਵਰਨਮੈਂਟਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਸਿੰਪਟਮਸ ਕੋਈ ਆ ਰਹੇ ਹੈਗੇ ਆ ਅਤੇ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰੋ ਘੱਟ ਤੋਂ ਘੱਟ 2 ਵੀਕ ਦੇ ਵਾਸਤੇ। ਜੇ ਬੱਚਿਆਂ ਦੇ ਕੇਸ ਦੇ ਵਿੱਚ ਵੀ ਜੇ ਤੁਸੀਂ ਘਰ ਦੇ ਵਿੱਚ ਸਫਾਈ ਰੱਖੋ, ਹੈਂਡਲਸ ਡੋਰ ਹੈਂਡਲਸ ਜਿਹੜੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ ਘਰ ਦੇ ਵਿੱਚ, ਸੋ ਦੈਟ ਕਿ ਜੇ ਕਿਸੇ ਤਰ੍ਹਾਂ ਦੀ ਕੋਈ ਬੈਕਟੀਰੀਅਲ ਚੀਜ਼ ਹੈਗੀ ਆ ਉਹ ਸਾਰੀ ਦੀ ਸਾਰੀ ਨਿਕਲਦੀ ਰਹੇ। ਡਿਸਇਨਫੈਕਟੈਂਟ ਜਿਹੜੇ ਆ ਉਹ ਯੂਜ਼ ਕਰੋ, ਜਿਹੜੇ ਰਬਿੰਗ ਐਲਕੋਹਲ ਹੁੰਦੀ ਹੈਗੀ ਆ, ਹੈਂਡ ਸੈਨੀਟਾਈਜ਼ਰਸ ਜਿਹੜੇ ਆ ਉਹ ਬੱਚਿਆਂ ਨੂੰ ਆਦਤ ਪਾਓ ਕਿ ਉਹ ਯੂਜ਼ ਕਰਨ। ਸੋ ਇਹ ਚੀਜ਼ਾਂ ਜਿਹੜੀਆਂ ਕਿ ਪਹਿਲਾਂ ਵੀ ਮਤਲਬ ਚੱਲਦੀਆਂ ਆ ਰਹੀਆਂ ਆ ਅਡਲਟਸ ਦੇ ਵਿੱਚ, ਉਹੀ ਐਗਜ਼ੈਕਟ ਸੇਮ ਪ੍ਰੀਕਾਸ਼ਨਸ ਜਿਹੜੇ ਹੈਗੇ ਆ ਉਹ ਅਸੀਂ ਬੱਚਿਆਂ ਦੇ ਵਿੱਚ ਵੀ ਲੈਣੇ ਆ। ਬਾਕੀ ਅੱਗੇ ਜਾ ਕੇ ਇਹਦਾ ਹੁਣ ਦੇਖੋ ਅੱਗੋਂ ਹੁਣ ਹੋਰ ਕਿਸ ਚੀਜ਼ ਵਿੱਚੋਂ ਨਿਕਲਦੀ ਹੈ। ਮੈਂ ਜਿਵੇਂ ਪਹਿਲਾਂ ਵੀ ਬੜੀ ਵਾਰੀ ਗੱਲ ਕੀਤੀ ਸੀਗੀ ਕਿ ਜਦੋਂ ਵੀ ਕੋਈ ਹਿਸਟਰੀ ਦੇ ਵਿੱਚ ਵਾਇਰਸ ਕੋਈ ਵੀ ਜਦੋਂ ਆਇਆ ਹੈਗਾ ਅਤੇ ਉਹ ਇਸੇ ਤਰੀਕੇ ਦੇ ਨਾਲ ਹੀ ਖ਼ਤਮ ਹੁੰਦਾ ਹੈਗਾ। ਉਹ ਪਹਿਲਾਂ ਫੈਲਦਾ ਹੈਗਾ ਹੈ ਕਿ ਉਹਦੇ ਵਿੱਚ ਉਹ ਜਿਹੜੀ ਹੈ ਉਹ ਇੱਕ ਰੂਪ ਧਾਰਨ ਆਪਣਾ ਕਰਦਾ ਅੱਗੇ ਤੋਂ ਅੱਗੇ, ਅਤੇ ਜਿੱਦਾਂ ਜਿੱਦਾਂ ਉਹ ਰੂਪ ਉਹਦਾ ਬਦਲਦਾ ਰਹਿੰਦਾ ਹੈ ਉਸੇ ਤਰੀਕੇ ਦੇ ਨਾਲ ਜਾਂ ਤਾਂ ਉਹ ਜਿਹੜਾ ਹੈ ਜ਼ਿਆਦਾ ਖਤਰਨਾਕ ਹੋ ਜਾਏਗਾ ਅਤੇ ਜਾਂ ਜਿਹੜਾ ਹੈਗਾ ਆ ਉਹ ਬਿਲਕੁਲ ਹੀ ਖ਼ਤਮ ਹੋ ਜਾਏਗਾ। ਸੋ ਹਿਸਟਰੀ ਦੇ ਵਿੱਚ ਇੱਦਾਂ ਹੀ ਰਿਹਾ ਹੈ ਕਿ ਜੇ ਉਹ ਦੁਬਾਰਾ ਤੋਂ ਉਹ ਮਲਟੀਪਲਾਈ ਕਰਕੇ ਜਦੋਂ ਉਹਦਾ ਦੂਸਰਾ ਰੂਪ ਆਉਂਦਾ ਆ ਅਤੇ ਉਹ ਜਿਹੜਾ ਰੂਪ ਹੈ ਉਹ ਜੇ ਉਹ ਖਤਰਨਾਕ ਹੋਏਗਾ ਵੀ ਅਤੇ ਉਹ ਤੋਂ ਅਗਲਾ ਜਾਂ ਉਹ ਤੋਂ ਅਗਲਾ ਵੇਰੀਐਂਟ ਜਿਹੜਾ ਆ ਉਹ ਇਸੇ ਤਰੀਕੇ ਦੇ ਨਾਲ ਹੀ ਉਹ ਖਰਾਬ ਇੰਨਾ ਕੁ ਹੋ ਜਾਣਾ ਕਿ ਜਿਹੜਾ ਉਹ ਆਪਣੇ ਆਪ ਹੀ ਖ਼ਤਮ ਹੋ ਜਾਣਾ। ਸੋ ਭਾਵੇਂ ਕਿ ਗਵਰਨਮੈਂਟਸ ਜਿਹੜੀਆਂ ਉਹ ਸਾਰੀਆਂ ਕੋਸ਼ਿਸ਼ ਕਰ ਰਹੀਆਂ ਕਿ ਵੈਕਸੀਨੇਸ਼ਨ ਕੀਤੀਆਂ ਜਾ ਰਹੀਆਂ, ਵੈਕਸੀਨੇਸ਼ਨਸ ਦੀਆਂ ਆਪਣੀਆਂ ਪ੍ਰੋਬਲਮਸ ਆ ਰਹੀਆਂ, ਜਿਵੇਂ ਸਾਰਿਆਂ ਨੂੰ ਪਤਾ ਕਿ ਕਈ ਤਰੀਕੇ ਦੇ ਸਾਈਡ ਇਫੈਕਟਸ ਜਿਹੜੇ ਹੈਗੇ ਆ ਸੈਕਿੰਡ ਡੋਜ਼ ਦੇ ਨਾਲ ਸਪੈਸ਼ਲੀ ਲੋਕਾਂ ਨੂੰ ਜਿਹੜੇ ਉਹ ਹੋ ਰਹੇ ਆ। ਹੁਣ ਜਿਵੇਂ ਪਤਾ ਹੀ ਹੈ ਕਿ ਇੱਥੇ ਕੈਨੇਡਾ ਦੇ ਵਿੱਚ ਜਾਂ ontario ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਹੁਣ ਕਈ ਸਿਟੀ ਦੇ ਵਰਕਰਸ ਨੂੰ ਵੀ ਮੈਂਡੇਟੋਰੀ ਵੈਕਸੀਨੇਸ਼ਨ ਜਿਹੜੀ ਉਹ ਕਰ ਦਿੱਤੀ ਹੈ, ਹੈਲਥ ਕੇਅਰ ਵਰਕਰਸ ਨੂੰ ਜਿਹੜੀ ਉਹ ਮੈਂਡੇਟੋਰੀ ਹੋ ਰਹੀ ਹੈ। ਸੋ ਪੂਰੇ ਸੰਸਾਰ ਦੇ ਵਿੱਚ ਹੀ ਅਸੀਂ ਵੀ ਨਾਲ ਹੀ ਹਾਂ ਸਾਰਿਆਂ ਦੇ। ਸੋ ਦੇਖੋ ਰੱਬ ਅੱਗੇ ਅਰਦਾਸ ਕਰੋ ਕਿ ਇਹ ਜਿਹੜੀ ਚੀਜ਼ ਹੈਗੀ ਹੈ ਜਲਦੀ ਤੋਂ ਜਲਦੀ ਸੰਸਾਰ ਦੇ ਵਿੱਚੋਂ ਖ਼ਤਮ ਹੋਵੇ ਤਾਂ ਕਿ ਸਾਰੇ ਜਾਣੇ ਅਸੀਂ ਜਿਹੜਾ ਸੁੱਖ ਦਾ ਸਾਹ ਜਿਹੜਾ ਉਹ ਲੈ ਸਕੀਏ। ਗੁਰਪਾਲ ਜੀ, ਜਿਵੇਂ ਤੁਸੀਂ ਕੈਂਸਰ ਦੇ ਬਾਰੇ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਸੀਗੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਚਾਹੁੰਦੇ ਨਹੀਂ ਹਾਂ ਕਿ ਸਵੇਰੇ ਸਵੇਰੇ ਜਿਹੜੀਆਂ ਉਹ ਇਸ ਤਰੀਕੇ ਜਿਹੜੀਆਂ ਗੱਲ ਕੀਤੀ ਜਾਵੇ, ਕਿਉਂਕਿ ਇਸ ਟੋਰਾਂਟੋ ਸਮੇਂ ਮੁਤਾਬਕ 5:30 ਦਾ ਸਵੇਰ ਦਾ ਟਾਈਮ ਹੈ, ਸਵੇਰੇ ਸੈਚਰਡੇ ਦਾ। ਰੂਬਲ ਸਾਹਿਬ, ਇਹਦੇ ਵਿੱਚ ਇਹ ਚੀਜ਼ਾਂ ਨਾ ਜਿਹੜੇ ਤਾਂ ਬੰਦੇ ਇਹਨਾਂ ਚੀਜ਼ਾਂ ਤੋਂ ਪੀੜਤ ਨੇ ਜਾਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਜੀ ਇਹਨਾਂ ਦਾ ਪੀੜਤ ਹੈ, ਜਿਹੜੇ ਦੁੱਖ ਸਹਿ ਰਹੇ ਨੇ ਤੇ ਜਾਂ ਫਿਰ ਇਹਨਾਂ ਨੂੰ ਦਿੱਕਤ ਆ ਰਹੀ ਆ, ਉਹ ਬੰਦਿਆਂ ਵਾਸਤੇ ਤਾਂ ਗੱਲਬਾਤ ਸੁਣਨੀ ਤਾਂ ਇਦਾਂ ਦੀ ਹੋਵੇਗੀ ਕਿ ਜਿਸ ਤਰੀਕੇ ਨਾਲ ਹੁੰਦੇ ਨਾ ਜ਼ਖਮ ਦੇ ਉੱਤੇ ਇੱਕ ਕਿਸਮ ਦੀ ਮਲਮ ਲਾ ਦੇਣੀ। ਕਈ ਬੰਦੇ ਮੇਰੇ ਤੇਰੇ ਵਰਗੇ ਜਾਣ ਕੇ ਉਹ ਕਹਿਣਗੇ ਯਾਰ ਸਵੇਰੇ ਸਵੇਰੇ ਕਿੱਦਾਂ ਦੀਆਂ ਗੱਲਾਂ ਚੱਲੀਆਂ, ਕਿ ਬਿਮਾਰੀ ਹੈ, ਬਿਮਾਰੀ ਕਿਸੇ ਨੂੰ ਵੀ ਕਿਸੇ ਰੂਪ ਵਿੱਚ ਵੀ ਕਦੋਂ ਵੀ ਲੱਗ ਸਕਦੀ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਵੇਰ ਦਾ ਹੋਵੇ ਸ਼ਾਮ ਦਾ ਟਾਈਮ ਹੋਵੇ ਡਰਨੇ ਦੀ ਘਬਰਾਉਣ ਦੀ ਲੋੜ ਨਹੀਂ। ਬਾਕੀ ਜ਼ਿੰਦਗੀ ਦੇ ਵਿੱਚ ਜਿੰਨੇ ਸਾਹ ਸਾਡੇ ਹੈਗੇ ਨੇ ਉਹਨੇ ਅਸੀਂ ਲੈਣੇ ਆ। ਉਹੀ ਸੁੱਖੀ ਸਾਂਦੀ ਵਧੀਆ ਤਰੀਕੇ ਦੇ ਸਾਹ ਲੈ ਲਏ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਤੇ ਡੈਫੀਨੇਟਲੀ ਬਿਮਾਰੀ ਕੋਈ ਵੀ ਆ ਉਹਦਾ ਮੁਕਾਬਲਾ ਕਰਨ ਵਾਸਤੇ ਕੋਈ ਨਾ ਕੋਈ ਸਾਡੇ ਕੋਲ ਹੱਲ ਹੋਣਾ ਚਾਹੀਦਾ ਹੈ। ਜੇ ਕਿਤੇ ਉਹ ਸਾਨੂੰ ਕਿਤੇ ਇਧਰੋਂ ਵੀ ਹੱਲ ਮਿਲਦਾ ਹੈ ਤੇ ਡੈਫੀਨੇਟਲੀ ਉਹ ਗੱਲ ਸਾਨੂੰ ਸੁਣ ਲੈਣੀ ਚਾਹੀਦੀ ਹੈ, ਸਮਾਂ ਕੋਈ ਵੀ ਹੋਵੇ। ਅਗੇਨ ਰੂਬਲ ਸਾਹਿਬ ਤੁਸੀਂ ਕੰਟੀਨਿਊ ਕਰ ਸਕਦੇ ਹੋ 905-874-3333 905-874-3333 ਤੇ ਜੜੀ ਬੂਟੀਆਂ ਦੇ ਨਾਲ ਤੁਸੀਂ ਆਪਣਾ ਟ੍ਰੀਟਮੈਂਟ ਪੂਰਾ ਕਰਾਓ, ਤੰਦਰੁਸਤ ਹੋ ਕੇ ਪ੍ਰਭੂ ਦੇ ਗੁਣ ਗਾਓ ਤੇ ਆਸ ਉਮੀਦ ਕਰਦੇ ਕਿ ਇਸੇ ਤਰੀਕੇ ਦੇ ਨਾਲ ਸਾਡੀ ਤੁਹਾਡੀ ਜ਼ਿੰਦਗੀ ਦਾ ਸਫ਼ਰ ਚੱਲਦਾ ਰਹੇਗਾ ਜੀ। ਕੰਟੀਨਿਊ। ਜਿਵੇਂ ਅਸੀਂ ਮੋਟੋ ਹੀ ਜਿਹੜਾ ਉਹ ਇਹ ਹੈ ਕਿ ਦੇਸੀ ਖਾਓ, ਰੋਗ ਭਜਾਓ ਤੇ ਤੰਦਰੁਸਤੀ ਪਾਓ। ਇਹ ਜਿਹੜਾ ਮੈਂ ਅੱਜ
ਬਰਾਬਰ ਨਹੀਂ ਬੋਲਿਆ ਤਾਂ ਤੁਸੀਂ ਬੋਲਦੇ, ਠੀਕ ਹੈ, ਗੁੱਡ। ਜੀ। ਔਰ ਇਹ ਜਿਹੜੀ ਮਤਲਬ ਇਹ ਸਾਡਾ ਮੋਟੋ ਦੇ ਵਿੱਚ ਹੀ ਕਹਿ ਲਓ ਕਿ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਹੱਲ ਛੁਪਿਆ ਬੈਠਾ ਹੈਗਾ ਹੈ ਕਿ ਜੇ ਅਸੀਂ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਨੈਚੁਰਲ ਖਾਂਦੇ ਹੈਗੇ ਆ, ਅਨਨੈਚੁਰਲ ਚੀਜ਼ਾਂ ਤੋਂ ਅਸੀਂ ਪਰਹੇਜ਼ ਕਰਦੇ ਹੈਗੇ ਆ, ਅਤੇ ਉਹਦੇ ਨਾਲ ਕਈ ਚੀਜ਼ਾਂ ਜਿਹੜੀਆਂ ਉਹ ਸਾਡੀ ਬਾਡੀ ਦੇ ਵਿੱਚੋਂ ਹੁੰਦੀਆਂ ਹੀ ਹੈ ਨਹੀਂ ਹੈਗੀਆਂ। ਤੁਸੀਂ ਦੇਖੋ ਕਿ ਸਪੈਸ਼ਲੀ ਜੇ ਅਸੀਂ ਕੈਂਸਰ ਦੀ ਗੱਲ ਕਰਦੇ ਹਾਂ ਕਿ ਇਹ ਵੀ ਇੱਕ ਐਪੀਡੈਮਿਕ ਇੱਕ ਹੈਗਾ ਆ ਕਿ ਹਰ ਇੱਕ ਮੇਰੇ ਖਿਆਲ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਕਿਸੇ ਨੂੰ ਕੋਈ ਜਾਣਦਾ ਹੋਏਗਾ ਕਿ ਜਿਹਨੂੰ ਇਹ ਭਿਆਨਕ ਬਿਮਾਰੀ ਜਿਹੜੀ ਉਹ ਲੱਗੀ ਹੋਈ ਹੈ ਜਾਂ ਉਹ ਜੂਝ ਰਿਹਾ ਹੈਗਾ। ਤੁਸੀਂ ਦੇਖੋ ਕਿ ਇਹੋ ਹੀ ਚੀਜ਼ ਜਿਹੜੀ ਸੀਗੀ ਅੱਜ ਤੋਂ 20 ਸਾਲ ਪਹਿਲਾਂ ਇੰਨੀ ਜ਼ਿਆਦਾ ਪ੍ਰਵਲਿਤ ਹੈ ਨਹੀਂ ਸੀ। ਜਿਵੇਂ ਜਿਵੇਂ ਸਾਡੀ ਖੁਰਾਕ ਜਿਹੜੀ ਆ ਉਹ ਖਰਾਬ ਹੁੰਦੀ ਗਈ, ਜਿੰਨੀ ਸਾਡੀ ਮਾਡਰਨਾਈਜੇਸ਼ਨ ਹੁੰਦੀ ਗਈ, ਉਸੇ ਤਰੀਕੇ ਦੇ ਨਾਲ ਹੀ ਜਿਹੜੀਆਂ ਉਹ ਪ੍ਰੋਬਲਮਸ ਜਿਹੜੀਆਂ ਸਾਡੀਆਂ ਵੱਧਦੀਆਂ ਗਈਆਂ। ਹੁਣ ਤੁਸੀਂ ਦੇਖੋ ਕਿ ਜੇ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਖਾਣੇ ਦੀ, ਹੁਣ ਘਰ ਦੇ ਵਿੱਚ ਵੀ ਜਿਹੜੇ ਅਸੀਂ ਖਾਣੇ ਵੀ ਬਣਾਉਂਦੇ ਹੈਗੇ ਹਾਂ ਕਿਉਂਕਿ ਹੁਣ ਮਾਡਰਨਾਈਜੇਸ਼ਨ ਇੰਨੀ ਹੋ ਗਈ। ਜੇ ਅਸੀਂ 1970ਵਿਆਂ ਤੋਂ ਪਹਿਲਾਂ ਦੀ ਜੇ ਅਸੀਂ ਗੱਲ ਕਰਦੇ ਹਾਂ ਕਿ ਮੋਸਟਲੀ ਲੇਡੀਜ਼ ਜਿਹੜੀਆਂ ਸੀ ਉਹ ਜ਼ਿਆਦਾਤਰ ਘਰੇ ਰਹਿੰਦੀਆਂ ਸੀ ਅਤੇ ਉਹ ਘਰ ਦਾ ਖਾਣਾ ਜਿਹੜਾ ਸੀਗਾ ਉਹ ਸਾਰੇ ਦਾ ਸਾਰਾ ਬਣਾਉਂਦੇ ਸੀਗੇ। ਜਦੋਂ ਦੀ ਇੰਡਸਟਰੀਅਲਾਈਜੇਸ਼ਨ ਜਿਹੜੀ ਉਹ ਸ਼ੁਰੂ ਹੋਈ ਉਹਦੇ ਵਿੱਚ ਸਾਰਿਆਂ ਨੂੰ ਇਹ ਇੱਕ ਗੱਲ ਹੋਈ ਕਿ ਉਹਦੇ ਵਿੱਚ ਲੇਡੀਜ਼ ਨੂੰ ਕਿਹਾ ਗਿਆ ਕਿ ਜੀ ਤੁਸੀਂ ਵੀ ਬਾਹਰ ਨਿਕਲ ਕੇ ਕੰਮ ਕਰੋ, ਜਿਹੜਾ ਕਿ ਕੋਈ ਮਾੜੀ ਗੱਲ ਨਹੀਂ, ਅਸੀਂ ਕੋਸ ਨਹੀਂ ਰਹੇ ਕਿਸੇ ਨੂੰ ਜਾਂ ਕੁਛ ਇੱਦਾਂ ਦੀ, ਸਿਰਫ ਇੱਕ ਪੁਆਇੰਟ ਆਫ ਵਿਊ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੱਥੋਂ ਜਿਹੜੀਆਂ ਇਹ ਚੀਜ਼ਾਂ ਸ਼ੁਰੂ ਹੋ ਰਹੀਆਂ। ਸੋ ਉਸ ਕੇਸ ਦੇ ਵਿੱਚ ਬਹੁਤ ਤਰ੍ਹਾਂ ਦੇ ਕਨਵੀਨੀਅੰਟ ਫੂਡ ਜਿਹੜੇ ਸੀਗੇ ਉਹ ਸਾਡੀ ਡਾਇਟ ਦੇ ਵਿੱਚ ਇੰਟਰੋਡਿਊਸ ਕੀਤੇ ਗਏ। ਸਪੈਸ਼ਲੀ ਲੇਡੀਜ਼ ਨੂੰ ਟਾਰਗੇਟ ਕੀਤਾ ਗਿਆ ਕਿ ਦੇਖੋ ਜੀ ਕੋਈ ਗੱਲ ਨਹੀਂ, ਜੇ ਤੁਸੀਂ ਬਾਹਰ ਵੀ ਕੰਮ ਕਰਦੀਆਂ ਹੈਗੇ ਹੋ ਤਾਂ ਤੁਹਾਨੂੰ ਘਰੇ ਆਣ ਕੇ ਵੀ ਡਬਲ ਸ਼ਿਫਟ ਕਰਨ ਦੀ ਜ਼ਰੂਰਤ ਨਹੀਂ ਹੈ। ਆਹ ਚੱਕੋ ਡੱਬਾ ਬੰਦ ਫੂਡ, ਇਹਨਾਂ ਨੂੰ ਗਰਮ ਕਰੋ ਮਾਈਕ੍ਰੋਵੇਵ ਦੇ ਵਿੱਚ ਅਤੇ ਖਵਾ ਦਿਓ। ਅਤੇ ਉਹ ਇੱਕ ਕਨਵੀਨੀਅੰਟ ਜਿਹੜਾ ਫੂਡ ਹੈ ਉਹਦੇ ਤੋਂ ਸ਼ੁਰੂਆਤ ਹੋਈ ਸਾਡੀ ਡਾਇਟ ਨੂੰ ਖਰਾਬ ਕਰਨ ਦੇ ਵਿੱਚ। ਸੇਮ ਟਾਈਮ ਦੇ ਉੱਤੇ ਉਦੋਂ ਉਸ ਟਾਈਮ ਦੇ ਵਿੱਚ ਹੀ ਇੰਡਸਟਰੀਅਲਾਈਜ਼ ਰੈਵੋਲੂਸ਼ਨਸ ਜਿਹੜੇ ਉਹ ਆਏ, ਜਿਹਦੇ ਵਿੱਚ ਅਸੀਂ ਪੰਜਾਬ ਦੀ ਜੇ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਗ੍ਰੀਨ ਰੈਵੋਲੂਸ਼ਨ ਜਿਹੜਾ ਉਹ ਆਇਆ, ਜਿਹਦੇ ਵਿੱਚ ਕਿ ਤੁਸੀਂ ਦੇਖੋ ਕਿ ਭਾਵਾਂ ਕਿ ਖੇਤੀ ਜਿਹੜੀ ਸੀਗੀ ਪਹਿਲਾਂ ਕਿ ਟਰਡੀਸ਼ਨਲ ਮੈਥਡਸ ਦੇ ਨਾਲ ਕੀਤੀ ਜਾਂਦੀ ਸੀਗੀ, ਇੰਡਸਟਰੀਅਲ ਰੈਵੋਲੂਸ਼ਨ ਗ੍ਰੀਨ ਰੈਵੋਲੂਸ਼ਨਸ ਦੇ ਵਿੱਚ ਜਿਹੜੀ ਹੈ ਉਹਦੇ 'ਚ ਉਹਨੂੰ ਅਸੀਂ ਵੱਡੇ ਟਰੈਕਟਰਸ ਦੇ ਨਾਲ ਜਾਂ ਮਸ਼ੀਨਾਂ ਦੇ ਨਾਲ ਜਿਹੜਾ ਉਹਨਾਂ ਦੀ ਖੇਤੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਅਤੇ ਉਹਦੇ ਨਾਲ ਭਾਵਾਂ ਕਿ ਸਾਨੂੰ ਜਿਹੜਾ ਝਾੜ ਸੀ ਉਹ ਤਾਂ ਵੱਧ ਮਿਲਣਾ ਸ਼ੁਰੂ ਹੋ ਗਿਆ, ਪਰ ਉਹਦੇ ਨਾਲ ਉਹਦੀ ਜਿਹੜੀ ਫੂਡ ਦੀ ਡੈਗਰੇਗੇਸ਼ਨ ਹੈਗੀ ਆ ਉਹਦੇ ਵਿੱਚ ਨਿਘਾਰ ਆਉਂਦਾ ਗਿਆ। ਅਤੇ ਉਹਦੇ ਹੁਣ ਗੱਲ ਇੱਥੇ ਆ ਗਈ ਕਿ ਉਹ ਹੁਣ ਇੱਕ ਫੂਡ ਜਿਹੜਾ ਸਾਡਾ ਹੈਗਾ ਆ ਉਹ ਵੀ ਇੱਕ ਤਾਂ ਜੈਨੇਟਿਕਲੀ ਮੋਡੀਫਾਈਡ ਹੈ, ਔਰ ਦੂਸਰਾ ਜਿਹੜੀ ਰੋਟੀ ਪਾਣੀ ਹੈ ਉਹ ਅਸੀਂ ਬਣਾ ਹੀ ਨਹੀਂ ਰਹੇ ਔਰਗੈਨਿਕ ਤਰੀਕੇ ਦੇ ਨਾਲ। ਸਪੈਸ਼ਲੀ ਜੇ ਅਸੀਂ ਵੈਸਟਰਨ ਕੰਟਰੀਜ਼ ਦੀ ਅਸੀਂ ਗੱਲ ਕਰਦੇ ਹੈਗੇ ਹਾਂ, ਕੈਂਸਰ ਦੀ ਗੱਲ ਕਰਦੇ ਹੈਗੇ ਆ, ਸਭ ਤੋਂ ਜ਼ਿਆਦਾ ਮੈਟਰ ਆਫ ਫੈਕਟ ਜਿਹੜਾ ਕੈਂਸਰ ਕਹਿੰਦੇ ਕਿ ਜਿਹੜਾ ਅਮੈਰੀਕਨ ਟਰਡੀਸ਼ਨਲ ਅਮੈਰੀਕਨ ਡਾਇਟ ਜਿਹੜੀ ਹੈ ਉਹਦੇ ਤੋਂ ਲੋਕਾਂ ਨੂੰ ਜਿਹੜਾ ਉਹ ਆ ਰਿਹਾ ਹੈਗਾ। ਭਾਵੇਂ ਕਿ ਅਸੀਂ ਪੰਜਾਬੀ ਉਸ ਚੀਜ਼ ਦੇ ਵਿੱਚ ਅਜੇ ਤੱਕ ਨਹੀਂ ਫੁੱਲੀ ਇਮਰਜ ਹੋਏ ਕਿਉਂਕਿ ਸਾਡੇ ਅਜੇ ਵੀ ਅਸੀਂ ਉਸ ਲੈਵਲ ਦੇ ਉੱਤੇ ਸਵੇਰੇ ਦੁਪਹਿਰੇ ਸ਼ਾਮ ਬਾਹਰੋਂ ਫੂਡ ਨਹੀਂ ਖਾਂਦੇ। ਤੁਸੀਂ ਦੇਖੋ ਕਿ ਆਮ ਤੁਸੀਂ ਦੇਖੋ ਕਿ ਗੋਰੇ ਸਵੇਰੇ ਉੱਠਦੇ ਆ ਸਾਰੀ ਜਿਹੜਾ ਆ ਉਹਨਾਂ ਨੇ ਘਰੇ ਵੀ ਕੁਛ ਨਹੀਂ ਬਣਾਉਣਾ ਅਤੇ ਚਾਹ ਕੌਫੀ ਦਾ ਕੱਪ ਜਿਹੜਾ ਆ ਅਤੇ ਨਾਲ ਬੇਗਲ ਆਮ ਟਿਮ ਹੋਟਲਸ ਦੇ ਉੱਤੇ ਜਿਹੜੇ ਉਹ ਖੜ੍ਹੇ ਹੁੰਦੇ ਆ, ਦੁਪਹਿਰ ਨੂੰ ਵੀ ਬਾਹਰ ਦਾ ਹੀ ਮੈਕਡੋਨਲਡ ਖਾਣਾ ਅਤੇ ਰਾਤ ਨੂੰ KFC। ਸੋ ਇਹ ਮਤਲਬ ਜਿਹੜੀ ਇਹ ਇੱਕ ਇੰਡਸਟਰੀਅਲਾਈਜੇਸ਼ਨ ਜਿਹੜੀ ਹੋਈ ਆ ਉਹਦੇ ਨਾਲ ਕਮਰਸ਼ੀਅਲ ਚੀਜ਼ਾਂ ਜਿਹੜੀਆਂ ਉਹ ਹੋ ਗਈਆਂ, ਕਨਵੀਨੀਅੰਸ ਜਿਹੜਾ ਆ ਉਹ ਸਾਡੇ ਮਨਾਂ ਦੇ ਵਿੱਚ ਜਿਹੜੀ ਚੀਜ਼ ਪਾ ਦਿੱਤੀ ਗਈ ਕਿ ਆਹ ਦੇਖੋ ਜੀ ਰੋਟੀ ਪਾਣੀ ਫੂਡ ਜਿਹੜਾ ਆ ਤੁਹਾਡੇ ਲਈ ਤਿਆਰ ਬਰ ਤਿਆਰ ਹੈ, ਪਰ ਇਹ ਨਾਲੋਂ ਨਾਲ ਮਤਲਬ ਜਿਹੜਾ ਆ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਖਾਣਾ। ਅਤੇ ਉਹ ਸਾਡੀ ਜਿਹੜੀ ਆ ਆਦਤਾਂ ਇਸ ਤਰੀਕੇ ਦੀਆਂ ਬਣੀਆਂ ਇੱਥੇ ਕਿ ਜਿਹਦੇ ਕਰਕੇ ਸਾਡੇ ਜਿਹੜਾ ਫੂਡ ਆ ਉਹਦੇ ਵਿੱਚੋਂ ਨਿਊਟ੍ਰੀਸ਼ਨਲ ਵੈਲਿਊ ਤਾਂ ਸਾਰੀ ਦੀ ਸਾਰੀ ਖਤਮ ਹੋ ਗਈ, ਪਰ ਰਹਿ ਗਿਆ ਸਿਰਫ ਉਹਦੇ ਵਿੱਚ ਸਿੰਪਲ ਸਟਾਰਚ, ਕਾਰਬੋਹਾਈਡਰੇਟਸ, ਇਹੋ ਜਿਹੀਆਂ ਚੀਜ਼ਾਂ ਰਹਿ ਗਈਆਂ ਜਿਨ੍ਹਾਂ ਦੇ ਵਿੱਚ ਕਿ ਐਮਟੀ ਕੈਲੋਰੀਜ਼ ਹੁੰਦੀਆਂ, ਮਤਲਬ ਕਿ ਉਹਦੇ ਵਿੱਚ ਕੋਈ ਆਪਣੀ ਕੋਈ ਵਿਸ਼ੇਸ਼ ਚੀਜ਼ ਨਹੀਂ ਹੈਗੀ। ਉਹਦੇ ਵਿੱਚ ਨਾ ਕੋਈ ਫਾਈਬਰ ਹੁੰਦਾ, ਨਾ ਉਹਨਾਂ ਦੇ ਵਿੱਚ ਕੋਈ ਵਾਈਟਮਿਨਸ ਹੈ, ਨਾ ਕੋਈ ਮਿਨਰਲ ਹੁੰਦਾ। ਅਤੇ ਇਸ ਤਰੀਕੇ ਦੇ ਫੂਡ ਜਦੋਂ ਅਸੀਂ ਖਾਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਉਹਦੇ ਨਾਲ ਫਿਰ ਉਹ ਬਾਡੀ ਦੇ ਅੰਦਰ ਬਾਡੀ ਆਪਣੇ ਆਪ ਨੂੰ ਰਿਪੇਅਰ ਨਹੀਂ ਕਰ ਸਕਦੀ ਹੈਗੀ, ਜਿਹਦੀ ਵਜ੍ਹਾ ਦੇ ਕਰਕੇ ਇਹ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ। ਅਤੇ ਉਹ ਹੁਣ ਇਸ ਲੈਵਲ ਤੱਕ ਵੱਧ ਗਿਆ ਕਿ
ਤੁਸੀਂ ਦੇਖੋ ਕਿ ਕਿਸ ਲੈਵਲ ਦੇ ਉੱਤੇ ਕੈਂਸਰਸ ਜਿਹੜੇ ਹੈਗੇ ਆ ਉਹ ਹੁਣ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਜਿਹੜੇ ਉਹ ਵੱਧ ਰਹੇ ਆ, ਕਿਉਂਕਿ ਜਿੰਨਾ ਜਿੰਨਾ ਅਸੀਂ ਵੈਸਟਰਨ ਫੂਡ ਜਿਹੜਾ ਆ ਉਹ ਅਸੀਂ ਖਾਵਾਂਗੇ, ਓਨੇ ਸਾਡੇ ਚਾਂਸਿਸ ਜਿਹੜੇ ਹੁੰਦੇ ਹੈਗੇ ਆ ਕੋਲਨ ਕੈਂਸਰ ਦੇ, ਚਾਹੇ ਉਹ ਲਿਵਰ ਕੈਂਸਰ ਦੇ ਜਾਂ ਬਲੱਡ ਕੈਂਸਰ ਦੇ ਜਾਂ ਹੋਰ ਬੋਨ ਕੈਂਸਰਸ ਦੇ, ਓਨੇ ਜਿਹੜੇ ਹੈਗੇ ਆ ਉਹ ਸਾਡੇ ਵਧਣੇ ਸ਼ੁਰੂ ਹੋ ਜਾਂਦੇ ਆ। ਪਰ ਗੱਲ ਇਹਦੇ ਵਿੱਚ ਇਹ ਹੈ ਕਿ ਇਕੱਲੀ ਅਸੀਂ ਮਤਲਬ ਡਾਇਟ ਦੇ ਨਾਲ ਨਹੀਂ, ਕਈ ਵਾਰੀ ਸਾਡੀਆਂ ਆਪਣੀਆਂ ਆਦਤਾਂ ਹੀ ਇਸ ਤਰੀਕੇ ਦੀਆਂ ਹੁੰਦੀਆਂ ਜਿਹਦੇ ਵਿੱਚ ਅਸੀਂ ਜ਼ਿਆਦਾ ਕਹਿ ਲਓ ਕਿ ਵੀ ਅਲਕੋਹਲ ਜਿਹੜਾ ਉਹ ਇਸਤੇਮਾਲ ਕਰ ਰਹੇ ਹਾਂ, ਸ਼ਰਾਬ ਪੀ ਰਹੇ ਹਾਂ। ਹੁਣ ਚਾਂਸਿਸ ਆਰ ਜਿਹੜੇ ਬੰਦੇ ਨੇ ਸ਼ਰਾਬ ਪੀਣੀ ਹੈ ਸਮੋਕਿੰਗ ਆ ਜਾਂਦੀ ਬੱਚੇ ਉਹਦੇ ਵਿੱਚ ਸਮੋਕਿੰਗ ਆ ਜਾਂਦੀ ਹੈ, ਜਿਹਦੇ ਕਰਕੇ ਸਮੋਕ ਦੇ ਨਾਲ ਫੇਫੜੇ ਜਿਹੜੇ ਆ, ਲੰਗ ਕੈਂਸਰ ਜਿਹੜਾ ਆ ਉਹ ਹੋ ਜਾਂਦਾ। ਸੋ ਅੱਛਾ, ਸਮੋਕ ਦੇ ਨਾਲ ਮੈਂ ਥੋੜੀ ਗੱਲਬਾਤ ਜੇਕਰ ਕਰੀਏ, ਜਿੱਦਾਂ ਪਹਿਲੇ ਅੱਜ ਕੱਲ੍ਹ ਪਤਾ ਨਹੀਂ ਚੱਲਦੇ ਹੋਣਗੇ ਜਾਂ ਪਿੰਡਾਂ ਦੇ ਵਿੱਚ ਹੁੱਕੇ ਹੁੱਕੀਆਂ ਵਗੈਰਾ ਜਾਂ ਇਦਾਂ ਦੀਆਂ ਚੀਜ਼ਾਂ ਪੀਤੀ ਜਾਂਦੇ ਜਿਹਦੇ ਵਿੱਚ ਪਾਣੀ ਵਿੱਚ ਫਿਲਟਰ ਹੋ ਗਏ, ਕਿ ਉਹ ਚੀਜ਼ਾਂ ਇਫੈਕਟ ਕਰਦੀਆਂ ਸੀ ਜਾਂ ਫਿਰ ਉਹਨਾਂ ਚੀਜ਼ਾਂ ਦਾ ਅਸਰ ਘੱਟ ਹੁੰਦਾ ਸੀ? ਨਹੀਂ, ਦੇਖੋ ਕਰਦੀਆਂ ਉਹ ਵੀ ਆ, ਜਦੋਂ ਕਿ ਜਿਹੜਾ ਤੰਬਾਕੂ ਹੈਗਾ ਆ ਉਹਦੇ ਵਿੱਚ ਇੱਕ ਟਾਰ ਹੈ, ਟਾਰ ਜਿਹੜੀ ਹੈਗੀ ਆ ਉਹ ਰਹਿਣੀ ਰਹਿਣੀ ਆ ਉਹਦੇ ਵਿੱਚ, ਉਹਨੂੰ ਜਿੰਨਾ ਮਰਜ਼ੀ ਫਿਲਟਰ ਕਰ ਲਓ, ਉਹਨੇ ਤੁਹਾਨੂੰ ਫੇਫੜਿਆਂ ਨੂੰ ਜਿਹੜਾ ਖਰਾਬ ਕਰਨਾ ਹੀ ਕਰਨਾ ਹੁੰਦਾ ਹੈਗਾ। ਸੋ ਇਹ ਚੀਜ਼ ਜਿਹੜੀ ਹੈ ਕਹਿਣ ਦੀ ਹੈ। ਬਾਕੀ ਹਾਂ, ਇੰਡਸਟਰੀਅਲਾਈਜੇਸ਼ਨ, ਜੇ ਤੁਹਾਨੂੰ ਯਾਦ ਹੋਏਗਾ ਕਿ ਉਹ ਪਹਿਲਾਂ ਆਮ ਲੋਕ ਜਿਹੜੀਆਂ ਸੀਗੀਆਂ ਸਿਗਰਟ ਘੱਟ ਤੇ ਬੀੜੀਆਂ ਜ਼ਿਆਦੀਆਂ ਪੀਂਦੇ ਸੀ। ਉਹ ਬੀੜੀ ਸੀਗੀ ਉਹ ਇੱਕ ਪੱਤਾ ਹੀ ਹੁੰਦਾ ਸੀਗਾ, ਉਹ ਪੱਤੇ ਦੇ ਵਿੱਚ ਲਪੇਟਿਆ ਹੁੰਦਾ ਸੀਗਾ। ਸੋ ਉਹਦੇ ਨਾਲ ਭਾਵਾਂ ਕਿ ਟਾਰ ਤੇ ਫਿਰ ਵੀ ਜਾਂਦੀ ਸੀਗੀ, ਬਟ ਐਟਲੀਸਟ ਜਿਹੜਾ ਉਹ ਪੇਪਰ ਹੈ ਨਾ, ਉਹ ਜਦੋਂ ਪੇਪਰ ਕਹਿੰਦੇ, ਜਦੋਂ ਉਹ ਤੁਸੀਂ ਉਹਨੂੰ ਅੰਦਰ ਲੈ ਕੇ ਜਾਂਦੇ ਹੋ ਤੇ ਉਹ ਪੇਪਰ ਇਟ ਸੈਲਫ ਜਿਹੜਾ ਆ ਕਾਰਸਿਨੋਜੈਨਿਕ ਹੈ, ਮਤਲਬ ਕਿ ਉਹ ਕੈਂਸਰ ਪੈਦਾ ਕਰ ਸਕਦਾ ਹੈਗਾ, ਕਿਉਂਕਿ ਉਹ ਕਨਵੀਨੀਅੰਟ ਹੈਗਾ ਆ, ਉਹ ਚੀਪ ਹੈ। ਇਸ ਕਰਕੇ ਤੰਬਾਕੂ ਕੰਪਨੀਆਂ ਨੇ ਜਿਹੜਾ ਹੈ ਉਹ ਲੌਬੀਜ਼ ਕਰਕੇ ਉਹ ਉਸ ਚੀਜ਼ ਨੂੰ ਜਿਹੜਾ ਉਹ ਅੱਗੇ ਲੈ ਕੇ ਆਂਦਾ। ਅਤੇ ਉਹ ਹੁਣ ਤੁਸੀਂ ਦੇਖੋ ਹਾਲਾਤ ਇੱਥੇ ਤੱਕ ਹੈ ਕਿ ਸਮੋਕਿੰਗ ਦੇ ਨਾਲ ਜਿਹੜੇ ਆ ਕਿੰਨੇ ਕੈਂਸਰਸ ਹੋ ਰਹੇ ਆ, ਜਦ ਕਿ ਹਰ ਸਿਗਰਟ ਦੀ ਡੱਬੀ ਦੇ ਉੱਤੇ ਜਿਹੜਾ ਆ ਉਹ ਅੱਧਾ ਪਾਰਟ ਜਿਹੜਾ ਉਹ ਇਹੋ ਹੀ ਚੀਜ਼ ਨੂੰ ਦਰਸਾ ਰਿਹਾ ਹੁੰਦਾ ਕਿ ਸਿਗਰਟ ਜਿਹੜੀ ਹੈ ਉਹ ਪੀਣ ਦੇ ਨਾਲ ਤੁਹਾਨੂੰ ਲੰਗ ਕੈਂਸਰ ਹੋ ਸਕਦਾ ਹੈਗਾ। ਉਹਦੇ ਉੱਤੇ ਫੋਟੋਆਂ ਵੀ ਦੱਸੀਆਂ ਜਾਂਦੀਆਂ, ਦਿਖਾਈਆਂ ਜਾਂਦੀਆਂ, ਪਰ ਲੋਕਾਂ ਦੇ ਫੋਟੋ ਤੇ ਉੱਤੇ ਜਿਹੜੇ ਫੇਫੜੇ ਆ ਦਿਖਾਏ ਜਾਂਦੇ ਨੇ, ਦੰਦ ਦਿਖਾਏ ਜਾਂਦੇ ਨੇ, ਸਿਹਤ ਸਾਰੀ ਤੁਹਾਡੀ ਨੁਕਸਾਨਦੇਹ ਦਿਖਾਈ ਜਾਂਦੀ ਹੈ। ਜੇਕਰ ਇਹ ਚੀਜ਼ਾਂ ਦਿਖਾਈਆਂ ਜਾਂਦੀਆਂ ਤੇ ਚੀਜ਼ਾਂ ਆਈ ਡਾਊਨ ਕਿਉਂ ਫਿਰ ਸੈੱਲ ਕੀਤੀਆਂ ਜਾਂਦੀਆਂ ਨੇ? ਦੇਖੋ ਇਹ ਸਾਰੀ ਦੀ ਸਾਰੀ ਜਿਹੜੀ ਆ ਇਹ ਲੌਬਿੰਗ ਹੈ, ਇਸ ਤਰੀਕੇ ਦੇ ਨਾਲ ਲੌਬਿੰਗ ਕੀਤੀ ਜਾਂਦੀ ਹੈ। ਜਿਵੇਂ ਸਾਰਿਆਂ ਨੂੰ ਪਤਾ ਕਿ ਲੀਗਲ ਇੱਕ ਐਕਟੀਵਿਟੀ ਆ ਜਿਹਦੇ ਵਿੱਚ ਕਿ ਵੱਡੀਆਂ ਕੰਪਨੀਜ਼ ਜਿਹੜੀਆਂ ਆ ਉਹ ਕਿਸੇ ਵੀ ਐਮਪੀਜ਼ ਨੂੰ ਜਾਂ ਐਮਪੀਪੀਜ਼ ਨੂੰ ਅਪਰੋਚ ਕਰ ਸਕਦੇ ਹੈਗੇ ਆ ਅਤੇ ਉਹਨਾਂ ਨੂੰ ਜਿਹੜੀ ਉਹ ਆਪਣਾ ਪੱਖ ਰੱਖ ਸਕਦੇ ਆ। ਉਹਦੇ ਵਿੱਚ ਜਿਹੜਾ ਆ ਉਹ ਸਾਰਿਆਂ ਨੂੰ ਪਤਾ ਕਿ ਕਿਸ ਤਰੀਕੇ ਨਾਲ ਲੌਬਿੰਗ, ਜਿਹਨੂੰ ਕਿ ਅਸੀਂ ਜੇ ਜਿਹੜਾ ਸੈਕਿੰਡ ਵਰਡ ਲੀਗਲ ਬਰਾਈਬ ਕਹਿ ਸਕਦੇ ਅਸੀਂ ਉਹਨੂੰ, ਕਿ ਲੀਗਲ ਤਰੀਕੇ ਦੇ ਨਾਲ ਰਿਸ਼ਵਤ ਜਿਹੜੀ ਉਹ ਦਿੱਤੀ ਜਾਂਦੀ ਆ। ਸੋ ਇਹ ਸਾਡਾ ਨਾਰਥ ਅਮਰੀਕਨ ਸਿਸਟਮ ਹੀ ਇਸ ਤਰੀਕੇ ਦਾ ਬਣਿਆ ਹੋਇਆ, ਜਿਹਦੇ ਵਿੱਚ ਲੌਬਿੰਗ ਜਿਹੜੀ ਆ ਉਹ ਉਸ ਨੂੰ ਲੀਗਲਾਈਜ਼ ਕੀਤਾ ਗਿਆ। ਕਈ ਤਰੀਕੇ ਦੇ ਨਾਲ ਉਹਨੂੰ ਚੰਗਾ ਵੀ ਕਿਹਾ ਜਾਂਦਾ ਹੈਗਾ ਹੈ, ਲੌਬਿੰਗ ਦੇ ਵਿੱਚ ਬੜੀਆਂ ਚੰਗੀਆਂ ਚੀਜ਼ਾਂ ਵੀ ਨਿਕਲਦੀਆਂ, ਬਟ ਅਨਫੋਰਚੂਨੇਟਲੀ ਜਿੱਥੇ ਪੈਸਾ ਪਾਵਰ ਆ ਜਾਂਦਾ ਆ ਉੱਥੇ ਫਿਰ ਉਹ ਧਿਆਨ ਜਿਹੜਾ ਆ ਉਹ ਜ਼ਿਆਦਾਤਰ ਪ੍ਰੋਫਿਟ ਦੇ ਵੱਲ ਹੀ ਦਿੱਤਾ ਜਾਂਦਾ ਹੈ, ਨਾ ਕਿ ਕਿਸੇ ਇੰਡੀਵਿਜੂਅਲਸ ਦੇ ਵੱਲ ਜਾਂ ਸੁਸਾਇਟੀ ਦੇ ਵੱਲ। ਕੈਂਸਰ ਦੀ ਜਦੋਂ ਅਸੀਂ ਗੱਲ ਜਿੱਦਾਂ ਤੁਸੀਂ ਪ੍ਰੋਫਿਟ ਦੀ ਗੱਲਬਾਤ ਕੀਤੀ ਹੈ ਜਾਂ ਫਿਰ ਕਹਿ ਲਓ ਕਈ ਚੀਜ਼ਾਂ ਦੇ ਆਪਾਂ ਨੂੰ ਫਾਇਦੇ ਹੁੰਦੇ ਨੇ, ਸੌਰੀ ਮੈਂ ਵਿੱਚੋਂ ਤੁਹਾਡੀ ਗੱਲ ਰੋਕਦਾ। ਜੇ ਅਸੀਂ ਕਹਿੰਦਾ ਭੰਗ ਦੀ ਗੱਲਬਾਤ ਕੀਤੀ ਜਾਵੇ, ਭੰਗ ਦੇ ਸਟੋਰ ਸਾਡੇ ਇੱਥੇ ਬਰੈਂਪਟਨ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਖੋਲ੍ਹ ਦਿੱਤੇ ਗਏ ਨੇ, ਲੇਕਿਨ ਉਸ ਤੋਂ ਬਾਅਦ ਫਿਰ ਜੇ ਲੋਕੀ ਦੂਜਾ ਤਰਕ ਇਹ ਵੀ ਦਿੰਦੇ ਨੇ ਕਿ ਜਦੋਂ ਦੇ ਇਹ ਸਟੋਰ ਖੋਲ੍ਹੇ ਗਏ ਨੇ ਉਸ ਤੋਂ ਬਾਅਦ ਦੀਆਂ ਦੇਖੋ ਤੁਸੀਂ ਗ੍ਰਿਫਤਾਰੀਆਂ ਕਿੰਨੀਆਂ ਹੁੰਦੀਆਂ ਨੇ ਡਰੱਗ ਦੇ ਤੌਰ ਤੇ। ਬੇਸ਼ੱਕ ਸਾਡੇ ਪੰਜਾਬੀ ਆਪਣੀ ਮੂਹਰੇ ਮੂਲ ਰੂਪ ਵਿੱਚ ਆਉਂਦੇ ਨੇ ਤੇ ਜਿਹੜੇ ਫੜੇ ਵੀ ਜਾਂਦੇ ਨੇ, ਸਭ ਕੁਝ ਕਰਦੇ ਨੇ। ਉਹਦੀ ਵਜ੍ਹਾ ਇਹੀ ਹੈ ਕਿ ਸਮਗਲਿੰਗ ਵਗੈਰਾ ਘੱਟ ਹੋਵੇਗੀ, ਲੋਕੀ ਘੱਟ ਜਾਣਗੇ ਇਸ ਦਾ ਇਸਤੇਮਾਲ ਕਰਨਗੇ ਜੇ ਸ਼ਰੇਆਮ ਇੱਦਾਂ ਖੋਲ੍ਹੇ ਗਏ। ਤੇ ਦੂਜੀ ਵਾਰ ਸ਼ਰੇਆਮ ਇਹ ਹੈ ਵੀ ਲੋਕਾਂ ਨੂੰ ਜਿਹੜੀ ਚੀਜ਼ ਨਹੀਂ ਸੀ ਮਿਲਦੀ, ਚੋਰੀ ਛਿਪੇ ਮਿਲਦੀ, ਸ਼ਰੇਆਮ ਮਿਲਣ ਲੱਗ ਪਈ ਤੇ ਲੋਕੀ ਉਹਦਾ ਇਸਤੇਮਾਲ ਵੀ ਜ਼ਿਆਦਾ ਕਰਨਗੇ। ਦੇਖੋ ਜਿਨ੍ਹਾਂ ਨੇ ਨਹੀਂ ਕਰਨਾ ਤੇ ਉਹਨਾਂ ਨੇ ਨਹੀਂ ਕਰਨਾ। ਹੁਣ ਸਾਰੇ ਇੱਥੇ ਸ਼ਰਾਬ ਦੇ ਠੇਕੇ ਵੀ ਖੁੱਲ੍ਹੇ ਆ, ਪਰ ਜਿਨ੍ਹਾਂ ਨੇ ਨਹੀਂ ਪੀਣੀ ਉਹਨਾਂ ਨੇ ਨਹੀਂ ਪੀਣੀ। ਸੋ ਮੇਰੇ ਹਿਸਾਬ ਦੇ ਨਾਲ ਚਲੋ ਖੈਰ ਇਹ ਤਾਂ ਇੱਕ ਪੋਲੀਟੀਕਲ ਵਿਲ ਇਹਦੇ ਵਿੱਚ ਹੈਗੀ ਆ, ਐਂਡ ਮੇਰੇ ਹਿਸਾਬ ਦੇ ਨਾਲ ਜੇ ਉਹ ਲੀਗਲਾਈਜ਼ ਹੋਏ ਆ ਅਤੇ ਉਹ ਚੰਗੇ ਹੋਏ, ਠੀਕ ਹੋਏ ਆ। ਮੈਂ ਸ਼ੁਰੂ ਤੋਂ ਇਸ ਚੀਜ਼ ਨੂੰ ਕਹਿੰਦਾ ਸੀਗਾ ਕਿ ਇਹ ਜਿਹੜੀ ਚੀਜ਼ ਹੈਗੀ ਆ ਇਹ ਠੀਕ ਆ। ਮੈਟਰ ਆਫ ਫੈਕਟ ਨਾਟ ਇਕੱਲਾ ਮੈਰੋਵਾਨਾ ਜਾਂ ਜਿਹੜੇ ਹੋਰ ਵੀ ਜਿਹੜੇ ਐਕਸਟੈਸੀ ਹੈ
ਜਾਂ ਹੋਰ ਕਿਸੇ ਤਰ੍ਹਾਂ ਦੇ ਅਫੀਮ ਹੈ ਜਾਂ ਡੋਡੇ ਹੈ ਜਾਂ ਹੋਰ ਹਰ ਇੱਕ ਚੀਜ਼ ਜਿਹੜੀ ਹੈਗੀ ਹੈ, ਜੇ ਤੁਸੀਂ ਉਹਨੂੰ ਲੀਗਲਾਈਜ਼ ਕਰ ਦਿੰਦੇ ਹੋ, ਉਹਦਾ ਐਕਚੁਅਲੀ ਜਿਹੜਾ ਆ ਉਹਦਾ ਇੱਕ ਕਹਿ ਲਓ ਕਿ ਮੈਨੀਪੂਲੇਸ਼ਨ ਜਿਹੜੀ ਉਹ ਖਤਮ ਹੋ ਜਾਂਦੀ ਹੈ। ਉਹਦੀ ਜਿਹੜੀ ਨਾਲੇ ਅੰਡਰਗਰਾਊਂਡ ਮਾਰਕੀਟ ਹੈ ਉਹ ਵੀ ਖਤਮ ਹੋ ਜਾਏਗੀ, ਸੇਮ ਟਾਈਮ ਦੇ ਉੱਤੇ ਗਵਰਨਮੈਂਟ ਨੂੰ ਜਿਹੜੇ ਆ ਟੈਕਸਿਸ ਜਾਣਗੇ, ਉਹਦੇ ਨਾਲ ਉਹ ਚੀਜ਼ ਜਿਹੜੀ ਆ ਸਾਫ਼ ਜ਼ਿਆਦਾ ਹੋ ਜਾਂਦੀ ਆ। ਉਹਦੇ ਨਾਲ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸਟਰੀਮਲਾਈਨ ਹੋ ਜਾਂਦੀਆਂ। ਹੁਣ ਬਹੁਤ ਲੋਕ ਹੈ ਜਿਨ੍ਹਾਂ ਨੇ ਇਸ ਚੀਜ਼ ਨਾਲ ਐਗਰੀ ਨਹੀਂ ਕਰਨਾ, ਪਰ ਯੂਰਪੀਅਨ ਕੰਟਰੀਆਂ ਅੱਜ ਦੇ ਜ਼ਮਾਨੇ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਇਹ ਚੀਜ਼ਾਂ ਕਰ ਚੁੱਕੀਆਂ ਆ। ਬਹੁਤ ਕੰਟਰੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਹਰ ਕੋਈ ਵੀ ਡਰੱਗ ਜਿਹੜੀ ਹੈਗੀ ਹੈ ਉਹ ਲੀਗਲ ਇਸੇ ਤਰੀਕੇ ਦੇ ਨਾਲ ਹੀ ਚੱਲਦੀ ਹੈ। ਅਤੇ ਤੁਸੀਂ ਦੇਖੋ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਯੂਰਪ ਸਾਡੇ ਤੋਂ, ਨਾਰਥ ਅਮਰੀਕਾ ਤੋਂ 10 ਸਾਲ ਅੱਗੇ ਐਡਵਾਂਸ ਜਿਹੜਾ ਉਹ ਚੱਲ ਰਿਹਾ ਆ। ਭਾਵੇਂ ਉਹਦੇ ਵਿੱਚ ਟਰਾਂਸਪੋਰਟੇਸ਼ਨ ਦਾ ਸਿਸਟਮ ਹੈ, ਭਾਵੇਂ ਉਹਦੇ ਵਿੱਚ ਮੈਡੀਕਲ ਸਿਸਟਮ ਹੈ, ਚਾਹੇ ਓਵਰਆਲ ਲੋਕਾਂ ਦੀ ਹੈਪੀਨੈਸ ਦੀ ਗੱਲ ਕਰਦੇ ਹੈਗੇ ਆ। ਤੁਸੀਂ ਦੇਖੋ ਕਿ ਕਿੰਨੀਆਂ ਕੰਟਰੀਜ਼ ਹੈਗੀਆਂ ਜਿੱਥੇ ਕਿ ਦੁਪਹਿਰ ਨੂੰ ਮਤਲਬ 2 ਘੰਟੇ ਦੇ ਵਾਸਤੇ ਉਹਨਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਕਿ ਤੁਸੀਂ ਸੌਂ ਜਾਓ ਦੁਪਹਿਰ ਨੂੰ। ਇੱਥੇ ਜਿਹੜਾ ਅਸੀਂ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਜਿਹੜੇ ਉਹ ਕੰਮ ਹੀ ਕੰਮ ਕਰੀ ਜਾਂਦੇ ਆ, ਓਵਰਨਾਈਟ ਸ਼ਿਫਟਾਂ ਵੀ ਲਗਾ ਰਹੇ ਹੈਗੇ ਆ, 7-7 ਦਿਨ ਵੀ ਕੰਮ ਕਰ ਰਹੇ ਆ, ਪਰ ਖੁਸ਼ ਜਿਹੜਾ ਉਹ ਅੰਦਰੋਂ ਟਾਈਮ ਜੇ ਮਿਲ ਜਾਵੇ 2-4 ਘੰਟੇ ਵਾਧੂ ਲਾਉਣ ਨੂੰ ਵੀ ਲਾ ਲੈਣ। ਇਹ ਗੱਲ ਆਪਾਂ ਕੰਟੀਨਿਊ ਕਰਾਂਗੇ। ਥੋੜਾ ਜਿਹਾ ਨਾਲ ਲੱਗਦਾ ਕੁਐਸਚਨ ਇਹਦੇ ਵਿੱਚ ਇਹੀ ਹੈ, ਜੇ ਅਸੀਂ ਕਿ ਨਾ ਆਲੇ ਦੁਆਲੇ ਬਰੈਂਪਟਨ ਦੇ ਜਾਂ ਫਿਰ ਜਿੱਥੇ ਕਿਤੇ ਵੀ ਜਾਣ ਕੋਈ ਕਹਿ ਲਓ, ਬਰੈਂਪਟਨ ਕੱਲਾ ਨਹੀਂ ਕਹਿੰਦੇ, ਜਿੱਥੇ ਕਿਤੇ ਵੀ ਸਮੋਕ ਕੀਤੀ ਜਾਂਦੀ ਹੈ, ਜਿੱਦਾਂ ਕਹਿ ਲਓ ਵੀ ਭੰਗ ਦੀ ਵਾਲੀ ਪੀਤਾ ਜਾਂਦਾ, ਸਿਗਰਟ ਵਗੈਰਾ ਪੀਤੀ ਜਾਂਦੀ, ਇਹਦੀ ਸਮੈਲ ਬੜੀ ਦੂਰ ਦੂਰ ਤੱਕ ਜਾਂਦੀ ਹੈ। ਇਹਦੇ ਬਾਰੇ ਮੈਂ ਪਤਾ ਕਰਨਾ ਚਾਹੁੰਦਾ ਕਿ ਇਹਦੀ ਸਮੈਲ ਦਾ ਵਾਤਾਵਰਨ ਦੇ ਉੱਤੇ ਕੀ ਇਫੈਕਟ ਬੈਡ ਪੈਂਦਾ, ਗੁੱਡ ਪੈਂਦਾ, ਜਾਂ ਫਿਰ ਦੂਰ ਜਿਹੜੇ ਬੰਦੇ ਜਿਸ ਤਰੀਕੇ ਨਾਲ ਕਹਿੰਦੇ ਕਿ ਸੈਕੰਡ ਕਾਈਂਡ ਆਫ ਸਮੋਕਰ ਤੁਸੀਂ ਬਣ ਜਾਂਦੇ ਹੋ। ਜੇਕਰ ਤੁਸੀਂ ਨਹੀਂ ਪੀਂਦੇ, ਤੁਹਾਡੇ ਕੋਲ ਸਮੈਲ ਵੀ ਆਉਂਦੀ, ਤਾਂ ਉਹਦੇ ਨਾਲ ਤੁਹਾਨੂੰ ਉਹਦਾ ਨਸ਼ਾ ਹੁੰਦਾ ਜਾਂ ਅਸਰ ਹੁੰਦਾ, ਉਹਦਾ ਕੀ ਇਫੈਕਟ ਕਰਦਾ, ਉਹਦੀ ਥੋੜੀ ਗੱਲਬਾਤ ਕਰਾਂਗੇ। ਲੇਕਿਨ ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਦੂਰ ਦਰੇਡੇ ਨੇੜੇ ਤੇੜੇ ਕਿਤੇ ਵੀ ਜਾਵਾਂ, ਦੂਰ ਦਰੇਡੇ ਨੇੜੇ ਤੇੜੇ ਕਿਤੇ ਵੀ ਜਾਵਾਂ, ਬਸ ਦੋਸਤੋ A1 ਟੈਕਸੀ ਨੂੰ ਫੋਨ ਕਮਾ। ਬੜਾ ਸੌਖਾ ਜਿਹਾ ਨੰਬਰ ਹੈ 905 453 66 905 453 6666 ਤੇ ਕਾਲ ਕਰ ਸਕਦੇ ਹੋ। ਔਰ ਤੁਹਾਡੀ ਆਪਣੀ ਜ਼ੁਬਾਨ ਬੋਲਦੇ ਨੇ ਔਰ ਪੰਜਾਬੀਆਂ ਦੀ ਨੰਬਰ 1 ਟੈਕਸੀ ਬ੍ਰੈਂਪਟਨ ਦੇ ਵਿੱਚ A1 ਟੈਕਸੀ। ਟੁੱਟਾ ਭੱਜਾ ਸਮਾਨ ਜੇ ਹੋਵੇ ਤਾਂ ਘਰ ਲੱਗੇ ਫਰਨੀਚਰ, ਜੇਕਰ ਸੋਹਣੀ ਦਿਖਿਆ ਦੇਣੀ ਤਾਂ ਆ ਜਾ ਫਿਰ ਆਲਕਾਈਨ ਫਰਨੀਚਰ। ਸਹੀ ਫਰਮਾਇਆ। ਵਧੀਆ ਫਰਨੀਚਰ ਲੈਣਾ ਹੈ, ਸੋਫੇ ਪੇਟੀ ਬੈੱਡ ਬਣਾਉਣੇ ਆ ਤੇ ਘਰ ਦੇ ਸਾਈਜ਼ ਮੁਤਾਬਕ ਤੇ ਆਪਣੀ ਪ੍ਰਾਈਸ ਦੇ ਮੁਤਾਬਕ ਤੇ ਲੰਬੇ ਸਮੇਂ ਤੱਕ ਹੰਡਣ ਵਾਲੇ, ਤੇ ਫਿਰ ਤੈਨੂੰ ਆਉਣਾ ਪਵੇਗਾ ਆਲ ਕਾਈਂਡ ਫਰਨੀਚਰ ਤੇ 2424 ਫ੍ਰੈਂਚ ਐਵਨਿਊ ਈਟੋਬੀਕੋ ਦੇ ਵਿੱਚ ਸਥਿਤ ਹੈ। ਸਰਦਾਰ ਅਜਮੇਰ ਸਿੰਘ ਉਹਨਾਂ ਨਾਲ ਗੱਲਬਾਤ ਕਰਨੀ ਹੈ। 416 741 4686 416 741 4686। ਘਰ ਦੇ ਵਿੱਚ ਬੰਦ ਹੋ ਜਾਊਗਾ ਰੋਜ਼ ਚੱਲਦਾ ਸਪੀਕਰ, ਇੱਕ ਵਾਰੀ ਜਾ ਕੇ ਆਓ ਆਲ ਕਾਈਂਡ ਫਰਨੀਚਰ, ਜਾਣਾ ਪਊਗਾ ਆਲ ਕਾਈਂਡ ਫਰਨੀਚਰ। ਡੰਪ ਟਰੱਕਾਂ ਦੇ ਟਾਇਰ ਵਧੀਆ ਤੇ ਸਸਤੀ ਕੀਮਤ ਤੇ ਲੈਣੇ ਹੋਣ ਜਾਂ ਫਿਰ ਟਰੱਕਾਂ ਦੀ ਅਲਾਈਨਮੈਂਟ ਕਰਵਾਉਣੀ ਹੋਵੇ, ਆਨੰਦ ਟਾਇਰ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ। 490 ਮਕੈਂਚੀ ਡਰਾਈਵ ਮਿਲਟਨ ਦੇ ਵਿੱਚ 416 829 8281 ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਨੰਦ ਟਾਇਰ ਆਪਣੀ ਕਮਿਊਨਿਟੀ ਵਿੱਚ ਜਾਣਿਆ ਪਹਿਚਾਣਿਆ ਨਾਮ। 416 829 8281 416 829 8281। ਇਹ ਹੀਟਿੰਗ ਐਂਡ ਕੂਲਿੰਗ ਇੰਕ ਦੇ ਅਮਰੀਕ ਜੀ ਦਾ ਕਹਿਣਾ ਕਿ ਅਸੀਂ ਅਮਰੀਕਨ ਸਟੈਂਡਰਡ ਦੇ ਡੀਲਰ ਹਾਂ। ਤੁਸੀਂ ਆਨਲਾਈਨ ਜਾ ਕੇ ਕੰਪਨੀ ਦੇ ਰਿਵਿਊ ਵੀ ਵੇਖ ਸਕਦੇ ਹੋ। ਨਵੇਂ ਏਸੀ ਜਾਂ ਫਰਨੈਸ ਲਗਵਾਉਣ ਤੇ 10 ਸਾਲ ਦੀ ਪਾਰਟ ਦੀ ਗਾਰੰਟੀ ਕਰਦੇ ਹਾਂ। ਇਸੇ ਫੀਲਡ ਵਿੱਚ ਲੰਮੇ ਸਮੇਂ ਤੋਂ ਵਧੀਆ ਕੰਮ ਤੇ ਸਮੇਂ ਸਿਰ ਨਿਪਟਾਉਣ ਲਈ AS ਹੀਟਿੰਗ ਐਂਡ ਕੂਲਿੰਗ ਦੇ ਅਮਰੀਕ ਜੀ ਨੂੰ ਕਾਲ ਕਰੋ। 416 803 8053 416 803 8053। ਭੁੱਲਰ ਲਾਭਸ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ। ਕਾਨੂੰਨ ਦੇ ਸੰਬੰਧ ਵਿੱਚ ਤੁਹਾਡੀ ਗੱਲਬਾਤ ਹੋਵੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਪ੍ਰਾਪਰਟੀ ਵੇਚਣੀ, ਖਰੀਦਣੀ, ਕੋਈ ਵੀ ਤੁਸੀਂ ਰੀਅਲ estate ਦੀ ਟ੍ਰਾਂਜੈਕਸ਼ਨ ਕਰਵਾਉਣੀ ਹੈ ਤੇ ਇੱਕ ਚੰਗਾ ਵਕੀਲ ਹੋਣਾ ਬੜਾ ਜ਼ਰੂਰੀ ਹੈ। ਸੋ ਭੁੱਲਰ ਲਾ ਆਫਿਸ ਦੇ ਨਾਲ ਸੰਪਰਕ ਕਰੋ। 1332 ਖਾਲਸਾ ਡਰਾਈਵ ਮਿਸੀਸਾਗਾ ਵਿੱਚ ਸਥਿਤ ਨੇ। ਨੰਬਰ ਹੈ 905 564 3230 905 564 3230 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਭੁੱਲਰ ਲਾ ਆਫਿਸ ਰੇਡੀਓ ਦਿਲ ਆਪਣਾ ਪੰਜਾਬੀ ਇਹ ਹਫ਼ਤੇ ਦੇ 7 ਦਿਨ ਆਨਲਾਈਨ ਅਤੇ 1320 AM ਦੇ ਉੱਤੇ 9 ਘੰਟੇ ਪ੍ਰਸਾਰਿਤ ਹੁੰਦਾ। ਇਹਦੇ ਵਿੱਚ ਕੋਈ ਵੀ ਐਡਵਰਟਾਈਜ਼ਮੈਂਟ ਜਾਂ ਕੋਈ ਜਾਣਕਾਰੀ ਲੈਣ ਵਾਸਤੇ ਸਾਡੀ ਏਕ ਨੂਰ ਮੀਡੀਆ ਗਰੁੱਪ ਦੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦਵਿੰਦਰ ਬੁੱਟਰ, ਮਲਕੀਤ ਸਿੰਘ, ਪ੍ਰਭਜੀਤ ਸਿੰਘ, ਗੁਰਤੀਤ ਸਿੰਘ ਪਾਸਲਾ, ਗੁਰਪਾਲ ਸਰੋਏ। ਵਧੀਆ ਪੈਕੇਜ ਡੀਲ ਵਾਸਤੇ 647 281 48 57 647 281 4857 ਦਿਲ ਆਪਣਾ ਪੰਜਾਬੀ। ਜਾਂ ਤੁਸੀਂ ਸਾਡੇ ਹੈੱਡ ਆਫਿਸ ਕਦੇ ਵੀ ਪਧਾਰ ਸਕਦੇ ਹੋ। 30 ਐਂਟਰ ਮਾਡਲ ਡਰਾਈਵ ਯੂਨਿਟ 206 ਦੇ ਵਿੱਚ ਬ੍ਰੈਂਪਟਨ 647 281 48 57। ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ 'ਚ ਸਾਡੀ ਤੁਹਾਡੀ ਗੱਲਬਾਤ ਚੱਲ ਰਹੀ ਹੈ ਰੂਬਲ ਸਾਹਿਬ ਦੇ ਨਾਲ।
905 874 3333 905 874 3333 ਦੇਸੀ ਖਾਓ ਰੂਪ ਭਜਾਓ ਤੇ ਤੰਦਰੁਸਤੀ ਪਾਓ। ਤੰਦਰੁਸਤੀ ਦਾ ਰਾਜ ਹੀ ਨੇ ਜੜੀ ਬੂਟੀਆਂ ਵਿੱਚ। ਜੜੀ ਬੂਟੀਆਂ ਤੁਹਾਡੇ ਲਈ ਕਿਵੇਂ ਕਾਰਗਰ ਸਿੱਧ ਹੋ ਰਹੀਆਂ ਨੇ, ਸਿੱਧ ਹੋਣਗੀਆਂ, ਇਹਨਾਂ ਬਾਰੇ ਗੱਲਬਾਤ ਚੱਲ ਰਹੀ ਹੈ ਅਰੂਬਲ ਸਾਹਿਬ ਦੇ ਨਾਲ। ਤੇ ਗੱਲਬਾਤ ਦਾ ਅੱਜ ਦਾ ਟੌਪਿਕ ਸਾਡਾ ਕੈਂਸਰ ਦਾ ਸੀ। ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਕੁਐਸਚਨ ਵੀ ਉਹ ਵੀ ਗੱਲਬਾਤ ਕਰਾਂਗੇ। ਤੇ ਥੋੜੀ ਜਿਹੀ ਸਾਡੀ ਜਿਹੜੀ ਹਵਾ ਜਾਂ ਪ੍ਰਦੂਸ਼ਣ ਜਿਹਨੇ ਚੀਜ਼ਾਂ ਦੇ ਕਰਕੇ ਹੁੰਦਾ, ਜਾਂ ਭੰਗ ਦੀ ਮਹਿਕ ਦੇ ਨਾਲ ਕਈ ਵਾਰ ਤੁਹਾਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਕਿਸੇ ਬੰਦੇ ਨੇ ਪੀਤੀ ਹੈ ਜਾਂ ਪੀ ਰਿਹਾ ਹੋਵੇਗਾ ਜਾਂ ਲਾਗੇ ਛਾਗੇ ਹੈ, ਤੇ ਉਹਦਾ ਵਾਤਾਵਰਨ ਦੇ ਉੱਤੇ ਕੋਈ ਅਸਰ ਚੰਗਾ ਜਾਂ ਮਾੜਾ, ਜਾਂ ਫਿਰ ਦੂਜੇ ਬੰਦੇ ਨੂੰ ਉਦੋਂ ਕੋਈ ਇਫੈਕਟ ਨਹੀਂ ਕਰਦੀ ਜੀ ਰੂਬਲ ਸਾਹਿਬ? ਨਹੀਂ ਗੁਰਪਾਲ ਜੀ, ਜੇ ਮਤਲਬ ਉਹ ਇਨਕਲੋਜ਼ਡ ਸਪੇਸ ਦੇ ਵਿੱਚ ਆ, ਸੋ ਇੱਕੋ ਹੀ ਕਮਰੇ ਦੇ ਵਿੱਚ ਉਹ ਦੈਨ ਜਿਹੜੀ ਹੈਗੀ ਆ ਉਹ ਚੀਜ਼ ਜਿਹੜੀ ਆ ਉਹ ਤੁਹਾਨੂੰ ਅਸਰ ਕਰਦੀ ਹੈਗੀ ਆ, ਬਟ ਅਦਰਵਾਈਜ਼ ਕੋਈ ਅਸਰ ਨਹੀਂ ਕਰਦੀ। ਮੈਟਰ ਆਫ ਫੈਕਟ ਹਿਸਟਰੀ ਦੇ ਵਿੱਚ ਜਿਹੜੀ ਹੈ, ਜੇ ਤੁਸੀਂ ਦੇਖਦੇ ਹੈਗੇ ਹੋ, ਅੱਜ ਤੱਕ ਕੋਈ ਇੱਦਾਂ ਦਾ ਕੇਸ ਨਿਕਲਿਆ ਹੀ ਹੈ ਨਹੀਂ ਹੈਗਾ ਕਿ ਜਿਸ ਦੇ ਵਿੱਚ ਸੈਕਿੰਡ ਹੈਂਡ ਸਮੋਕਿੰਗ ਤੋਂ ਕੈਂਸਰ ਜਾਂ ਕੁਛ ਇੱਦਾਂ ਦੀ ਚੀਜ਼ ਹੋਈ ਹੋਵੇ। ਕਿਉਂਕਿ ਮੈਟਰ ਆਫ ਫੈਕਟ ਰਿਮੈਂਬਰ, ਜਿਹੜੀ ਲੰਗ ਕੈਂਸਰ ਹੈਗਾ ਆ ਫੇਫੜਿਆਂ ਦਾ, ਉਹ ਐਕਚੁਅਲੀ ਟਾਰ ਦੀ ਵਜ੍ਹਾ ਦੇ ਕਰਕੇ ਹੁੰਦਾ, ਜਿਹੜੀ ਕਿ ਟਬਾਕੋ ਦੇ ਵਿੱਚ ਹੁੰਦੀ, ਤੰਬਾਕੂ ਦੇ ਵਿੱਚ ਹੁੰਦੀ ਆ। ਉਹ ਜਿਹੜੀ ਹੈਗੀ ਆ ਉਹ ਮੈਰਵਾਨਾ ਦੇ ਵਿੱਚ ਹੁੰਦੀ ਨਹੀਂ। ਸੋ ਉਹਦੇ ਵਿੱਚ ਜਿਹੜੀ ਹੈ, ਇਸ ਕਰਕੇ ਫਿਰ ਉਹ ਜਿਹੜੀ ਉਹ ਟਾਰ ਦਾ ਬਿਲਡਅਪ ਦਾ ਕੋਈ ਰਹਿ ਹੀ ਨਹੀਂ ਜਾਂਦਾ ਕੋਈ ਕਿਸੇ ਤਰੀਕੇ ਦੇ ਨਾਲ। ਹਾਂ, ਕੁਛ ਲੋਕ ਜਿਹੜੇ ਹੈਗੇ ਆ ਜਿਹੜੇ ਕਿ ਤੰਬਾਕੂ ਦੇ ਨਾਲ ਉਹਨੂੰ ਮਿਕਸ ਕਰਕੇ ਜਿਹੜੀ ਉਹ ਲੈਂਦੇ ਹੈਗੇ ਆ, ਉਹਨਾਂ ਨੂੰ ਆਬਵੀਅਸਲੀ ਕੋਈ ਫਿਰ ਟਾਰ ਫਿਰ ਜਾ ਰਹੀ ਹੈ ਅੰਦਰ, ਜਿਹਦੇ ਕਰਕੇ ਜਿਹੜੀ ਉਹ ਪ੍ਰੋਬਲਮ ਆ ਸਕਦੀ ਆ। ਬਟ ਅਦਰਵਾਈਜ਼ ਨੋਰਮਲੀ ਜੇ ਕੋਈ ਲੈ ਰਹੇ ਹੈਗੇ ਆ ਤੇ ਉਹਦਾ ਹਿਸਟੋਰੀਕਲੀ ਅਜੇ ਤੱਕ ਕੋਈ ਕੇਸ ਨਹੀਂ ਆਇਆ ਹੈਗਾ ਕਿ ਜਿਹਦੇ ਵਿੱਚ ਪ੍ਰੋਬਲਮ ਆਵੇ। ਪਰ ਹਾਂ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਬਦਬੂ ਉਹਦੀ ਬੜੀ ਭੈੜੀ ਹੁੰਦੀ ਹੈ, ਜਿੱਦਾਂ ਸਕੰਕ ਹੁੰਦਾ, ਉਹ ਇਸ ਤਰੀਕੇ ਦੀ ਜਿਹੜੀ ਉਹਦੀ ਸਮੈਲ ਹੁੰਦੀ ਹੈ, ਨੋ ਡਾਊਟ ਉਹ ਬੜੀ ਭੈੜੀ ਲੱਗਦੀ ਹੈਗੀ ਆ। ਬਟ ਅਦਰ ਦੈਨ ਦੈਟ ਉੱਦਾਂ ਐਕਚੁਅਲੀ ਉਹਨਾਂ ਦਾ ਕੋਈ ਅਜੇ ਤੱਕ ਕਿਸੇ ਤਰੀਕੇ ਕੋਈ ਕੇਸ ਨਹੀਂ ਆਇਆ ਸਾਹਮਣੇ ਕਿ ਜਿਹਦੇ ਵਿੱਚ ਦੱਸਿਆ ਜਾਵੇ ਕਿ ਉਹਨਾਂ ਨੂੰ ਇਸ ਤਰੀਕੇ ਦੀ ਕੋਈ ਪ੍ਰੋਬਲਮ ਆਈ ਹੈਗੀ ਹੈ। ਗੁਰਪਾਲ ਜੀ, ਤੇ ਮੈਂ ਨਾਲ ਦੀ ਨਾਲ ਇਹਦੇ ਵਿੱਚ ਅੱਜ ਅਸੀਂ ਫਿਰ ਕੈਂਸਰ ਦੀ ਗੱਲ ਕਰ ਰਹੇ ਹੈਗੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਆ ਸਾਡੀ ਬਾਡੀ ਦੇ ਵਿੱਚ ਲਗਾਤਾਰ ਬਣਦੀਆਂ ਰਹਿੰਦੀਆਂ। ਤੁਸੀਂ ਦੇਖੋ ਕਿ ਸਾਡੀ ਜਿਹੜੀ ਬਾਡੀ ਹੈ ਉਹ ਹਰ ਮਿੰਟ ਹਰ ਸੈਕਿੰਡ ਨਵੇਂ ਸੈੱਲ ਬਣਾਉਂਦੀ ਰਹਿੰਦੀ ਆ। ਸੋ ਸਾਡੀ ਜਿਹੜੀ ਬਾਡੀ ਆ ਇਹ ਇੱਕ ਵੱਡੀ ਫੈਕਟਰੀ ਦੀ ਤਰ੍ਹਾਂ ਹੈਗੀ ਹੈ, ਜਿਹਦੇ ਵਿੱਚ ਕਈ ਤਰੀਕੇ ਦੇ ਵਰਕਰ ਆ, ਕਈ ਤਰੀਕੇ ਦੇ ਮੈਨੇਜਰ ਆ, ਫਿਰ ਉਹਨਾਂ ਤੋਂ ਉੱਤੇ ਪੋਸਟ ਆ, ਫਿਰ ਉਹਨਾਂ ਨੂੰ ਬ੍ਰੇਕ ਮਿਲਦੀ ਆ, ਫਿਰ ਉਹ ਵਰਕਰ ਜਿਹੜੇ ਆ ਉਹਨਾਂ ਨੂੰ ਕੋਈ ਬਿਮਾਰ ਵੀ ਹੁੰਦੇ ਆ, ਫਿਰ ਉਹ ਨਵੇਂ ਵਰਕਰ ਆ ਰਹੇ ਆ, ਜਾ ਰਹੇ ਆ। ਇਹਨੂੰ ਇਸ ਤਰੀਕੇ ਦੇ ਨਾਲ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ। ਸੋ ਉਹ ਇਸ ਬਾਡੀ ਦੇ ਵਿੱਚ ਜਿਹੜੇ ਆ ਆਬਵੀਅਸਲੀ ਜਿਹੜੇ ਹਾਰਡ ਵਰਕਰ ਵੀ ਹੈਗੇ ਆ, ਕੁਛ ਲੇਜ਼ੀ ਵਰਕਰ ਵੀ ਹੈਗੇ ਆ, ਕੁਛ ਜਿਹੜੇ ਕੰਮ ਆਪਣਾ ਵਧੀਆ ਕਰਦੇ ਆ, ਕੁਛ ਜਿਹੜਾ ਆ ਉਹ ਕਈ ਵਾਰੀ ਕੰਮ ਕਰਦੇ ਆ ਫਿਰ ਬ੍ਰੇਕ ਲੈ ਲੈਂਦੇ ਆ, ਜਾਂ ਕੋਈ ਦਿਲੋਂ ਹੀ ਨਹੀਂ ਕੰਮ ਕਰਦੇ। ਇਸੇ ਤਰੀਕੇ ਦੇ ਨਾਲ ਹੀ ਸਾਡੀ ਬਾਡੀ ਦੇ ਜਿੰਨੇ ਵੀ ਸੈੱਲ ਹੈ ਉਹ ਸਾਰੇ ਵਰਕ ਕਰਦੇ ਹੈਗੇ ਆ। ਸੋ ਜਦੋਂ ਸਾਡੀ ਬਾਡੀ ਦੇ ਅੰਦਰ ਨਵਾਂ ਸੈੱਲ ਵੀ ਬਣਦਾ ਹੈਗਾ ਹੈ, ਜਦੋਂ ਤੋਂ ਡਿਵਾਈਡ ਹੁੰਦਾ ਆ, ਅਤੇ ਉਹ ਸਾਰੇ ਦੇ ਵਿੱਚ DNA, ਉਹਨਾਂ ਦੇ DNA ਦੇ ਵਿੱਚ ਜਿਹੜੀਆਂ ਇੰਸਟਰਕਸ਼ਨਸ ਹੁੰਦੀਆਂ ਹੈਗੀਆਂ ਕਿ ਉਸ ਸੈੱਲ ਨੇ ਕੀ ਕੰਮ ਕਰਨਾ ਹੈ। ਹੁਣ ਹੋ ਸਕਦਾ ਹੈਗਾ ਹੈ ਕਿ ਉਹ ਡਿਵੀਜ਼ਨ ਦੇ ਦੌਰਾਨ ਕੁਛ ਨਾ ਕੁਛ ਜਿਹੜੀ ਆ ਉਹ ਪ੍ਰੋਬਲਮ ਆ ਜਾਵੇ, ਜਿਹਦੇ ਵਿੱਚ ਉਹ ਸੈੱਲ ਆਪਣਾ ਪ੍ਰੋਪਰ ਕੰਮ ਕਰ ਨਹੀਂ ਪਾਉਂਦਾ। ਉਹ ਜਦੋਂ ਸੈੱਲ ਕੰਮ ਨਹੀਂ ਕਰ ਪਾਉਂਦਾ ਹੈਗਾ ਆ, ਅਤੇ ਭਾਵੇਂ ਕਿ ਉਹਦੇ ਵਿੱਚ ਫਿਰ ਵੀ ਉਹ ਆਪਣੀ ਨਿਊਟ੍ਰੀਸ਼ਨ ਪ੍ਰੋਪਰ ਲੈ ਰਿਹਾ ਆ, ਉਹ ਆਕਸੀਜਨ ਵੀ ਲੈ ਰਿਹਾ ਆ ਸਾਡੇ ਬਲੱਡ ਦੇ ਵਿੱਚੋਂ, ਉਹ ਹਰ ਇੱਕ ਚੀਜ਼ ਜਿਹੜੀ ਉਹ ਲੈ ਰਿਹਾ, ਪਰ ਉਹ ਆਪਣਾ ਪ੍ਰੋਪਰ ਕੰਮ ਨਹੀਂ ਕਰ ਪਾ ਰਿਹਾ। ਜਦੋਂ ਇਹ ਜਿਹੜੀਆਂ ਚੀਜ਼ਾਂ ਲਗਾਤਾਰ ਹੋ ਰਹੀਆਂ ਹੁੰਦੀਆਂ ਐਜ਼ ਵੀ ਸਪੀਕ, ਮੇਰੀ ਬਾਡੀ ਦੇ ਅੰਦਰ ਵੀ ਕੈਂਸਰ ਦੇ ਸੈੱਲ ਜਿਹੜੇ ਉਹ ਪੈਦਾ ਹੋ ਰਹੇ ਹੈਗੇ ਆ, ਤੁਹਾਡੀ 'ਚ ਵੀ ਹੋ ਰਹੇ ਆ, ਹਰ ਇੱਕ ਬੰਦੇ ਦੀ ਬਾਡੀ ਦੇ ਵਿੱਚ ਪੈਦਾ ਹੋ ਰਹੇ ਆ। ਪਰ ਥੈਂਕਸ ਟੂ ਸਾਡਾ ਜਿਹੜਾ ਇਮਿਊਨ ਸਿਸਟਮ ਹੈ, ਜਿਹੜਾ ਸਾਡਾ ਇਮਿਊਨ ਸਿਸਟਮ ਹੈਗਾ ਆ, ਉਹ ਇਸ ਤਰੀਕੇ ਦੇ ਨਾਲ ਡਿਵੈਲਪ ਹੋਇਆ ਆ ਕਿ ਉਹ ਲਗਾਤਾਰ ਜਿਹੜੀ ਆ ਉਹ ਸਾਡੇ ਜਿਹੜੇ ਮਾੜੇ ਸੈੱਲ ਹੈਗੇ, ਜਿਹੜੇ ਸਾਡੀ ਬਾਡੀ ਦੇ ਵਿੱਚੋਂ ਕੁਦਰਤੀ ਤੌਰ ਦੇ ਉੱਤੇ ਜਿਹੜੇ ਉਹ ਬਣਦੇ ਆ, ਉਹਨਾਂ ਨੂੰ ਨਾਲੋਂ ਨਾਲ ਉਹ ਖ਼ਤਮ ਕਰਦਾ ਰਹਿੰਦਾ ਹੈਗਾ। ਸੋ ਇਹ ਜਿਹੜੇ ਹੈਗੇ ਆ ਸੈੱਲ ਲਗਾਤਾਰ ਖ਼ਤਮ ਹੁੰਦੇ ਹੈਗੇ ਆ। ਕੁਛ ਸੈੱਲ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰੋਗਰਾਮ ਡੈਥ ਕਹਿੰਦੇ ਹੈਗੇ ਆ, ਕਿ ਉਹ ਆਪਣੇ ਆਪ ਹੀ ਮਤਲਬ ਜਿਹੜੇ ਆ ਉਹ ਖ਼ਤਮ ਹੋ ਜਾਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈਗਾ ਕਿ ਇਹ ਸਹੀ ਕੰਮ ਨਹੀਂ ਕਰ ਰਹੇ ਹੈਗੇ। ਕੁਛ ਸੈੱਲ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਬਾਡੀ ਆਪ ਮਾਰ ਦਿੰਦੀ ਆ, ਜਿੱਦਾਂ ਇਮਿਊਨ ਸਿਸਟਮ ਦੀ ਗੱਲ ਕੀਤੀ ਹੈ। ਸੋ ਇਹ ਇੱਕ ਬੜਾ ਨੈਚੁਰਲੀ ਤੌਰ ਦੇ ਉੱਤੇ ਵਧੀਆ ਸਿਸਟਮ ਹੈ ਸਾਡੀ ਬਾਡੀ ਦੇ ਵਿੱਚ, ਜਿਹਦੇ ਵਿੱਚ ਲਗਾਤਾਰ ਕੈਂਸਰ ਦੇ ਸੈੱਲ ਜਿਹੜੇ ਆ ਉਹ ਬਣ ਰਹੇ ਹੁੰਦੇ ਹੈਗੇ ਆ, ਅਤੇ ਲਗਾਤਾਰ ਸਾਡੀ ਬਾਡੀ ਜਿਹੜੀ ਆ ਉਹਨਾਂ ਨੂੰ ਰੈਕੋਗਨਾਈਜ਼ ਕਰਕੇ ਉਹਨਾਂ ਨੂੰ ਖ਼ਤਮ ਕਰ ਦਿੰਦੀ ਹੈ। ਪ੍ਰੋਬਲਮ ਇਹ ਆਉਂਦੀ ਹੈਗੀ ਹੈ ਕਿ ਜਦੋਂ
ਉਹ ਲਗਾਤਾਰ ਬਣਨ ਦੀ ਜਿਹੜੀ ਮਾਤਰਾ ਹੈਗੀ ਆ ਉਹ ਵੱਧ ਰਹੀ ਹੈਗੀ ਆ, ਅਤੇ ਸਾਡਾ ਇਮਿਊਨ ਸਿਸਟਮ ਉਸ ਲੈਵਲ ਦੇ ਉੱਤੇ ਉਹਨਾਂ ਨੂੰ ਖ਼ਤਮ ਨਹੀਂ ਕਰ ਪਾ ਰਿਹਾ ਹੁੰਦਾ, ਜਿਹਦੇ ਕਰਕੇ ਫਿਰ ਉਹੀ ਜਿਹੜੇ ਸੈੱਲ ਹੈਗੇ ਆ ਜਦੋਂ ਆਪਸ ਦੇ ਵਿੱਚ ਜੁੜ ਜਾਂਦੇ ਹੈਗੇ ਆ, ਅਤੇ ਉਹ ਫਿਰ ਇੱਕ ਟਿਊਮਰ ਦੀ ਸ਼ਕਲ ਜਿਹੜੀ ਹੈ ਲੈ ਲੈਂਦੇ ਹੈਗੇ ਆ, ਜਿਹੜੀ ਕਿ ਫਿਰ ਜਦੋਂ ਫਿਰ ਜ਼ਿਆਦਾ ਟਿਊਮਰ ਹੋ ਜਾਂਦਾ, ਟਿਊਮਰ ਦੇ ਵਿੱਚ ਫਿਰ ਕੀ ਹੋ ਰਿਹਾ ਹੁੰਦਾ ਕਿ ਉਹ ਜਿਹੜੀ ਇੱਕ ਸੈੱਲ ਹੈ, ਜਿੰਨੇ ਸੈੱਲ ਹੈਗੇ ਆ ਉਹ ਆਪਣੀ ਖੁਦ ਦੀ ਨਵੀਂ ਬਲੱਡ ਸਪਲਾਈ ਜਿਹੜੀ ਆ ਉਹ ਬਣਾਉਣਾ ਸ਼ੁਰੂ ਕਰ ਦਿੰਦੇ ਆ। ਸੋ ਆਪਣੀ ਨਵੀਂ ਬਲੱਡ ਵੈਸਲਸ ਜਿਹੜੀਆਂ ਉਸ ਟਿਊਮਰ ਦੇ ਅੰਦਰ ਜਾ ਰਹੀਆਂ ਹੁੰਦੀਆਂ ਹੈਗੀਆਂ, ਉਹਨਾਂ ਦੀ ਆਪਣੀ ਹਰ ਇੱਕ ਚੀਜ਼ ਹੁੰਦੀ ਆ, ਕਿਉਂਕਿ ਉਹਨਾਂ ਦਾ ਸਪੈਸੀਫਿਕ ਕੋਈ ਫੰਕਸ਼ਨ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਉਹ ਸਾਡੀ ਬਾਡੀ ਦੇ ਅੰਦਰ ਜਿਹੜੇ ਆ ਉਹ ਬਸ ਵੈਸੇ ਹੀ ਪਏ ਰਹਿੰਦੇ ਹੈਗੇ ਆ, ਉਹ ਵੱਡੇ ਹੋਈ ਜਾਂਦੇ ਆ, ਜਿਹਨੂੰ ਕਿ ਆਪਾਂ ਟਿਊਮਰ ਕਹਿੰਦੇ ਆ। ਹੁਣ ਤੁਸੀਂ ਦੇਖੋ ਕਿ ਹੁਣ ਜੇ ਟਿਊਮਰ ਨੂੰ ਤਾਂ ਤੁਸੀਂ ਕੱਢ ਦਿੱਤਾ ਸਰਜਰੀ ਕਰਕੇ ਜਾਂ ਕੀਮੋਥੈਰੇਪੀ ਕਰਕੇ ਜਾਂ ਰੇਡੀਏਸ਼ਨ ਕਰਕੇ, ਕੀ ਉਹ ਕਰਨ ਦੇ ਨਾਲ ਜਿਹੜਾ ਸਾਡਾ ਸਿਸਟਮ ਖਰਾਬ ਹੋਇਆ ਸੀਗਾ ਉਹ ਠੀਕ ਹੋ ਗਿਆ? ਨਹੀਂ ਹੋਇਆ। ਇਸੀ ਵਜ੍ਹਾ ਦੇ ਕਰਕੇ ਜਦੋਂ ਵੀ ਲੋਕ ਜਿਹੜੇ ਆ ਉਹ ਕਰਦੇ ਹੈਗੇ ਆ ਇਸੇ ਵਜ੍ਹਾ ਦੇ ਕਰਕੇ ਜਦੋਂ ਕੋਈ ਵੀ ਸਰਜਰੀ ਜਿਹੜੀ ਹੈਗੀ ਆ ਜਾਂ ਰੇਡੀਏਸ਼ਨ ਜਿਹੜੀ ਆ ਕੈਂਸਰ ਦੇ ਵਿੱਚ ਕੀਤੀ ਜਾਂਦੀ ਹੈ, ਉਹਦੇ ਵਿੱਚ ਚਾਂਸਿਸ ਬਹੁਤ ਹੁੰਦੇ ਹੈਗੇ ਆ ਕਿ ਉਹ ਦੁਬਾਰਾ ਹੋ ਸਕਦਾ ਹੈਗਾ। ਮੈਟਰ ਆਫ ਫੈਕਟ ਕਿਉਂਕਿ ਉਹਦੀ ਕਾਜ਼ਿਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਨਹੀਂ ਆਇਡੈਂਟੀਫਾਈ ਕੀਤਾ ਜਾਂਦਾ। ਜੇਕਰ ਉਹ ਕਾਜ਼ਿਸ ਨੂੰ ਆਇਡੈਂਟੀਫਾਈ ਨਹੀਂ ਕੀਤਾ ਜਾਂਦਾ ਤੇ ਉਹ ਫਿਰ ਪ੍ਰੋਬਲਮ ਅੱਗੇ ਤੋਂ ਅੱਗੇ ਜਿਹੜੀ ਹੈਗੀ ਆ ਹੋਰ ਵੱਧ ਸਕਦੀ ਹੈਗੀ ਆ। ਸੋ ਗੱਲ ਇਹ ਹੈਗੀ ਹੈ ਕਿ ਅਸੀਂ ਇਸ ਚੀਜ਼ ਦੇ ਵੱਲ ਧਿਆਨ ਨਹੀਂ ਜ਼ਿਆਦਾ ਦੇਣਾ ਕਿ ਉਹਦੇ ਕੀ ਟਰੀਟਮੈਂਟ ਕਰਕੇ ਉਹਨੂੰ ਕਿੰਨੇ ਤਰੀਕੇ ਉਹਨੂੰ ਬੜੀ ਛੇਤੀ ਛੇਤੀ ਠੀਕ ਕੀਤਾ ਜਾਵੇ। ਅਸੀਂ ਇਸ ਧਿਆਨ ਵੱਲ ਦੇਣਾ ਹੈਗਾ ਆ ਕਿ ਕਿਹੜੀਆਂ ਚੀਜ਼ਾਂ ਸੀਗੀਆਂ ਜਿਹਦੀ ਵਜ੍ਹਾ ਦੀ ਖਰਾਬੀ ਦੀ ਵਜ੍ਹਾ ਦੇ ਕਰਕੇ ਬਾਡੀ ਇਸ ਲੈਵਲ 'ਤੇ ਪਹੁੰਚੀ ਆ ਕਿ ਉਹ ਇਹਨਾਂ ਸੈੱਲਸ ਨੂੰ ਸ਼ੁਰੂ ਦੇ ਵਿੱਚ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਖ਼ਤਮ ਨਹੀਂ ਕਰ ਸਕੀ। ਉਹਦੇ ਵਿੱਚ ਜਿਹੜੀਆਂ ਸਾਡੀ ਡਾਇਟ, ਜਿਵੇਂ ਅਸੀਂ ਗੱਲ ਕੀਤੀ ਹੈ, ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਸਾਡਾ ਲਾਈਫ ਸਟਾਈਲ ਬਹੁਤ ਵੱਡਾ ਰੋਲ ਪਲੇ ਕਰਦਾ ਆ। ਤੁਸੀਂ ਦੇਖੋ ਕਿ ਕਿੰਨੇ ਲੋਕ ਹੈਗੇ ਆ ਜਿਹੜੇ ਕਿ ਬੈਠਣ ਵਾਲੀਆਂ ਜੋਬਸ ਕਰਦੇ ਹੈਗੇ ਆ, ਐਕਸਰਸਾਈਜ਼ ਕੋਈ ਹੈ ਨਹੀਂ ਕਿਸੇ ਤਰੀਕੇ ਦੀ, ਡਾਇਟ ਜਿਹੜੀ ਹੈਗੀ ਅਸੀਂ ਬੈਠੇ ਬੈਠੇ ਜਿਹੜੀ ਉਹ ਖਾ ਰਹੇ ਹੈਗੇ ਆ। ਔਰ ਕਿੰਨੇ ਲੋਕ ਹੈਗੇ ਆ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੋ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਰਦੇ ਆ ਰਹੇ ਹੈਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਜਿਹੜੇ ਟਿਊਮਰ ਤੱਕ ਮਤਲਬ ਜਦੋਂ ਗੱਲ ਪਹੁੰਚਦੀ ਹੈ, ਰਾਤੋਂ ਰਾਤ ਨਹੀਂ ਹੁੰਦਾ ਹੈਗਾ, ਇਹਨੂੰ ਬਹੁਤ ਸਮਾਂ ਲੱਗ ਜਾਂਦਾ ਹੈਗਾ ਆ। ਬਾਡੀ ਦੇ ਉੱਤੇ ਅਤਿਆਚਾਰ ਹੁੰਦਾ ਰਹਿੰਦਾ ਹੈਗਾ ਆ, ਅਤੇ ਬਾਡੀ ਜਿਹੜੀ ਹੈ ਉਹਨਾਂ ਨੂੰ ਫਿਰ ਵੀ ਕੋਸ਼ਿਸ਼ ਕਰਦੀ ਰਹਿੰਦੀ ਹੈਗੀ ਆ ਕਿ ਜੇ ਟਿਊਮਰ ਹੋਇਆ ਤਾਂ ਉਹਨੂੰ ਫੈਲਣ ਨਹੀਂ ਦੇਣਾ ਹੋਰ ਜਗ੍ਹਾ ਦੇ ਉੱਤੇ। ਪ੍ਰੋਬਲਮ ਇਸ ਕਿ ਜਦੋਂ ਇਹ ਚੀਜ਼ਾਂ ਜਿਹੜੀਆਂ ਹੋਰ ਅੰਗਾਂ ਦੇ ਵਿੱਚ ਜਿਹੜੀਆਂ ਜ਼ਿਆਦਾ ਫੈਲਣੀਆਂ ਸ਼ੁਰੂ ਹੋ ਜਾਂਦੀਆਂ, ਜਿਹਨੂੰ ਕਿ ਅਸੀਂ ਮੈਟਾਸਟਸਿਸ ਕਿਹਾ ਜਾਂਦਾ ਹੈਗਾ। ਸੋ ਉਹਦੇ ਵਿੱਚ ਜਿਹੜੀ ਹੈ ਜਦੋਂ ਫਿਰ ਉਹ ਹੋਰ ਅੰਗਾਂ ਦੇ ਵਿੱਚ ਜਿਹੜੇ ਉਹ ਫੈਲਣਾ ਸ਼ੁਰੂ ਹੋ ਜਾਂਦਾ, ਉਹਦੇ ਕਰਕੇ ਫਿਰ ਉਹ ਡੇਂਜਰਸ ਹੋ ਜਾਂਦੀ ਹੈ। ਪ੍ਰੋਬਲਮ ਜਿਹੜੀ ਆ ਉਹ ਇਹ ਹੈ ਕਿ ਹਿਸਟੋਰੀਕਲੀ ਵੀ ਜੇ ਅਸੀਂ ਦੇਖਦੇ ਹੈਗੇ ਹਾਂ ਕਿ ਜਦੋਂ ਵੀ ਜੇ ਕਿਸੇ ਕਹਿੰਦੇ ਜੀ ਪਤਾ ਹੋਣ ਲੱਗਾ ਕਿ ਚੌਥੀ ਸਟੇਜ ਦੇ ਉੱਤੇ ਆ, ਆਮ ਅਸੀਂ ਜਿਹੜਾ ਉਹ ਆਮ ਸੁਣਦੇ ਹਾਂ ਜੀ ਚੌਥੀ ਸਟੇਜ ਦੇ ਉੱਤੇ, ਚੌਥੀ ਸਟੇਜ ਦੇ ਉੱਤੇ ਜੀ ਪਤਾ ਲੱਗਾ ਕਿ ਜੀ ਕੈਂਸਰ ਹੈਗਾ, ਅਤੇ ਮੈਂ ਪੇਸ਼ੈਂਟ ਤਾਂ ਜਿਹੜਾ ਬੜਾ ਵਧੀਆ, ਸਿਰਫ ਉਹ ਚੈੱਕਅਪ ਕਰਾਉਣ ਗਏ ਅਤੇ ਪਤਾ ਲੱਗਾ ਜੀ ਕੈਂਸਰ ਹੈ। ਅਤੇ ਤੁਸੀਂ ਦੇਖੋ ਕਿ ਬਹੁਤੀ ਵਾਰੀ ਇੱਦਾਂ ਹੁੰਦਾ ਹੈਗਾ ਆ ਕਿ ਜਦੋਂ ਤੀਜੀ ਜਾਂ ਚੌਥੀ ਸਟੇਜ ਦੇ ਉੱਤੇ ਪੇਸ਼ੈਂਟ ਨੂੰ ਫਿਰ ਵੀ ਕੋਈ ਮਹਿਸੂਸ ਨਹੀਂ ਹੋ ਰਿਹਾ ਹੁੰਦਾ, ਉਹ ਫਿਰ ਵੀ ਜਿਹੜਾ ਆਰਾਮ ਦੇ ਨਾਲ ਆਪਣੀ ਰੋਜ਼ਮर्रा ਦੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਰਹੇ ਹੁੰਦੇ ਆ, ਖੁਸ਼ ਹੁੰਦੇ ਆ। ਪ੍ਰੋਬਲਮ ਆਉਂਦੀ ਹੈ ਕਿ ਜਦੋਂ ਉਹਦਾ ਅਸੀਂ ਟਰੀਟਮੈਂਟ ਸ਼ੁਰੂ ਕਰ ਦਿੰਦੇ ਆ, ਉਸ ਕੇਸ ਦੇ ਵਿੱਚ ਜਿਹੜੀ ਆ ਜਦੋਂ ਕੀਮੋ ਰੇਡੀਏਸ਼ਨ ਜਾਂ ਸਰਜਰੀਜ਼ ਕਰਕੇ ਉਹਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਤੇ ਉਹਦੇ ਨਾਲ ਉਹ ਜ਼ਿਆਦਾ ਫੈਲਣਾ ਸ਼ੁਰੂ ਹੋ ਜਾਂਦਾ। ਸੇਮ ਟਾਈਮ ਦੇ ਉੱਤੇ ਜਿਹੜੀਆਂ ਇਹੋ ਥੈਰੇਪੀਜ਼ ਕਰਦੇ ਹੈਗੇ ਆ, ਉਹਨਾਂ ਦੇ ਨਾਲ ਜਿਹੜੀ ਹੈ ਸਾਡਾ ਇਮਿਊਨ ਸਿਸਟਮ ਹੋਰ ਜ਼ਿਆਦਾ ਵੀਕ ਹੋ ਜਾਂਦਾ। ਬਾਡੀ ਜਿਹੜੀ ਹੈ ਬੜੀ ਐਫੀਸ਼ੀਐਂਟ ਹੈ, ਜਿਵੇਂ ਮੈਂ ਦੱਸਿਆ ਕਿ ਜੇ ਉਹ ਚਲੋ ਗਲਤ ਸੈੱਲ ਜਿਹੜੇ ਸਾਡੀ ਬਾਡੀ ਦੇ ਅੰਦਰ ਪੈਦਾ ਹੋ ਵੀ ਗਏ ਅਤੇ ਬਾਡੀ ਉਹਨਾਂ ਨੂੰ ਕੰਸੀਲ ਕਰਕੇ ਰੱਖਦੀ ਹੈ, ਉਹਨਾਂ ਨੂੰ ਢੱਕ ਕੇ ਰੱਖਦੀ ਹੈ, ਉਹਨਾਂ ਨੂੰ ਫੈਲਣ ਨਹੀਂ ਦਿੰਦੀ ਹੈਗੀ। ਉਹ ਬੜਾ ਵਧੀਆ ਸਿਸਟਮ ਹੈਗਾ ਹੈ ਸਾਡਾ ਨੈਚੁਰਲ ਤੌਰ ਦੇ ਉੱਤੇ। ਸੋ ਕਈ ਵਾਰੀ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਵੀ ਇਟਸ ਬੈਟਰ ਕਿ ਉਸ ਚੀਜ਼ ਨੂੰ ਛੇੜਿਆ ਨਾ ਜਾਵੇ। ਜੇ ਨਾ ਛੇੜੋ ਤਾਂ ਉਹ ਸਗੋਂ ਜ਼ਿਆਦਾ ਬੈਟਰ ਹੈ, ਜੇ ਉਹਨੂੰ ਛੇੜ ਲੈਂਦੇ ਹੋ ਤਾਂ ਫਿਰ ਉਹਦੇ ਨਾਲ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ। ਬਹੁਤੀ ਵਾਰੀ ਹੁਣ ਵੀ ਇਹ ਜੇ ਦੇਖੋ ਕਿ ਪ੍ਰੋਬਲਮਸ ਜਿਹੜੀ ਆ ਜੇ ਕਿਸੇ ਦੀ ਇਸ ਚੀਜ਼ ਦੇ ਕਰਕੇ ਡੈਥ ਵੀ ਹੁੰਦੀ ਹੈ,
ਉਹ ਇਸੇ ਕਰਕੇ ਹੁੰਦੀ ਹੈ ਕਿ ਟ੍ਰੀਟਮੈਂਟ ਦੇ ਵਜ੍ਹਾ ਦੇ ਕਰਕੇ, ਨਾ ਕਿ ਕੈਂਸਰ ਦੀ ਵਜ੍ਹਾ ਦੇ ਕਰਕੇ। ਕੈਂਸਰ ਤਾਂ ਆਲਰੇਡੀ ਜੇ ਤੀਜੀ ਚੌਥੀ ਸਟੇਜ ਤੇ ਪਹੁੰਚ ਕੇ ਪੇਸ਼ੈਂਟ ਜਿਹੜਾ ਉਹ ਆਪਣੀਆਂ ਲੱਤਾਂ ਦੇ ਉੱਤੇ ਆਪ ਤੁਰ ਰਿਹਾ ਆ, ਹਰ ਇੱਕ ਚੀਜ਼ ਜਿਹੜੀ ਉਹ ਆਪ ਕਰ ਰਿਹਾ, ਰੋਟੀ ਪਾਣੀ ਆਪ ਬਣਾ ਰਿਹਾ ਆ, ਖਾ ਰਿਹਾ ਆ, ਪਚ ਰਹੀ ਹੈ, ਹਰ ਇੱਕ ਚੀਜ਼ ਠੀਕ ਆ, ਤਾਂ ਫਿਰ ਉਸ ਕੇਸ ਦੇ ਵਿੱਚ ਉਹ ਆਊਟ ਆਫ ਸਡਨ ਜਿੱਦਾਂ ਹੀ ਉਹ ਥੈਰੇਪੀਜ਼ ਜਾਂ ਆਪਣੀਆਂ ਟ੍ਰੀਟਮੈਂਟ ਇੰਗਲਿਸ਼ ਵਾਲੇ ਸ਼ੁਰੂ ਕਰਦੇ ਆ, ਅਤੇ ਨਾਲ ਹੀ ਜਿਹੜੀ ਹੈਗੀ ਆ ਉਹਨਾਂ ਦੀ ਬਾਡੀ ਜਿਹੜੀ ਆ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ, ਇਮਿਊਨ ਸਿਸਟਮ ਜਿਹੜਾ ਉਹ ਵੀਕ ਆਉਣਾ ਸ਼ੁਰੂ ਹੋ ਜਾਂਦਾ। ਇਹਦੇ ਕਰਕੇ ਤੁਹਾਡੇ ਪ੍ਰੋਬਲਮ। ਕਹਿਣ ਦਾ ਮਤਲਬ ਕਿ ਉਸ ਚੀਜ਼ ਨੂੰ ਛੇੜਿਆ ਹੀ ਨਾ ਜਾਵੇ, ਜੇ ਛੇੜਿਆ ਹੀ ਨਾ ਜਾਵੇ ਗਾਂ ਤਾਂ ਗਾਂ ਸਰੀਰ ਦੇ ਵਿੱਚ ਹੋਰ ਵਾਧਾ ਕਰਦੀ, ਬੇਸ਼ੱਕ ਚੌਥੀ ਸਟੇਜ ਤੇ ਪੰਜਵੀਂ ਸਟੇਜ ਤੇ ਆ, ਉਹਦਾ ਟ੍ਰੀਟਮੈਂਟ ਕੀ ਹੋਵੇ ਫਿਰ? ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ, ਇਹਦੀ ਆਪਾਂ ਗੱਲਬਾਤ ਤੁਹਾਡੇ ਕੋਲ ਪਤਾ ਕਰਦੇ ਹਾਂ। ਉਸ ਤੋਂ ਪਹਿਲਾਂ ਦੱਸ ਦਈਏ ਕਿ ਪ੍ਰੋਗਰਾਮ ਦਾ ਹਿੱਸਾ ਲਵ ਤੰਦੂਰੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾ ਰਿਹਾ। 905 450 0000 ਤੁਹਾਡੇ ਵਾਸਤੇ ਖੁੱਲੀ ਠੁੱਲੀ ਪਲੇਸ ਹੈ, ਜਿੱਥੇ ਤੁਸੀਂ ਆਪਣੇ ਨਾਲ ਆਪਣੇ ਬੱਚਿਆਂ ਦੇ ਨਾਲ ਪਾਰਟੀ ਵੀ ਕਰ ਸਕਦੇ ਹੋ ਤੇ ਖਾਣਾ ਵੀ ਖਾ ਸਕਦੇ ਹੋ। ਖਾਸ ਕਰਕੇ ਰੱਖੜੀ ਦੇ ਦਿਨ ਦੇ ਉੱਤੇ ਤੁਸੀਂ ਮਠਿਆਈ ਲੈਣੀ ਚਾਹੁੰਦੇ, ਜਾਂ ਫਿਰ ਵੈਸੇ ਵੀ ਘਰ ਗੈਸਟ ਆਏ ਨੂੰ ਉਹਨਾਂ ਵਾਸਤੇ ਮਠਿਆਈ ਲਿਆਉਣੀ ਚਾਹੁੰਦੇ ਹੋ, ਉਹਨਾਂ ਨੂੰ ਖਾਣਾ ਖਿਲਾਉਣਾ ਚਾਹੁੰਦੇ ਹੋ, ਤੇ ਲਵ ਤੰਦੂਰੀ 905 450 0000 ਤੇ ਸੰਪਰਕ ਕਰੋ। ਚਰਨ ਸਿੰਘ ਰਾਏ, ਤੁਸੀਂ ਘਰ ਦੀ ਇੰਸ਼ੋਰੈਂਸ ਕਰਾਉਣੀ ਹੋਵੇ, ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਹੋਵੇ, ਜਾਂ ਵੈਸੇ ਇਹਨਾਂ ਦੇ ਕੋਲ ਪਤਾ ਕਰਨਾ ਹੋਵੇ ਤੁਹਾਡੀ ਇਹਨਾਂ ਦੇ ਕੋਲ ਪਾਲਿਸੀ ਹੈ ਚਾਹੇ ਨਹੀਂ, ਵਧੀਆ ਸਲਾਹ ਦੇਣਗੇ। 416 ਪੂਰਾ 499 97 ਦਵਿੰਦਰ ਕੁਮਾਰ 647 988 87 31 ਤੇ ਸੰਪਰਕ ਕੀਤਾ ਜਾ ਸਕਦਾ। ਫਸਟ ਸੈਕੰਡ ਥਰਡ ਮੌਰਗੇਜ ਜਾਂ ਘਰ ਦੀ ਇਕਵਿਟੀ ਦੇ ਵਿੱਚੋਂ ਪੈਸੇ ਲੈਣੇ ਹੋਣ 647 988 87 31। ਡੀਸੀ ਫ੍ਰੇਜ਼ ਸਿਸਟਮ 416 896 2390। ਤੁਸੀਂ ਚੰਗੀ ਕੰਪਨੀ ਨਾਲ ਕੰਮ ਕਰਕੇ ਚੰਗੇ ਡਾਲਰ ਕਮਾਉਣਾ ਚਾਹੁੰਦੇ ਤਾਂ ਡੈਫੀਨੇਟਲੀ ਸੰਪਰਕ ਕਰੋ 416 896 2390। ਈਮੇਲ 22 416 816 39 65 ਤੇ ਸੰਪਰਕ ਕਰੋ। ਘਰ ਦੀ ਕਿਚਨ ਦੇ ਸਮੇਤ ਘਰ ਦੇ ਅੰਦਰੋਂ ਪੂਰੀ ਰੈਨੋਵੇਟਡ ਕਰਨ ਵਾਸਤੇ 416 816 39 65। ਜਿੰਮੀ ਚਾਡੀ, ਘਰ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ, ਖਾਸ ਕਰਕੇ ਮੋਟਰਸਾਈਕਲ ਦੀ ਇੰਸ਼ੋਰੈਂਸ ਲੈਣੀ ਹੋਵੇ, ਇੱਥੇ ਦੇ ਪੜ੍ਹੇ ਲਿਖੇ ਨੇ ਨੌਜਵਾਨ, ਇਹਦੇ ਕੋਲ ਪੂਰੀ ਡਿਟੇਲ ਤੁਸੀਂ ਜਾਣ ਸਕਦੇ ਹੋ। ਬੜੀ ਵਧੀਆ ਗਾਈਡ ਤੁਹਾਨੂੰ ਕਰਨਗੇ। 416 903 0234 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਮਨਿੰਦਰ ਸਿੰਘ ਮਾਨ 905 696 77 64 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮਨਜੀਤ ਕੌਰ ਚੀਮਾ, ਰੀਅਲ estate ਖੇਤਰ ਵਿੱਚ ਕੋਈ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਪ੍ਰਾਪਰਟੀ ਵੇਚਣੀ ਚਾਹੁੰਦੇ ਹੋ, ਖਰੀਦਣੀ ਚਾਹੁੰਦੇ ਹੋ, ਜਾਂ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, ਤੇ ਜਾਂ ਇਹਨਾਂ ਕੋਲੋਂ ਲਿਸਟ ਕੀਤੀਆਂ ਪ੍ਰਾਪਰਟੀਆਂ ਦੀ ਜਾਣਕਾਰੀ ਲੈਣੀ ਚਾਹੁੰਦੇ 416 357 99 65 ਤੇ ਤੁਸੀਂ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ। ਆਲ ਕਾਇੰਡ ਫਰਨੀਚਰ ਤੋਂ ਤੁਸੀਂ ਮਨਪਸੰਦ ਦਾ ਫਰਨੀਚਰ ਲੈ ਸਕਦੇ ਹੋ, ਆਪਣੇ ਪ੍ਰਾਈਸ ਦੇ ਅਨੁਕੂਲ ਲੈ ਸਕਦੇ ਹੋ, 100% ਫਰਨੀਚਰ ਲੈ ਸਕਦੇ ਹੋ। ਕਾਲ ਕਰਨੀ ਪਵੇਗੀ ਅਜਮੇਰ ਸਿੰਘ ਜੀ ਨੂੰ 416 741 4686 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਜੇਕਰ ਤੁਸੀਂ ਰੀਅਲ estate ਖੇਤਰ ਦੇ ਵਿੱਚ ਕੋਈ ਇਨਵੈਸਟਮੈਂਟ ਪ੍ਰਾਪਰਟੀ ਲੱਭ ਰਹੇ ਹੋ, ਰੈਜ਼ੀਡੈਂਸ਼ੀਅਲ ਜਾਂ ਪ੍ਰੀ ਕੰਸਟਰਕਸ਼ਨ ਪ੍ਰਾਪਰਟੀਆਂ ਲੱਭ ਰਹੇ ਹੋ, ਪਰਜਿੰਦਰ ਸਿੰਘ ਜੀ ਦੇ ਨਾਲ ਸੰਪਰਕ ਕਰੋ 416 697 9306 ਤੇ ਸੰਪਰਕ ਕੀਤਾ ਜਾ ਸਕਦਾ। ਪਰਜਿੰਦਰ ਸਿੰਘ ਜੀ ਰੂਬਲ ਸਾਹਿਬ, ਦੇਖੋ ਜਿਵੇਂ ਤੁਸੀਂ ਗੱਲ ਕਰ ਰਹੇ ਹੈਗੇ ਹੋ ਕਿ ਇਹਨਾਂ ਚੀਜ਼ਾਂ ਨੂੰ ਟ੍ਰੀਟਮੈਂਟ ਕੀ ਹੈਗਾ, ਸਭ ਤੋਂ ਪਹਿਲਾਂ ਤਾਂ ਜਿਹੜੀ ਹੈ ਅਸੀਂ ਟ੍ਰੀਟਮੈਂਟ ਤੱਕ ਪਹੁੰਚੀਏ ਹੀ ਨਾ ਜੇ ਅਸੀਂ ਪ੍ਰੀਵੈਂਸ਼ਨ ਕਰਦੀ ਨਹੀਂ। ਜਿਵੇਂ ਕਿ ਕਹਿੰਦੇ ਹੈਗੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਜਾਂ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਅਤੇ ਉਹ ਜਿਹੜੀ ਹੈ ਜੇ ਅਸੀਂ ਪ੍ਰੀਵੈਂਸ਼ਨ ਹੀ ਆਪਣੀ ਰੱਖਦੇ ਹਾਂ ਤਾਂ ਉਸ ਲੈਵਲ ਤੱਕ ਅਸੀਂ ਪਹੁੰਚ ਹੀ ਨਹੀਂ ਸਕਦੇ। ਚਲੋ ਜੇ ਫਿਰ ਵੀ ਉਸ ਲੈਵਲ ਤੱਕ ਪਹੁੰਚ ਗਿਆ ਤਾਂ ਉਸ ਕੇਸ ਦੇ ਵਿੱਚ ਵੀ ਜਿਹੜਾ ਆ, ਜੇਕਰ ਤੁਸੀਂ ਆਪਣਾ ਇੰਗਲਿਸ਼ ਇਲਾਜ ਵੀ ਕਰਵਾ ਰਹੇ ਹੋ ਨਾਲ ਦੀ ਨਾਲ, ਤੁਸੀਂ ਆਪਣੇ ਅਲਟਰਨੇਟਿਵ ਟਰੀਟਮੈਂਟਸ ਜਿਹੜੇ ਹੈਗੇ ਆ, ਜਾਂ ਕੋਈ ਵੀ ਆਯੁਰਵੈਦਿਕ ਟਰੀਟਮੈਂਟ ਜਿਹੜਾ ਉਹ ਨਾਲ ਦੀ ਨਾਲ ਤੁਸੀਂ ਜ਼ਰੂਰ ਰੱਖੋ, ਤਾਂ ਕਿ ਸੇਮ ਟਾਈਮ ਦੇ ਉੱਤੇ ਤੁਹਾਡੀ ਬਾਡੀ ਦੇ ਅੰਦਰ ਜਿਹੜੇ ਮਾੜੇ ਸੈੱਲ ਹੈਗੇ ਆ ਉਹਨਾਂ ਨੂੰ ਬਾਡੀ ਹੈਲਪ ਕਰਦੀ ਹੈ। ਦੇਖੋ ਬਾਡੀ ਜਿਹੜੀ ਆ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹ ਜਿਹੜੇ ਕੈਂਸਰ ਦੇ ਸੈੱਲ ਆ ਉਹ ਲਗਾਤਾਰ ਬਣਦੇ ਰਹਿੰਦੇ, ਐਵਰੀ ਸੈਕਿੰਡ ਸਾਡੀ ਬਾਡੀ ਦੇ ਵਿੱਚ ਬਣ ਰਹੇ ਹੈਗੇ ਆ, ਅਤੇ ਬਾਡੀ ਉਹਨਾਂ ਨੂੰ ਬਾਹਰ ਕੱਢ ਰਹੀ ਹੈਗੀ ਆ। ਸੋ ਉਹਦੇ ਵਿੱਚ ਫਿਰ ਮੁੜ ਕੇ ਅਸੀਂ ਕੀ ਕਰ ਰਹੇ ਹੈਗੇ ਆ ਕਿ ਅਸੀਂ ਵੀ ਉਹ ਕੁਛ ਹੀ ਕਰਨਾ ਜੋ ਬਾਡੀ ਨੈਚੁਰਲੀ ਤੌਰ ਦੇ ਉੱਤੇ ਕਰਦੀ ਹੈਗੀ ਆ, ਕੋਈ ਆਪਣੇ ਆਪ ਨੂੰ ਕਲੀਨ ਕਰ ਰਹੀ ਹੈਗੀ ਆ। ਇਹ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਕਿ ਟ੍ਰੇਨ ਜਿਹੜੀ ਹੈਗੀ ਆ, ਇੱਕ ਜਿਹੜਾ ਰਾਹ ਆ, ਅਸੀਂ ਉਹਨੂੰ ਸਾਫ਼ ਕਰਨਾ ਹੈਗਾ ਆ, ਤਾਂ ਕਿ ਬਾਡੀ ਦੇ ਅੰਦਰ ਜਿਹੜੀ ਆ ਇਹੋ ਜਿਹੇ ਗੈਰ ਕੁਦਰਤੀ ਮਾਦੇ ਜਿਹੜੇ ਹੈਗੇ ਉਹ ਰਹਿ ਹੀ ਨਾ ਸਕਣ। ਸੋ ਜੇ ਉਸ ਲੈਵਲ ਦੇ ਉੱਤੇ ਅਸੀਂ ਕਰਦੇ ਹੈਗੇ ਆ, ਅਤੇ ਫਿਰ ਉਹਦੇ ਨਾਲ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ ਕਿਸੇ ਤਰੀਕੇ ਦੇ ਕੈਂਸਰ ਦੀ। ਸੋ ਇਹ ਪ੍ਰੋਬਲਮ ਸਾਡੇ ਇੱਥੇ ਆਉਂਦੀ ਹੈਗੀ ਹੈ ਕਿ ਕਹਿ ਲਓ ਕਿ ਕਿਉਂਕਿ ਅਸੀਂ ਇੱਕ ਮਾਈਂਡ ਕਈ ਵਾਰੀ ਬਣਾ ਲੈਂਦੇ ਹਾਂ ਕਿ ਵੀ ਇਹੋ ਚੀਜ਼ ਜਿਹੜੀ ਹੈ ਇਹਦਾ ਇਲਾਜ ਕੈਂਸਰ ਦਾ ਸਿਰਫ ਤੇ ਸਿਰਫ ਇੰਗਲਿਸ਼ ਦੇ ਵਿੱਚ ਹੀ ਹੈ, ਹੋਰ ਕਿਸੇ ਕੋਲ ਹੈ ਨਹੀਂ।
ਐਂਡ ਹਾਂ ਉਹ ਜਿਸ ਤਰੀਕੇ ਦੇ ਨਾਲ ਉਹ ਸਿਸਟਮ ਬਣਿਆ ਹੋਇਆ, ਉਹ ਸਿਸਟਮ ਇਸ ਤਰੀਕੇ ਦਾ ਡਿਜ਼ਾਈਨ ਕੀਤਾ ਗਿਆ ਆ ਕਿ ਜਦੋਂ ਤੁਸੀਂ ਇੱਕ ਵਾਰੀ ਉਸ ਸਿਸਟਮ 'ਚ ਚਲੇ ਜਾਂਦੇ ਹੋ ਤਾਂ ਫਿਰ ਤੁਹਾਨੂੰ ਉਹਨਾਂ ਦੇ ਥਰੂ ਹੀ ਸਾਰਾ ਕੁਝ ਕਰਨਾ ਪੈਂਦਾ। ਈਵਨ ਉਸ ਲੈਵਲ ਦੇ ਉੱਤੇ ਵੀ ਅਸੀਂ ਕਹਿੰਦੇ ਹਾਂ ਕਿ ਠੀਕ ਹੈ, ਜੇ ਤੁਸੀਂ ਆਪਣਾ ਉਹ ਕਰਵਾ ਰਹੇ ਹੋ ਟਰੀਟਮੈਂਟ ਕਰਵਾਈ ਜਾਓ, ਪਰ ਉਹਨੂੰ ਇੱਕੋ ਹੀ ਮਤਲਬ ਚੀਜ਼ ਦੇ ਉੱਤੇ ਜਿਹੜਾ ਤੁਸੀਂ ਉਹਦੇ 'ਤੇ ਡਿਪੈਂਡ ਨਾ ਹੋਵੋ। ਉਹਦੇ ਨਾਲ ਤੁਸੀਂ ਆਪਣੇ ਆਪ ਨੂੰ ਜਿਹੜਾ ਆ ਹੋਰ ਪੋਸੀਬਿਲਿਟੀਜ਼ ਜਿਹੜੀਆਂ ਆ ਉਹਨਾਂ ਨੂੰ ਨਾਲ ਓਪਨ ਜ਼ਰੂਰ ਰੱਖੋ, ਆਪਣੇ ਆਪਸ਼ਨਸ, ਤਾਂ ਕਿ ਤੁਹਾਡੀ ਬਾਡੀ ਜਿਹੜੀ ਹੈ ਨੈਚੁਰਲੀ ਤੌਰ ਦੇ ਉੱਤੇ ਆਪਣੇ ਆਪ ਨੂੰ ਠੀਕ ਕਰ ਸਕੇ। ਨੈਚੁਰਲੀ ਤੌਰ ਦੇ ਉੱਤੇ ਜਦੋਂ ਬਾਡੀ ਦੇ ਅੰਦਰੂਨੀ ਜਿਹੜੇ ਸੈੱਲ ਹੈਗੇ ਆ, ਮਾੜੇ ਸੈੱਲ ਜਿਹੜੇ ਹੈਗੇ ਆ, ਜਦੋਂ ਉਹਨਾਂ ਨੂੰ ਬਾਡੀ ਨੇ ਆਪਣੇ ਆਪ ਨੂੰ ਖ਼ਤਮ ਕਰਨਾ ਸ਼ੁਰੂ ਕਰ ਦੇਣਾ ਅਤੇ ਉਹਦੇ ਨਾਲ ਤੁਹਾਡੀ ਕੋਈ ਵੀ ਪ੍ਰੋਬਲਮ ਜਿਹੜੀ ਹੈਗੀ ਉਹ ਆਪਣੇ ਆਪ ਹੀ ਠੀਕ ਹੋ ਜਾਏਗੀ। ਤੁਸੀਂ ਦੇਖੋ ਕਿ ਬਾਡੀ ਕਿੰਨਾ ਆਪਣੇ ਆਪ ਨੂੰ ਸਫਾਈ ਰੱਖਦੀ ਹੈਗੀ ਆ, ਬੜੀ ਪਿਓਰ ਚੀਜ਼ ਹੈਗੀ ਆ ਕਿ ਮਾੜੀ ਜਿਹੀ ਵੀ ਕੋਈ ਅੰਦਰ ਚੀਜ਼ ਚਲੀ ਜਾਵੇ ਅਤੇ ਸਾਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਬਾਡੀ ਜਿਹੜੀ ਉਹਨੂੰ ਉਸ ਲੈਵਲ ਦੇ ਉੱਤੇ ਕਹਿੰਦੇ ਜਦੋਂ ਇੱਕ ਛਿੱਕ ਵੱਜਦੀ ਹੈਗੀ ਆ ਅਤੇ ਉਹ ਛਿੱਕ ਦੀ ਸਪੀਡ ਜਿਹੜੀ ਆ 98 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਛਿੱਕ ਜਿਹੜੀ ਆ ਸਾਨੂੰ ਪੈਂਦੀ ਹੈਗੀ ਆ, ਅਸੀਂ ਮਾਰਦੇ ਹੈਗੇ ਆ। ਸੋ ਇੰਨੀ ਮਤਲਬ ਬਾਡੀ ਇੱਕ ਆਪਣੇ ਆਪ ਨੂੰ ਸਾਫ਼ ਰੱਖਦੀ ਹੈ ਕਿ ਕੋਈ ਮਾੜੀ ਚੀਜ਼ ਅੰਦਰ ਚੱਲ ਜਾਵੇ, ਬਾਡੀ ਉਹਨੂੰ ਬਾਹਰ ਕੱਢ ਦਿੰਦੀ ਹੈ। ਅੱਛਾ, ਸਫਾਈ ਦੀ ਜਿੱਦਾਂ ਤੁਸੀਂ ਗੱਲਬਾਤ ਕੀਤੀ ਹੈ, ਜਾਣੀ ਕਿ ਜਦੋਂ ਆਪਾਂ ਟ੍ਰੀਟਮੈਂਟ ਦੇ ਜ਼ਰੀਏ ਉਹਨੂੰ ਕਰਦੇ ਹਾਂ, ਤੁਸੀਂ ਕਹਿੰਦੇ ਕੈਂਸਰ ਨੂੰ ਕੱਟ ਵੱਢ ਕਰਕੇ ਛੋਟੇ ਛੋਟੇ ਪੀਸ ਕਰਕੇ ਜਾਂ ਕਿਹੜੇ ਤਰੀਕੇ ਦੇ ਨਾਲ ਉਹਨੂੰ ਬਾਹਰ ਕੱਢਦੇ, ਜਿਵੇਂ ਆਪਾਂ ਕਿਸੇ ਵੀ ਆਪਣੇ ਕਮਰੇ ਦੀ ਜਾਂ ਕਹਿ ਲਓ ਵੀ ਇੱਟਾਂ ਰੋੜੇ ਵਾਲਿਆਂ ਦੀ ਕਮਰੇ ਦੀ ਆਪਾਂ ਕਿਸੇ ਦੀ ਕਰਦੇ ਹਾਂ ਰਿਪੇਅਰ ਕਰਦੇ ਜਾਂ ਅੰਦਰੋਂ ਸਾਫ਼ ਸਫਾਈਆਂ ਕਰਦੇ ਹਾਂ, ਕੱਪੜੇ ਦੇ ਨਾਲ ਸਾਫ਼ ਸਫਾਈ ਕਰ ਦਿੱਤੀ। ਅਸੀਂ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਜਿਹੜੀਆਂ ਉਹਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ। ਜਦੋਂ ਸਾਫ਼ ਕਰਨੇ ਤੋਂ ਬਾਅਦ ਕਿਤੇ ਨਾ ਕਿਤੇ ਮਾੜਾ ਮੋਟਾ ਕਿਤੇ ਕੁਛ ਲੱਗਾ ਰਹਿ ਜਾਂਦਾ ਹੈ ਤੇ ਉਹ ਬਾਅਦ ਵਿੱਚ ਫਿਰ ਦੁਬਾਰਾ ਨਵੇਂ ਸਿਰੇ ਉਹ ਪਨਪਦਾ ਤਾਂ ਬੜੇ ਜ਼ੋਰ ਦੇ ਨਾਲ ਪਨਪਦਾ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕੈਂਸਰ ਇੱਦਾਂ ਹੈ ਜੀ? ਇਸੇ ਤਰੀਕੇ ਦੇ ਨਾਲ ਹੀ ਹਾਂਜੀ ਹੁੰਦਾ ਹੈਗਾ ਆ। ਔਰ ਇਹ ਚੀਜ਼ਾਂ ਜਿਹੜੀਆਂ ਜਿਵੇਂ ਦੱਸਿਆ ਕਿ ਜਿੰਨਾ ਮਤਲਬ ਤੁਸੀਂ ਬਾਡੀ ਦੇ ਇਮਿਊਨ ਸਿਸਟਮ ਨੂੰ, ਕਿਉਂਕਿ ਇਹ ਇਮਿਊਨ ਸਿਸਟਮ ਹੀ ਹੈ ਜਿਹਨੇ ਕਿ ਸਾਨੂੰ ਬਚਾਉਣਾ ਹੈਗਾ ਆ ਬਾਹਰਲੀਆਂ ਚੀਜ਼ਾਂ ਤੋਂ, ਅਤੇ ਜੇ ਤੁਸੀਂ ਆਪਣੀ ਇਮਿਊਨ ਸਿਸਟਮ ਨੂੰ ਹੀ ਜਿਹੜਾ ਆ ਉਹ ਤੁਸੀਂ ਡਾਊਨ ਕਰਕੇ ਰੱਖਿਆ ਹੋਇਆ ਆ ਦਵਾਈਆਂ ਦੇ ਨਾਲ ਜਾਂ ਟਰੀਟਮੈਂਟਸ ਦੇ ਨਾਲ, ਇਸੇ ਕਰਕੇ ਤੁਸੀਂ ਦੇਖੋ ਕਿ ਜਦੋਂ ਰੇਡੀਏਸ਼ਨਸ ਜਾਂ ਕੀਮੋ ਕੀਤੀ ਜਾਂਦੀ ਹੈ ਲੋਕਾਂ ਦੇ ਵਾਲ ਝੜ ਜਾਂਦੇ ਆ। ਉਹ ਵਾਲ ਝੜਨ ਦਾ ਵੀ ਕਾਰਨ ਇਹੀ ਹੁੰਦਾ ਕਿਉਂਕਿ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਹੀ ਇੰਨਾ ਕੁ ਡਾਊਨ ਕਰ ਦਿੱਤਾ, ਜਿਹਦੇ ਨਾਲ ਬਾਡੀ ਦੇ ਜਿੰਨੇ ਵੀ ਜਿਹੜੇ ਸਾਡੇ ਸੈੱਲ ਹੈਗੇ ਆ, ਵਾਲ ਜਿਹੜੇ ਹੈਗੇ ਆ ਉਹ ਝੜਨੇ ਸ਼ੁਰੂ ਹੋ ਜਾਂਦੇ, ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਇਸ ਲੈਵਲ ਤੱਕ ਜਿਹੜੀ ਆ ਅਸੀਂ ਬਾਡੀ ਨੂੰ ਡਾਊਨ ਕਰ ਦਿੰਦੇ ਹਾਂ। ਉਹਨਾਂ ਦੀ ਅਪਰੋਚ ਇਹ ਹੈਗੀ ਹੈ ਕਿ ਜੇ ਅਸੀਂ ਬਾਡੀ ਨੂੰ ਹੀ ਡਾਊਨ ਕਰ ਦੇਵਾਂਗੇ ਤਾਂ ਸਾਡਾ ਇਮਿਊਨ ਸਿਸਟਮ ਜਿਹੜਾ ਆ ਉਹ ਰਿਐਕਟ ਨਹੀਂ ਕਰੇਗਾ, ਜਦ ਕਿ ਉਹ ਆਯੁਰਵੈਦਿਕ ਹਿਸਾਬ ਦੇ ਨਾਲ ਉਹ ਗਲਤ ਅਪਰੋਚ ਹੈਗੀ ਆ। ਕਿਉਂਕਿ ਇਟਸ ਸੇਮ ਥਿੰਗ, ਜਿੱਦਾਂ ਹੁਣ ਕੋਈ ਜਿਹਨਾਂ ਨੂੰ ਐਲਰਜੀਆਂ ਹੁੰਦੀਆਂ ਹੈ, ਤੁਸੀਂ ਦੇਖੋ ਕਿੰਨੇ ਲੋਕ ਹੈ ਜਿਹੜੀਆਂ ਐਲਰਜੀਆਂ ਦੇ ਵਿੱਚ ਸਾਲਾਂ ਤੋਂ ਐਲਰਜੀਆਂ ਹੋ ਰਹੀਆਂ ਅਤੇ ਉਹ ਹਰ ਰੋਜ਼ ਸਿਟਰਾਜ਼ਿਨ ਖਾ ਰਹੇ ਆ ਜਾਂ ਐਂਟੀਹਿਸਟਾਮਿਨ ਕੋਈ ਵੀ ਗੋਲੀ ਖਾ ਰਹੇ ਆ, ਬੈਨਾਡਰਿਲ ਲੈ ਰਹੇ ਆ ਜਾਂ ਕਿਸੇ ਤਰੀਕੇ ਦੀ ਕੋਈ ਵੀ। ਉਸ ਕੇਸ ਦੇ ਵਿੱਚ ਵੀ ਜਿਹੜਾ ਆ ਤੁਸੀਂ ਇਮਿਊਨ ਸਿਸਟਮ ਨੂੰ ਡਾਊਨ ਕਰ ਰਹੇ ਹੈਗੇ। ਇਮਿਊਨ ਸਿਸਟਮ ਤਾਂ ਇੱਕ ਸਾਡੀ ਇੱਕ ਡਿਫੈਂਸ ਹੈ, ਇੱਕ ਆਰਮੀ ਹੈ, ਇੱਕ ਕਿਲੇ ਦੇ ਬਾਹਰ ਖਲੋਤੀਆਂ ਹੈ ਫੌਜਾਂ ਹੈਗੀਆਂ, ਅਤੇ ਤੁਸੀਂ ਉਹ ਫੌਜਾਂ ਨੂੰ ਜਿਹੜਾ ਤੁਸੀਂ ਉਹਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਅਤੇ ਤੁਸੀਂ ਉਹਨਾਂ ਨੂੰ ਖੜੇ ਕਰੋਗੇ ਅਤੇ ਉਹਨਾਂ ਨੇ ਆਰਾਮ ਦੇ ਨਾਲ ਪਹਿਰਾ ਨਹੀਂ ਦੇਣਾ ਹੈਗਾ, ਉਹ ਜਿਹੜਾ ਮਰਜ਼ੀ ਅੰਦਰ ਕਿਲੇ ਦੇ ਅੰਦਰ ਪ੍ਰਵੇਸ਼ ਕਰ ਸਕਦਾ। ਇਸੇ ਤਰੀਕੇ ਦੇ ਨਾਲ ਹੀ ਜਿਹੜਾ ਸਾਡਾ ਇਮਿਊਨ ਸਿਸਟਮ ਵਰਕ ਕਰਦਾ ਹੈ। ਜਦੋਂ ਅਸੀਂ ਆਪਣੀ ਗਲਤ ਡਾਇਟ ਦੀ ਵਜ੍ਹਾ ਦੇ ਕਰਕੇ ਜਾਂ ਲਾਈਫ ਸਟਾਈਲ ਸਾਡਾ ਠੀਕ ਹੋਣ ਨਾ ਦੀ ਵਜ੍ਹਾ ਦੇ ਕਰਕੇ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਡਾਊਨ ਕਰ ਦਿੰਦੇ ਹਾਂ ਅਤੇ ਉਹਦੇ ਨਾਲ ਅਸੀਂ ਸੱਦਾ ਦੇ ਦਿੰਦੇ ਹਾਂ ਬਿਮਾਰੀਆਂ ਦਾ। ਹੁਣ ਉਹ ਸੇਮ ਥਿੰਗ ਜਿਹੜੀ ਹੈ ਕੈਂਸਰ ਟਰੀਟਮੈਂਟ ਦੇ ਵਿੱਚ ਜਿਹੜੀ ਉਹ ਕੀਤੀ ਜਾਂਦੀ ਹੈ, ਕਿਉਂਕਿ ਉਸ ਦੇ ਵਿੱਚ ਇੱਕ ਪਾਰਟ ਇਹ ਵੀ ਹੁੰਦਾ, ਕਿਉਂਕਿ ਜਦੋਂ ਮੈਂ ਦੱਸਿਆ ਕਿ ਇਮਿਊਨ ਸਿਸਟਮ ਦਾ ਕੰਮ ਹੈਗਾ ਆ ਕਿ ਉਹਨੇ ਮਾੜੀਆਂ ਚੀਜ਼ਾਂ ਨੂੰ ਰੈਕੋਗਨਾਈਜ਼ ਕਰਕੇ ਬਾਹਰ ਕੱਢਣਾ। ਹੁਣ ਉਹ ਕਹਿੰਦੇ ਹੈਗੇ ਆ ਕਿ ਵੀ ਜੇ ਇਮਿਊਨ ਸਿਸਟਮ ਨੂੰ ਹੀ ਡਾਊਨ ਕਰ ਦਿੱਤਾ ਜਾਵੇ ਅਤੇ ਫਿਰ ਉਹਦੇ ਨਾਲ ਐਟਲੀਸਟ ਕੈਂਸਰ ਜਿਹੜਾ ਹੈਗਾ ਉਹ ਹੋਰ ਨਹੀਂ ਫੈਲੇਗਾ। ਉਹਨਾਂ ਦੀ ਥਿਊਰੀ ਦੇ ਹਿਸਾਬ ਦੇ ਨਾਲ ਇਸ ਤਰੀਕੇ ਦੇ ਨਾਲ ਉਹ ਵਰਕ ਕਰਦੀ ਹੈਗੀ ਆ। ਉਹ ਇਸੇ ਕਰਕੇ ਬਹੁਤ ਕੇਸਿਸ ਦੇ ਵਿੱਚ ਜਿਹੜੀ ਕੈਂਸਰ ਦੇ ਵਿੱਚ ਜਿਹੜੀ ਹੈ ਉਹ ਇਮਿਊਨੋ ਡਿਪਰੈਸੈਂਟਸ ਦਵਾਈਆਂ ਦਿੱਤੀਆਂ ਜਾਂਦੀਆਂ, ਮਤਲਬ ਕਿ ਇਮਿਊਨ ਸਿਸਟਮ ਨੂੰ ਡਿਪਰੈਸ ਕਰਨ ਦੇ ਵਾਸਤੇ, ਉਹਨੂੰ ਦਬਾਉਣ ਦੇ ਵਾਸਤੇ। ਸੋ ਹੁਣ ਦੇਖੋ ਕਿ ਉਸੇ ਆਰਮੀ ਨੂੰ ਜਿਹੜਾ ਅਸੀਂ ਦਬਾਉਣਾ ਸ਼ੁਰੂ ਕਰ ਦਿੱਤਾ ਜਿਹਨੇ ਕਿ ਸਾਨੂੰ ਪ੍ਰੋਟੈਕਸ਼ਨ ਦੇਣੀ ਸੀਗੀ। ਸੋ ਉਹਦੇ ਨਾਲ ਇਸੇ ਕਰਕੇ ਫਿਰ ਉਹ ਦੁਬਾਰਾ ਕੈਂਸਰ ਜਿਹੜਾ ਉਹ ਪਿਛਲੀ ਵਾਰੀ ਨਾਲੋਂ ਵੀ ਜ਼ਿਆਦਾ ਡੇਂਜਰਸ ਜਿਹੜਾ ਉਹ ਹੋ ਕੇ ਸਾਹਮਣੇ ਆਉਂਦਾ ਹੈਗਾ, ਕਿਉਂਕਿ ਉਹ ਅਸੀਂ ਆਰਮੀ ਨੂੰ ਜਿਹੜਾ ਆਪਣੇ ਨੂੰ ਡਾਊਨ ਕਰ ਦਿੱਤਾ। ਸੋ ਇਹਦੇ ਵਿੱਚ
905 874 3333 905 874 3333 ਤੇ ਰੂਬਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਦੇਸੀ ਖਾਓ ਰੂਪ ਭਿਆਓ ਤੇ ਤੰਦਰੁਸਤੀ ਪਾਓ, ਇਸੇ ਬਾਬਤ ਆਪਾਂ ਕੈਂਸਰ ਦੇ ਨਾਲ ਹੀ ਰਿਲੇਟਡ ਥੋੜੀ ਹੋਰ ਵੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਦੱਸ ਦਈਏ ਕਿ ਪ੍ਰੋਗਰਾਮ ਦਾ ਹਿੱਸਾ SMS ਜਸਟਿਕ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 647 ਪੂਰਾ 520 19 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਗੁਰਤੇਜ ਸਿੰਘ ਪਾਸਲਾ 416 316 77 ਫਸਟ ਸੈਕੰਡ ਮੌਰਗੇ ਲੈਣੀ ਹੋਵੇ ਜਾਂ ਫਿਰ ਘਰ ਦੀ ਇਕਟੀ ਦੇ ਵਿੱਚ ਪੈਸੇ ਕੱਢਣੇ ਹੋਣ ਤੇ ਜਾਂ ਫਿਰ ਤੁਸੀਂ ਪ੍ਰਾਈਮ ਮਾਈਨਸ ਰੇਟ ਤੇ ਮੌਰਗੇ ਲੈਣੀ ਹੋਵੇ ਤੇ ਗੁਰਤੇਜ ਸਿੰਘ ਪਾਸਲਾ 416 316 77 77 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮਨਿੰਦਰ ਸਿੰਘ ਮਾਨ ਪੈਸੇ ਧੇਲੇ ਦੀ ਬਚਤ ਕੀਤੀ ਹੈ, ਉਸਨੂੰ ਕਿਵੇਂ ਸਪੈਂਡ ਕਰਨਾ ਹੈ 905 696 70 64 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕਿਰਨਜੀਤ ਸਿੰਘ ਰਾਜਪੂਤ ਦੇ ਨਾਲ ਸੰਪਰਕ ਕਰਨਾ ਤੁਸੀਂ 647 273 2161 ਦੇ ਉੱਤੇ ਤੁਸੀਂ ਇੰਸ਼ੋਰੈਂਸ ਕਰਾਉਣੀ ਹੋਵੇ, ਕ੍ਰਿਟੀਕਲ ਇੰਸ਼ੋਰੈਂਸ ਕਰਾਉਣੀ ਹੋਵੇ, ਬੱਚਿਆਂ ਦੇ ਪਲਾਨ ਸੰਬੰਧੀ, ਐਜੂਕੇਸ਼ਨ ਦੇ ਪਲਾਨ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਕਿਰਨਜੀਤ ਸਿੰਘ ਰਾਜਪੂਤ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ 647 273 2161 ਤੇ ਗੱਲਬਾਤ ਕੀਤੀ ਜਾ ਸਕਦੀ। ਰੂਬਲ ਸਾਹਿਬ ਥੋੜੀ ਜਿਹੀ ਇਹਦੇ ਬਾਰੇ ਹੋਰ ਗੱਲਬਾਤ ਤੇ ਸਾਡੇ ਕੋਲ ਇੱਕ ਕੁਐਸਚਨ ਆਇਆ ਤੇ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਤੇ ਇਹਨੂੰ ਥੋੜਾ ਸਬਮਿਟ ਕਰ ਲਓ ਪਹਿਲਾਂ। ਦੇਖੋ ਜਿਵੇਂ ਗੱਲ ਕੀਤੀ ਹੈ ਕਿ ਜਦੋਂ ਇਮਿਊਨ ਸਿਸਟਮ ਨੂੰ ਜਿਹੜਾ ਉਹ ਅਸੀਂ ਡਾਊਨ ਕਰਦੇ ਹਾਂ ਤੇ ਉਹਦੇ ਨਾਲ ਸਾਨੂੰ ਕੋਈ ਐਕਚੁਅਲੀ ਚੰਗੀ ਚੀਜ਼ ਨਹੀਂ ਨਿਕਲਦੀ ਉਹਦੇ ਵਿੱਚੋਂ, ਉਹਦੇ ਨਾਲ ਸਗੋਂ ਮਾੜੀਆਂ ਚੀਜ਼ਾਂ ਹੀ ਬਾਡੀ ਦੇ ਅੰਦਰ ਜਿਹੜੀਆਂ ਉਹ ਹੁੰਦੀਆਂ ਹੈਗੀਆਂ। ਸੋ ਸਾਡੇ ਇਮਿਊਨ ਸਿਸਟਮ ਨੂੰ ਸਾਨੂੰ ਚਾਹੀਦਾ ਕਿ ਸਾਡੇ ਇਮਿਊਨ ਸਿਸਟਮ ਨੂੰ ਅਸੀਂ ਸਟਰੋਂਗ ਕਰਨਾ ਆ, ਨਾ ਕਿ ਉਹਨੂੰ ਅਸੀਂ ਖਰਾਬ ਕਰਨਾ। ਹੁਣ ਇਹ ਤਾਂ ਕੈਂਸਰ ਤਾਂ ਚਲੋ ਇੱਕ ਬੜੀ ਭਿਆਨਕ ਬਿਮਾਰੀ ਹੈਗੀ ਆ, ਇਹ ਤੋਂ ਪਹਿਲਾਂ ਬੜੀਆਂ ਹੋਰ ਪ੍ਰੋਬਲਮਸ ਆਉਂਦੀਆਂ ਜਿੰਨੀਆਂ ਵੀ ਆਟੋ ਇਮਿਊਨ ਡਿਜ਼ੀਜ਼ ਆ, ਭਾਵੇਂ ਉਹਦੇ ਵਿੱਚ ਅਰਥਰਾਈਟਸ ਹੈ, ਚਾਹੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਆ ਰਹੀ ਹੈ, ਚਾਹੇ ਕਿਸੇ ਨੂੰ ਵਿਟਿਲਾਈਗੋ ਦੀ ਪ੍ਰੋਬਲਮ ਆ ਰਹੀ ਹੈ, ਚਮੜੀ ਦੇ ਰੋਗ ਆ ਰਹੇ ਆ, ਜਿੰਨੇ ਵੀ ਮਤਲਬ ਆਟੋ ਇਮਿਊਨ ਡਿਜ਼ੀਜ਼ ਵਿੱਚ ਕੀ ਹੈ ਕਿ ਆਪਣਾ ਹੀ ਇਮਿਊਨ ਸਿਸਟਮ ਆਪਣੇ ਹੀ ਸੈੱਲਾਂ ਨੂੰ ਖਤਮ ਕਰਦਾ ਹੈਗਾ। ਹੁਣ ਇਹਦੇ ਵਿੱਚ ਹੁਣ ਇੰਗਲਿਸ਼ ਵਾਲੇ ਕਹਿੰਦੇ ਹੈਗੇ ਕਿ ਸਾਨੂੰ ਨਹੀਂ ਜੀ ਪਤਾ ਕਿਉਂ ਕਰਦਾ ਹੈਗਾ, ਉਹ ਇਸੇ ਕਰਕੇ, ਉਹ ਤਾਂ ਸਿੰਪਲ ਗੱਲ ਹੈਗੀ ਆ, ਉਹ ਇਸੇ ਕਰਕੇ ਕਰਦਾ ਕਿਉਂਕਿ ਉਹ ਜਿਹੜੇ ਸਾਡੇ ਸੈੱਲ ਹੈ ਉਹ ਸਾਡੇ ਨਾਰਮਲ ਸੈੱਲ ਨਹੀਂ ਰਹੇ ਤੇ ਉਹ ਸਾਡੇ ਇਮਿਊਨ ਸਿਸਟਮ ਦਾ ਤਾਂ ਕੰਮ ਹੀ ਇਹ ਹੈਗਾ ਕਿ ਉਹਨੇ ਮਾੜੇ ਸੈੱਲਾਂ ਨੂੰ ਮਾਰਨਾ ਹੈਗਾ। ਤੇ ਜੇ ਉਹ ਮਾੜੇ ਸੈੱਲ ਇੰਨਾ ਕੁ ਘਰ ਕਰ ਗਏ ਕਿ ਸਾਡੇ ਉਹ ਜੋੜਾਂ ਦੇ ਵਿੱਚ ਜਿਹੜੇ ਉਹ ਸਮਾ ਗਏ ਹੈਗੇ ਆ ਤੇ ਫਿਰ ਇਮਿਊਨ ਸਿਸਟਮ ਨੇ ਜਦੋਂ ਇੱਕ ਦਿਨ ਜਾਗਣਾ ਹੈ ਉਹਨੇ ਦੇਖਣਾ ਕਿ ਇਹ ਜੋੜਾਂ ਦੇ ਅੰਦਰ ਜਿਹੜੇ ਆ ਇਹ ਤਾਂ ਉਹ ਸੈੱਲ ਹੈ ਹੀ ਨਹੀਂ ਹੈ ਜਿਹੜੇ ਹੋਣੇ ਚਾਹੀਦੇ ਆ, ਤੇ ਫਿਰ ਉਹ ਉਹਨਾਂ ਨੂੰ ਅਟੈਕ ਕਰਨਾ ਸ਼ੁਰੂ ਕਰ ਦਿੰਦਾ, ਜਿਹਦੇ ਕਰਕੇ ਫਿਰ ਉਹ ਜੋੜਾਂ ਦੇ ਵਿੱਚ ਦਰਦਾਂ ਹੁੰਦੀਆਂ ਆ ਜਾਂ ਜਿਨ੍ਹਾਂ ਨੂੰ ਸ਼ੁਰੂ ਦੇ ਵਿੱਚ ਰੂਮਾਟੋਇਡ ਆਰਥਰਾਈਟਿਸ ਜਿਹੜਾ ਉਹ ਆਉਣਾ ਸ਼ੁਰੂ ਹੋ ਜਾਂਦਾ, ਹੱਥਾਂ ਦੀਆਂ ਉਂਗਲਾਂ ਜਿਹੜੇ ਉਹਦੇ ਸੋਜ ਆਉਣੀ ਸ਼ੁਰੂ ਹੋ ਜਾਂਦੀ ਆ, ਗਠੀਆ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ। ਸੋ ਮਤਲਬ ਇਹ ਜਿਹੜੀ ਚੀਜ਼ ਹੈਗੀ ਹੈ ਇਹ ਸਾਰੀ ਦੀ ਸਾਰੀ ਸਾਡੀ ਇਮਿਊਨ ਸਿਸਟਮ ਦੇ ਉੱਤੇ ਹੈਗੀ ਆ। ਸੋ ਇਮਿਊਨ ਸਿਸਟਮ ਨੇ ਜਦੋਂ ਵੀ ਰਿਐਕਟ ਕਰਨਾ ਹੈਗਾ ਆ ਉਹਨੇ ਸਾਨੂੰ ਚੰਗਾ ਕਰਨ ਵਾਸਤੇ ਰਿਐਕਟ ਕਰਨਾ ਹੁੰਦਾ। ਪ੍ਰੋਬਲਮ ਇਸ ਕਿ ਉਹ ਅਸੀਂ ਚੀਜ਼ਾਂ ਕੁਛ ਇੱਦਾਂ ਦੀਆਂ ਖਾ ਰਹੇ ਹੁੰਦੇ ਹੈਗੇ ਆ ਲਗਾਤਾਰ ਕਿ ਜਿਹਦੇ ਕਰਕੇ ਉਹ ਲਗਾਤਾਰ ਬਾਡੀ ਦੇ ਅੰਦਰ ਜਿਹੜਾ ਉਹ ਗੰਦ ਮਲ ਜਿਹੜਾ ਉਹ ਜਾਈ ਜਾ ਰਿਹਾ ਹੁੰਦਾ ਤੇ ਉਹ ਲਗਾਤਾਰ ਬਾਡੀ ਜਿਹੜੀ ਆ ਉਸ ਨੂੰ ਅਟੈਕ ਕਰ ਰਹੀ ਹੁੰਦੀ ਹੈਗੀ ਆਪਣੇ ਸੈੱਲਾਂ ਨੂੰ, ਜਿਹਦੇ ਕਰਕੇ ਇਹਦੇ ਨਾਲ ਲੱਗਦੀ ਵਿੱਚ ਇਸੇ ਵਿੱਚ ਹੀ ਸਬਮਿਟ ਕਰ ਦਿਓ ਜਿਹੜਾ ਰੀਬੂਸਟ ਕਿਵੇਂ ਇਮਿਊਨ ਸਿਸਟਮ ਨੂੰ ਬਾਅਦ ਵਿੱਚ ਕਰਨਾ ਜਾਂ ਪਹਿਲਾਂ ਆਪਾਂ ਕਰ ਸਕਦੇ। ਕਈ ਵਾਰ ਤੁਸੀਂ ਕਹਿੰਦੇ ਵੀ ਆ ਵੀ ਹੋ ਗਿਆ ਇਮਿਊਨ ਨੂੰ ਖਰਾਬ ਕਰ ਰਹੇ, ਰੀਬੂਸਟ ਕਰਨਾ ਹੋਵੇ ਜੇ ਕਿਸੇ ਨੇ ਸਾਰਾ ਕੁਝ ਨਵੇਂ ਸਿਰੇ ਤੋਂ ਕਰਨਾ ਉਹ ਕਿਵੇਂ ਕਰਨਾ, ਪਹਿਲਾਂ ਇਹਦੀ ਗੱਲ ਕਰਕੇ ਡਨ ਕਰਕੇ ਦੱਸੋ। ਦੇਖੋ ਹੁਣ ਜਿਹੜੀ ਹੈਗੀ ਆ ਬਹੁਤ ਤਰੀਕੇ ਦੇ ਨਾਲ ਇਹਨੂੰ ਕੀਤਾ ਜਾ ਸਕਦਾ, ਇਹਦਾ ਕੋਈ ਇੱਕ ਪਾਰਟ ਨਹੀਂ ਹੈਗਾ। ਉਹਦੇ ਵਿੱਚ ਜਿਹੜਾ ਆ ਤੁਸੀਂ ਗੁੱਡ ਅਮਾਊਂਟ ਆਫ ਸਪਲੀਮੈਂਟਸ ਜਿਹੜੇ ਆ ਉਹ ਤੁਸੀਂ ਲੈਣੇ ਹੁੰਦੇ ਹੈਗੇ ਆ, ਤੁਸੀਂ ਬਲੱਡ ਦੀ ਸਫਾਈ ਕਰਨੀ ਹੁੰਦੀ ਹੈਗੀ ਆ, ਤੁਸੀਂ ਜਿਹੜੇ ਵਾਈਟਲ ਆਰਗਨਸ ਆ ਉਹਨਾਂ ਦੀ ਡੀਟੌਕਸੀਫਿਕੇਸ਼ਨ ਕਰਨੀ ਹੁੰਦੀ ਹੈਗੀ ਆ। ਸੇਮ ਟਾਈਮ ਦੇ ਉੱਤੇ ਰੋਟੀ ਪਾਣੀ ਜਿਹੜਾ ਤੁਸੀਂ ਆਰਗੈਨਿਕ ਤਰੀਕੇ ਦਾ ਖਾਣਾ ਹੁੰਦਾ ਹੈਗਾ ਆ, ਰਾਹ ਕੱਚੀਆਂ ਚੀਜ਼ਾਂ ਜਿਹੜੀਆਂ ਜਾਂ ਉਬਾਲ ਕੇ ਜਿਹੜੀਆਂ ਤੁਸੀਂ ਖਾਣੀਆਂ ਹੁੰਦੀਆਂ। ਡਾਇਟ ਆਪਣੀ ਨੂੰ ਜਿਹੜਾ ਆ ਮੁਸ਼ੀ ਫੂਡ ਨਹੀਂ ਕਰਨਾ ਹੁੰਦਾ, ਤੜਕੇ ਨਹੀਂ ਲਗਾਉਣੇ ਹੁੰਦੇ ਹੈਗੇ ਉਹਦੇ ਵਿੱਚ। ਮਤਲਬ ਜੋ ਅਸੀਂ ਅੱਜ ਕੱਲ੍ਹ ਕਰ ਰਹੇ ਹੈਗੇ ਆ ਲਿਟਰਲੀ ਤੁਸੀਂ ਕਹਿ ਲਓ ਕਿ ਸਾਰਾ ਕੁਝ ਸਾਨੂੰ ਬੰਦ ਕਰਨਾ ਪੈਂਦਾ ਹੁੰਦਾ ਹੈ, ਜਿਹਦੇ ਵਿੱਚ ਕਿ ਸਾਦਵਿਕ ਫੂਡ ਜਿਹੜਾ ਹੈ ਜਿਹਨੂੰ ਅਸੀਂ ਕਹੀਦਾ ਆਯੁਰਵੈਦ ਦੇ ਵਿੱਚ, ਉਹੀ ਸਾਡੀ ਜਿਹੜੀ ਆ ਵੈਜੀਟੇਰੀਅਨ ਡਾਇਟ ਜਿਹੜੀ ਆ ਉਹ ਸਾਨੂੰ ਇੰਟਰੋਡਿਊਸ ਕਰਨੀ ਹੋਣੀ ਹੁੰਦੀ ਹੈ। ਐਕਸਰਸਾਈਜ਼ ਜਿਹੜੀ ਆ ਉਹ ਸਾਨੂੰ ਨਾਲ ਦੀ ਨਾਲ ਜਿਹੜੀ ਉਹ ਕਰਨੀ ਹੁੰਦੀ ਆ। ਸੋ ਇੱਕ ਚੀਜ਼ ਕੋਈ ਨਹੀਂ ਹੈਗੀ ਇਹਦੇ ਵਿੱਚ, ਮਤਲਬ ਕਈ ਚੀਜ਼ਾਂ ਆ ਜਿਹੜੀਆਂ ਕਿ ਹਰ ਇੱਕ ਐਸਪੈਕਟ ਤੋਂ ਬਾਡੀ ਨੂੰ ਜਿਹੜਾ ਉਹ ਦੇਖਿਆ ਜਾਂਦਾ ਆ ਤੇ ਉਹਦੇ ਹਿਸਾਬ ਦੇ ਨਾਲ ਬਾਡੀ ਨੂੰ ਪ੍ਰਮੋਟ ਕੀਤਾ ਜਾਂਦਾ ਕਿ ਉਹ ਆਪਣੇ ਆਪ ਨੂੰ ਠੀਕ ਰੱਖ ਸਕੇ। ਕੋਈ ਵੀ ਦੁਨੀਆ ਦੇ ਵਿੱਚ ਕੋਈ ਬਿਮਾਰੀ ਕੋਈ ਮਤਲਬ ਗੋਲੀ ਨਹੀਂ ਹੈਗੀ ਕਿ ਬਾਡੀ ਨੂੰ ਉਹ ਠੀਕ ਕਰ ਸਕੇ। ਬਾਡੀ ਨੇ ਆਪਣੇ ਆਪ ਨੂੰ ਹੀ ਠੀਕ ਕਰਨਾ ਹੁੰਦਾ ਆ। ਸਿਰਫ ਦਵਾਈਆਂ ਜਿਹੜੀਆਂ ਆ ਜਾਂ ਹੋਰ ਚੀਜ਼ਾਂ ਉਹਨੇ ਸਿਰਫ ਟੈਂਪਰੇਰੀ ਤੌਰ ਦੇ ਉੱਤੇ ਕੋਈ ਦਰਦ ਨੂੰ ਕੋਈ ਘਟਾ ਦਿੱਤਾ ਜਾਂ ਕੋਈ ਕੁਛ ਕਰਤਾ, ਇੱਦਾਂ ਹੁੰਦਾ।
ਪਰ ਬਾਡੀ ਨੇ ਆਪਣੇ ਆਪ ਨੂੰ ਹੀ ਠੀਕ ਕਰਨਾ ਹੁੰਦਾ, ਉਹਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈਗੀ। ਸਿਰਫ ਜ਼ਰੂਰਤ ਹੈਗੀ ਆ ਸਾਡੀ ਉਹ ਵੈਲ ਨਿਊਟ੍ਰੀਸ਼ਨ ਦੀ, ਤਾਂ ਕਿ ਜਦੋਂ ਜਿੰਨਾ ਉਹਨੂੰ ਪ੍ਰੋਪਰ ਨਿਊਟ੍ਰੀਸ਼ਨ ਅੰਦਰ ਜਾਏਗਾ ਉਹ ਓਨਾ ਹੀ ਬੈਟਰ ਕੰਮ ਕਰ ਸਕੇਗੀ। ਇਮਿਊਨ ਸਿਸਟਮ ਨੂੰ ਅਸੀਂ ਸਟਰੋਂਗ ਕਰਨਾ ਹੁੰਦਾ ਹੈਗਾ, ਨਾ ਕਿ ਉਹਨੂੰ ਅਸੀਂ ਥੱਲੇ ਲਾਉਣਾ ਹੁੰਦਾ। ਜੇ ਅਸੀਂ ਉਹ ਕਰਾਂਗੇ ਤਾਂ ਉਹ ਕਹਿੰਦੇ ਵੀ ਆਪਣੇ ਪੈਰੀਂ ਆਪ ਕੁਹਾੜੀ ਮਾਰਨ ਵਾਲੀ ਗੱਲ ਹੈ, ਜਿਹੜਾ ਕਿ ਉਹ ਅਸੀਂ ਬਹੁਤ ਵਾਰੀ ਸਾਨੂੰ ਪਤਾ ਵੀ ਹੁੰਦਾ ਕਿ ਅਸੀਂ ਫਿਰ ਵੀ ਲਗਾਤਾਰ ਜਿਹੜਾ ਉਹ ਕਰ ਰਹੇ ਹੁੰਦੇ ਹੈਗੇ ਆ। ਸੋ ਇਲਾਜ ਨਾਲੋਂ ਕਹਿੰਦੇ ਕਿ ਪਰਹੇਜ਼ ਚੰਗਾ। ਇਸੇ ਕਰਕੇ ਜਿਹੜਾ ਹੈਗਾ ਆ, ਜੇ ਤੁਸੀਂ ਪਰਹੇਜ਼ ਨਾਲ ਦੀ ਨਾਲ ਰੱਖਦੇ ਹੋ, ਜਿਵੇਂ ਅਸੀਂ ਕਹੀਦਾ ਕਿ ਜਿਵੇਂ ਸ਼ੁਰੂ ਤੋਂ ਗੱਲ ਕੀਤੀ ਕਿ ਦੇਸੀ ਖਾਓ, ਰੋਗ ਭਜਾਓ ਅਤੇ ਤੰਦਰੁਸਤੀ ਪਾਓ। ਸੋ ਜੇ ਇਹੋ ਹੀ ਚੀਜ਼ਾਂ ਨੂੰ ਅਸੀਂ ਲਗਾਤਾਰ ਕਰਦੇ ਹਾਂ ਇਸ ਵਿੱਚ ਬੱਚਿਆਂ ਦੇ ਵਿੱਚ ਵੀ ਅਸੀਂ ਚੀਜ਼ਾਂ ਨੂੰ ਜਿਹੜੀਆਂ ਉਹ ਪ੍ਰਮੋਟ ਕਰਦੇ ਹਾਂ, ਅਤੇ ਉਹਦੇ ਨਾਲ ਇਹ ਚੀਜ਼ਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ, ਘਟ ਜਾਣਗੀਆਂ। 905 874 3333 905 874 3333 ਤੇ ਰੂਬਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਤੋਂ ਬਾਅਦ। ਰੂਬਲ ਸਾਹਿਬ, ਕੁਐਸਚਨ ਸੀਗਾ ਸਾਡੇ ਸਰੋਤੇ ਦਾ, ਤੇ ਉਹ ਕਹਿੰਦੇ ਵੀ ਤੁਹਾਡਾ ਟੌਪਿਕ ਬੜਾ ਵਧੀਆ ਚੱਲਦਾ ਪਿਆ, ਲੇਕਿਨ ਇੱਕ ਤੁਹਾਡੇ ਕੁਐਸਚਨਾਂ ਵਿੱਚੋਂ ਕਹਿੰਦੇ ਕੁਐਸਚਨ ਨਿਕਲ ਕੇ ਆਉਂਦਾ ਜਾਂ ਗੱਲਾਂ ਬਾਤਾਂ ਚੋਂ ਗੱਲਬਾਤ ਨਿਕਲ ਕੇ ਆਉਂਦੀ ਹੈ, ਜਿਹੜੀ ਸੈਕਸ ਦੀ ਪ੍ਰੋਬਲਮ ਹੈਗੀ ਆ, ਮੇਲ ਦੀ ਹੋਵੇ ਫੀਮੇਲ ਦੀ ਹੋਵੇ, ਤੇ ਉਹ ਕਹਿੰਦੇ ਕਿ ਇੱਕ ਸਟ੍ਰੈਸ ਦੇ ਕਰਕੇ ਆ, ਜਾਂ ਤੁਹਾਡੀ ਸੋਚ ਹੀ ਆ, ਜਾਂ ਫਿਰ ਕੋਈ ਇਹ ਬਿਮਾਰੀ ਵਾਕਈ ਹੈ। ਜੇ ਹੈ ਤਾਂ ਇਹਦੇ ਟ੍ਰੀਟਮੈਂਟ ਕੀ ਹੋ ਸਕਦੇ ਨੇ, ਜੇਕਰ ਨਹੀਂ ਤੇ ਉਹਨੂੰ ਉਸੇ ਤਰੀਕੇ ਦੇ ਨਾਲ ਕਿਵੇਂ ਠੀਕ ਕੀਤਾ ਜਾ ਸਕਦਾ। ਕਹਿੰਦੇ ਥੋੜਾ ਜਿਹਾ ਐਕਸਪਲੇਨ ਕਰਕੇ ਜੇਕਰ ਤੁਸੀਂ ਦੱਸ ਸਕਦੇ ਹੋ ਇਸ ਚੀਜ਼ ਬਾਰੇ ਜ਼ਰੂਰ ਚਾਨਣਾ ਪਾਇਓ। ਲੇਕਿਨ ਉਸ ਤੋਂ ਪਹਿਲਾਂ ਦੱਸ ਦੇ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਹੋ ਤੇ ਦਿਲ ਆਪਣਾ ਪੰਜਾਬੀ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਨੇ। ਘਰ ਘਰ ਤੁਹਾਡੇ ਵਪਾਰ ਨੂੰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। 6472814857 647 281 4857 ਤੇ ਜਾਂ 416 316 7777 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਟੂਡੀਓ ਨੰਬਰ ਨੇ 416 712 4440। ਜੀ ਰੂਬਲ ਸਾਹਿਬ। ਗੁਰਪਾਲ ਜੀ, ਮੈਨੂੰ ਕਈ ਵਾਰੀ ਹਾਸਾ ਆਉਂਦਾ ਹੈਗਾ ਹੈ ਕਿ ਅੱਜ ਕੱਲ੍ਹ ਯੂਟਿਊਬ, ਟਿਕਟੋਕ ਜਾਂ ਹੋਰ ਸੋਸ਼ਲ ਮੀਡੀਆਜ਼ ਦੇ ਉੱਤੇ ਬਹੁਤ ਨੀਮ ਹਕੀਮ ਚੱਲੇ ਹੋਏ ਹੈਗੇ ਆ ਕਿ ਔਰ ਸ਼ਬਦਾਵਲੀ ਇਸ ਤਰੀਕੇ ਦੀ ਬੋਲੀ ਜਾਂਦੀ ਹੈਗੀ ਆ ਕਿ ਉਹ ਸੋਚ ਕੇ ਬੰਦਾ ਕਹਿੰਦਾ ਕਿ ਵੀ ਇਹ ਕਿਹੜੇ ਹਿਸਾਬ ਦੇ ਨਾਲ ਕਿੱਧਰ ਨੂੰ ਜਿਹੜਾ ਉਹ ਯੂਥ ਨੂੰ ਸਪੈਸ਼ਲ ਟਾਰਗੇਟ ਕੀਤਾ ਜਾ ਰਿਹਾ ਆ ਕਿ ਜੇ ਤੁਸੀਂ ਮਾਸਟਰਬੇਸ਼ਨ ਕਰ ਰਹੇ ਹੈਗੇ ਹੋ ਅਤੇ ਜਾਂ ਕੀਤੀ ਹੈ ਜਾਂ ਉਹ ਨਾਲ ਇੱਦਾਂ ਹੋਊਗਾ। ਉਹ ਮਤਲਬ ਉਹ ਬੜੀ ਇੱਕ ਅਸੱਭਿਅਕ ਜਿਹੀ ਲੈਂਗੁਏਜ ਜਿਹੜੀ ਹੈ ਇਸਤੇਮਾਲ ਕੀਤੀ ਜਾ ਰਹੀ। ਮੇਰੇ ਹਿਸਾਬ ਦੇ ਨਾਲ ਉਹ ਇੱਕ ਕਹਿ ਲਓ ਕਿ ਇੱਕ ਪਬਲਿਸਿਟੀ ਦਾ ਸਟੰਟ ਹੈ, ਕਿਉਂਕਿ ਇਹੋ ਜਿਹੀ ਚੀਜ਼ ਐਕਚੁਅਲੀ ਵੱਡਾ ਡਰਾਵਾ ਹੈਗਾ ਆ ਕਿ ਉਹਦੇ ਵਿੱਚ ਹੋਰ ਕੁਛ ਨਹੀਂ ਹੈਗਾ। ਬਾਕੀ ਜਿਵੇਂ ਇਹਨਾਂ ਨੇ ਕਿਹਾ ਹੈਗਾ ਕਿ ਬੰਦਿਆਂ ਜਾਂ ਲੇਡੀਜ਼ ਦੇ ਵਿੱਚ ਨੋ ਡਾਊਟ ਜਿਹੜਾ ਕਿ ਸਾਡੇ ਰੀਪਰੋਡਕਟਿਵ ਸਿਸਟਮ ਹੈਗਾ, ਟੋਟਲ 11 ਸਿਸਟਮ ਹੈ ਬੋਡੀ ਦੇ ਵਿੱਚ, ਉਹਨਾਂ ਦੇ ਵਿੱਚ ਰੀਪਰੋਡਕਟਿਵ ਸਿਸਟਮ ਇੱਕ ਹੈਗਾ ਆ। ਨੋ ਡਾਊਟ ਕਿ ਇਹ ਸਾਡੇ ਵਾਸਤੇ ਚੰਗਾ, ਮਤਲਬ ਇਹ ਸਾਡੇ ਵਾਸਤੇ ਅਸੈਂਸ਼ੀਅਲ ਨਹੀਂ ਹੈਗਾ, ਮਤਲਬ ਕਿ ਇਹ ਤੋਂ ਬਗੈਰ ਵੀ ਜ਼ਿੰਦਗੀ ਜਿਹੜੀ ਅਸੀਂ ਜੀ ਸਕਦੇ ਹੈਗੇ ਆ, ਕਿਉਂਕਿ ਇਹ ਇਸੇ ਤਰੀਕੇ ਦੇ ਨਾਲ ਹੀ ਵਰਕ ਕਰਦਾ। ਸੋ ਉਹ ਚੀਜ਼ ਜਿਹੜੀ ਕਿ ਸ਼ੁਰੂ ਦੇ ਵਿੱਚ ਐਸੈਂਸ਼ੀਅਲ ਹੈ ਹੀ ਨਹੀਂ ਸਾਡੀ ਬਾਡੀ ਦੇ ਵਾਸਤੇ, ਸੋ ਉਹਦੀ ਹਮੇਸ਼ਾ ਕਦੀ ਵੀ ਪ੍ਰਾਇਓਰਟੀ ਨਹੀਂ ਰਹਿੰਦੀ ਹੈਗੀ। ਸੇਮ ਜਿੱਦਾਂ ਫੈਕਟਰੀ ਦੇ ਵਿੱਚ ਇੱਕ ਕੱਚੇ ਬੰਦੇ ਜਿਹੜੇ ਆ ਰਹੇ ਆ ਏਜੰਸੀ ਦੇ ਥਰੂ, ਅਤੇ ਇੱਕ ਪੱਕੇ ਵਿੱਚ ਬੈਠੇ ਹੋਏ ਹੈਗੇ ਆ, ਕੰਮ ਕਰ ਰਹੇ ਆ, ਅਤੇ ਜੇ ਕੰਪਨੀ ਦਾ ਕੰਮ ਘਟਿਆ ਤਾਂ ਪਹਿਲਾਂ ਉਹਨਾਂ ਨੇ ਕੱਚਿਆਂ ਨੂੰ ਕੱਢਣਾ। ਇਸੇ ਤਰੀਕੇ ਦੇ ਨਾਲ ਹੀ ਜਿਹੜਾ ਸਾਡੀ ਬਾਡੀ ਦੇ ਵਿੱਚ ਇਹ ਸਿਸਟਮ ਹੈਗਾ ਆ ਕਿ ਜਦੋਂ ਸਾਡੀ ਸਾਈਕੋਲੋਜੀਕਲ ਪ੍ਰੋਬਲਮ ਜਿਹੜੀ ਕੋਈ ਵੀ ਆਏਗੀ ਅਤੇ ਉਹ ਸਭ ਤੋਂ ਪਹਿਲਾਂ ਜਿਹੜੀ ਨੋਨ ਐਸੈਂਸ਼ੀਅਲ ਚੀਜ਼ ਹੈਗੀ ਆ ਉਹਦੇ ਉੱਤੇ ਅਸਰ ਪੈਂਦਾ ਹੁੰਦਾ ਹੈਗਾ ਆ। ਸੋ ਜੇਕਰ ਤੁਹਾਡਾ ਆਪਸ ਦੇ ਵਿੱਚ ਰਿਲੇਸ਼ਨ ਹੀ ਠੀਕ ਨਹੀਂ ਹੈਗਾ, ਤੁਸੀਂ ਮਨ ਮੁਟਾਵ ਰਹਿ ਰਿਹਾ ਹੈਗਾ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਜਿਹੜੀ ਲਿਬੀਡੋ ਪਾਵਰ ਜਿਹਨੂੰ ਅਸੀਂ ਕਹੀਦਾ ਹੈਗਾ ਉਹ ਘਟ ਜਾਂਦੀ ਹੈਗੀ ਆ, ਇੱਛਾ ਘਟ ਜਾਂਦੀ ਹੈਗੀ ਆ, ਉਹਦੇ ਨਾਲ ਇਹ ਪ੍ਰੋਬਲਮਸ ਆਉਂਦੀ ਆ। ਪਰ ਜੋ ਅੱਜ ਕੱਲ੍ਹ ਭੰਡੀ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਜੇ ਬਚਪਨ ਦੇ ਵਿੱਚ ਗਲਤੀਆਂ ਕੀਤੀਆਂ ਸੀਗੀਆਂ ਅਤੇ ਉਹ ਤੁਹਾਡੀ ਜਨਾਨੀ ਦੌੜ ਜਾਣੀ ਹੈ ਜਾਂ ਆਹ ਹੋ ਜਾਣਾ ਜਾਂ ਉਹ ਹੋ ਜਾਣਾ, ਇਹੋ ਜਿਹੀ ਕੋਈ ਚੀਜ਼ ਨਹੀਂ ਹੁੰਦੀ ਹੈਗੀ। ਇਹ ਸਿਰਫ ਅਤੇ ਸਿਰਫ ਇੱਕ ਭੰਡੀ ਪ੍ਰਚਾਰ ਹੀ ਆ। ਇਹਨਾਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ। ਬਹੁਤ ਮੈਂ ਦੇਖ ਰਿਹਾ ਕਿ ਲੋਕ ਉਹਨਾਂ ਨੂੰ ਦੇਖਿਆ ਕਿ ਰੇਡੀਓ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ਮੈਂਟ ਵੀ ਉਦਾਂ ਦੀਆਂ ਕੀਤੀਆਂ ਜਾਂਦੀਆਂ ਜਿਹੜੀਆਂ ਸੌਰੀ ਟੂ ਸੇ, ਚਲੋ ਹਰ ਇੱਕ ਨੇ ਆਪੋ ਆਪਣਾ ਪ੍ਰੋਗਰਾਮ ਵਗੈਰਾ ਚਲਾਉਣਾ ਹੁੰਦਾ, ਗੱਲਬਾਤ ਕਰਨੀ ਹੁੰਦੀ ਹੈ, ਲੇਕਿਨ ਉਹਦੇ ਵਿੱਚ ਤੁਸੀਂ ਗੱਲਬਾਤ ਉਹ ਸੁਣ ਹੀ ਨਹੀਂ ਸਕਦੇ। ਪਤਾ ਨਹੀਂ ਉਹ ਕਿਹੜੇ ਤਰੀਕੇ ਨਾਲ ਬਣਾ ਲੈਂਦੇ ਨੇ, ਕਿਹੜੇ ਤਰੀਕੇ ਨਾਲ ਪੇਸ਼ ਕਰਦੇ ਨੇ, ਕਿਹੜੇ ਤਰੀਕੇ ਨਾਲ ਉਹ ਚੀਜ਼ਾਂ ਪਾਸ ਵੀ ਹੋ ਜਾਂਦੀਆਂ। ਤੇ ਇਹ ਚੀਜ਼ਾਂ ਹੁੰਦੀਆਂ ਜਨਰਲੀ ਤੌਰ ਤੇ ਤੁਸੀਂ ਸਹੀ ਤਰੀਕੇ ਦੇ ਨਾਲ ਗੱਲਬਾਤ ਕਰਕੇ ਜਾਂ ਸ਼ਬਦਾਂ ਦਾ ਹੇਰ ਫੇਰ ਕਰਕੇ
ਲੋਕਾਂ ਤੱਕ ਗੱਲ ਪਹੁੰਚਾ ਸਕਦੇ ਹੋ। ਪਰ ਉਹਦੇ ਵਿੱਚ ਸ਼ਰੇਆਮ ਜਦੋਂ ਉਦਾਂ ਦੀ ਚੀਜ਼ਾਂ ਹੋਣ ਤੇ ਉਹ ਥੋੜਾ ਜਿਹਾ ਅਸਭਿਅਕ ਜਿਹਾ ਲੱਗਦਾ ਜੀ। ਦੇਖੋ ਨੋ ਡਾਊਟ ਜਦੋਂ ਬਾਡੀ ਦੇ ਅੰਦਰ, ਜੇ ਅਸੀਂ ਆਯੁਰਵੈਦਿਕ ਤਰੀਕੇ ਦੇ ਨਾਲ ਗੱਲ ਕਰਦੇ ਹੈਗੇ ਆ, ਤੇ ਜਦੋਂ ਪਿੱਤ ਪ੍ਰਧਾਨ ਬਾਡੀ ਹੋ ਜਾਂਦੀ ਹੈ ਤੇ ਉਹਦੇ ਨਾਲ ਬਾਡੀ ਦੇ ਅੰਦਰ ਜਠਰ ਅਗਨੀ ਵੱਧ ਜਾਂਦੀ ਹੈ, ਜਿਹਦੇ ਕਰਕੇ ਸਾਨੂੰ ਪ੍ਰੀਮੈਚੁਰ ਇਜੈਕੂਲੇਸ਼ਨ ਦੀ ਪ੍ਰੋਬਲਮ ਜਿਹੜੀ ਆ ਸਕਦੀ ਹੈਗੀ ਆ, ਜਾਂ ਟਾਈਮਿੰਗ ਦੀ ਪ੍ਰੋਬਲਮ ਜਿਹੜੀ ਉਹ ਆ ਸਕਦੀ ਹੈਗੀ ਆ। ਸੋ ਉਹ ਇੱਕ ਪ੍ਰੋਬਲਮ ਹੈਗੀ ਹੈ ਜਿਹੜੀ ਕਿ ਸਾਡੇ ਸਰੀਰਕ ਤੌਰ ਦੇ ਉੱਤੇ ਸਾਨੂੰ ਹੋ ਸਕਦੀ ਹੈ। ਸੋ ਉਸ ਕੇਸ ਦੇ ਵਿੱਚ ਆਬਵੀਅਸਲੀ ਅਸੀਂ ਜਦੋਂ ਸਰੀਰ ਦੇ ਵਿੱਚ ਠੰਡੀਆਂ ਚੀਜ਼ਾਂ ਖਾਵਾਂਗੇ ਤੇ ਉਹਦੇ ਨਾਲ ਉਹ ਜਿਹੜੀ ਸਾਡੀ ਬਾਡੀ ਆ ਉਹਦੀ ਅੰਦਰੂਨੀ ਜਿਹੜੀ ਹੋਮਿਓਸਟੈਸਿਸ ਹੈ ਜਾਂ ਅੰਦਰੂਨੀ ਇਨਵਾਇਰਮੈਂਟ ਆ ਉਹ ਠੀਕ ਹੋ ਜਾਂਦਾ, ਤੇ ਉਹਦੇ ਨਾਲ ਉਹ ਚੀਜ਼ ਜਿਹੜੀ ਉਹ ਠੀਕ ਹੋ ਜਾਂਦੀ। ਜਿਹੜੀ ਗੱਲ ਹੈਗੀ ਆ ਇਸ ਤੋਂ ਇਲਾਵਾ ਮਤਲਬ ਸਾਈਕੋਲੋਜੀਕਲ ਚੀਜ਼, ਇਹ ਤਾਂ ਬਹੁਤ ਮਾਇਨੇ ਰਖਾਉਂਦੀ ਹੈਗੀ ਆ। ਹੁਣ ਤੁਸੀਂ ਟਾਇਰਡ ਹੈਗੇ ਹੋ, ਤੁਸੀਂ ਥੱਕੇ ਟੁੱਟੇ ਆ ਰਹੇ ਹੈਗੇ ਹੋ ਘਰੇ, ਆਬਵੀਅਸਲੀ ਉਹਦੇ ਨਾਲ ਤੁਹਾਨੂੰ ਜਿਹੜੀ ਉਹ ਸੈਕਸ਼ੂਅਲ ਵੀਕਨੈਸ ਪ੍ਰੋਬਲਮ ਆਉਣੀ ਹੈਗੀ ਹੈ। ਤੁਸੀਂ ਆਪਸ ਦੇ ਵਿੱਚ ਤੁਹਾਡੀ ਬੌਂਡਿੰਗ ਨਹੀਂ ਹੈਗੀ, ਤੁਹਾਨੂੰ ਪ੍ਰੋਬਲਮ ਜਿਹੜੀ ਉਹ ਆਉਣੀ ਹੈਗੀ ਹੈ। ਜਾਂ ਤੁਸੀਂ ਤੁਸੀਂ ਹੈ ਆਪਣੇ ਪਾਰਟਨਰ ਨਾਲ ਪਰ ਸੋਚ ਕਿਤੇ ਹੋਰ ਬਣੇ ਰਹੇ ਹੋ, ਆਬਵੀਅਸਲੀ ਪ੍ਰੋਬਲਮ ਜਿਹੜੀ ਉਹ ਆਉਣੀ ਹੈ ਕਿਤੇ ਨਾ ਕਿਤੇ। ਸੋ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਫਿਰ ਬਹੁਤ ਲੋਕ ਜਿਹੜੇ ਹੈਗੇ ਆ ਜਿਹੜੇ ਕਿ ਜਿੱਦਾਂ ਬਹੁਤ ਲੋਕ ਆ ਜਿਹੜੇ ਕਿ ਪੋਰਨ ਵਗੈਰਾ ਵੀਡੀਓਜ਼ ਜਿਹੜੀਆਂ ਉਹ ਦੇਖਦੇ, ਜਿੰਨਾ ਜ਼ਿਆਦਾ ਅਸੀਂ ਉਹ ਚੀਜ਼ਾਂ ਨੂੰ ਦੇਖਾਂਗੇ ਉਨੀ ਉਤੇਜਨਾ ਸਾਡੀ ਬਾਡੀ ਦੇ ਵਿੱਚ ਜ਼ਿਆਦਾ ਆਉਂਦੀ ਆ, ਅਤੇ ਉਹਦੇ ਨਾਲ ਉਨੀ ਸਾਨੂੰ ਪ੍ਰੋਬਲਮ ਜਿਹੜੀ ਆ ਪ੍ਰੀਮੈਚੁਰ ਇਜੈਕੂਲੇਸ਼ਨ ਦੀ ਜਿਹੜੀ ਉਹ ਜ਼ਿਆਦਾ ਆਏਗੀ। ਸੋ ਸ਼ਾਂਤੀ ਰੱਖਣੀ ਅਸੀਂ ਮਾਈਂਡ ਦੇ ਵਿੱਚ, ਦਿਮਾਗ ਦੇ ਵਿੱਚ, ਸਰੀਰ ਦੇ ਵਿੱਚ ਸ਼ਾਂਤੀ ਲੈ ਕੇ ਆਉਣੀ ਹੁੰਦੀ ਆ, ਫਿਰ ਜਾ ਕੇ ਜਿਹੜਾ ਹੈਗਾ ਆ ਉਹ ਤੁਹਾਨੂੰ ਕੋਈ ਇੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਹੀ ਨਹੀਂ। ਬਟ ਅਗੇਨ ਜੇ ਆ ਰਹੀ ਹੈਗੀ ਆ ਅਤੇ ਜੇ ਉਹ ਐਕਚੁਅਲੀ ਪ੍ਰੋਬਲਮ ਕੋਈ ਹੈਗੀ ਆ ਤਾਂ ਡੈਫੀਨੇਟਲੀ ਉਹਨੂੰ ਠੀਕ ਕੀਤਾ ਜਾ ਸਕਦਾ। ਪਰ ਇਸ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਕਿ ਠੀਕ ਹੈ ਜੇ ਪ੍ਰੋਬਲਮ ਆ ਰਹੀ ਆ ਤਾਂ ਹੋ ਸਕਦਾ ਹਾਂਜੀ ਜੀ ਵੀ ਮੈਂ ਕੋਈ ਬਚਪਨ ਦੀਆਂ ਗਲਤੀਆਂ ਕੀਤੀਆਂ ਸੀ ਅਤੇ ਤਾਂ ਹੀ ਆ ਰਹੀ ਹੈਗੀ ਆ, ਇੱਦਾਂ ਦੀ ਅਜੇ ਤੱਕ ਕੋਈ ਪ੍ਰੂਫ ਨਹੀਂ ਹੋ ਸਕਿਆ ਕਿ ਇੱਦਾਂ ਹੁੰਦਾ ਹੈਗਾ ਆ। ਆਬਵੀਅਸਲੀ ਮੈਨੂੰ ਨਹੀਂ ਲੱਗਦਾ ਕਿ ਕੋਈ ਸੰਸਾਰ ਦੇ ਵਿੱਚ ਕੋਈ ਬੰਦਾ ਹੋਏਗਾ ਕਿ ਜਿਹਨੇ ਇੱਦਾਂ ਦੀ ਨਾ ਕੋਈ ਚੀਜ਼, ਬਹੁਤ ਘੱਟ ਹੋਣਗੇ ਜਿਹਨਾਂ ਨੇ ਨਹੀਂ, ਪਰ ਮੈਟਰ ਆਫ ਫੈਕਟ ਜਿਹੜੇ ਸਗੋਂ ਨਹੀਂ ਕਰਦੇ ਉਹਨਾਂ ਨੂੰ ਅੱਗੇ ਜਾ ਕੇ ਹੋਰ ਪ੍ਰੋਬਲਮਸ ਆਉਂਦੀਆਂ ਕਿਉਂਕਿ ਬਾਡੀ ਯੂਜ਼ ਟੂ ਨਹੀਂ ਹੋਈ ਹੁੰਦੀ। ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਕਰਦੇ ਜਾਣੀ ਕਿ ਪ੍ਰੋਬਲਮ ਕਈ ਵਾਰੀ ਹੁੰਦਾ ਵੀ ਤੁਹਾਡੇ ਕੋਲੋਂ ਤੁਹਾਡੇ ਦਿਲ ਦੀਆਂ ਗੱਲਾਂ ਜਾਂ ਤੁਹਾਡੇ ਭੇਤ ਜਾਣੀ ਕਿ ਕਢਾਉਣ ਵਾਸਤੇ ਉਹ ਚੀਜ਼ਾਂ ਕਹੀਆਂ ਤੋਂ ਇੱਦਾਂ ਸੀ ਇੱਦਾਂ, ਕਿਉਂਕਿ ਹਰ ਬਚਪਨ ਵਿੱਚੋਂ ਗੁਜ਼ਰਿਆ ਹੁੰਦਾ ਜਾਣੀ ਕਿ ਸ਼ਰਾਰਤੀ ਉਸ ਏਜ ਦੇ ਵਿੱਚੋਂ ਹਰ ਕੋਈ ਬੰਦਾ ਗੁਜ਼ਰਿਆ ਹੁੰਦਾ ਜਿਸ ਵਿੱਚ ਕੋਈ ਨਾ ਕੋਈ ਇੱਦਾਂ ਦੀਆਂ ਗੱਲਾਂ ਬਾਤਾਂ ਹਰ ਕੋਈ ਬੰਦਾ ਕਰ ਲੈਂਦਾ। ਲੇਕਿਨ ਜਦੋਂ ਉਸ ਚੀਜ਼ ਨੂੰ ਤੁਸੀਂ ਬਣਾ ਕੇ ਮਾਨਸਿਕ ਤੌਰ ਤੇ ਤੁਹਾਨੂੰ ਆਪਣੇ ਵੱਲ ਨੂੰ ਆਕਰਸ਼ਿਤ ਕਰ ਲੈਂਦੇ, ਆਹ ਚੀਜ਼ ਨਹੀਂ, ਆਹ ਦਵਾਈ ਖਾ ਲਾ, ਇੱਦਾਂ ਕਰ ਲਾ, ਇੱਦਾਂ ਕਰ ਲਾ, ਉਹ ਚੀਜ਼ਾਂ ਭੈਣ ਨੇ ਜਾਂ ਫਿਰ ਉਹਦੇ ਤੌਰ ਦੇ ਉੱਤੇ ਤੁਹਾਡੇ ਨਾਲ ਸੌਦੇ ਕੀਤੇ ਜਾਂਦੇ ਨੇ, ਉਹ ਚੀਜ਼ਾਂ ਗਲਤ ਨੇ। ਤੁਸੀਂ ਅਸੀਂ ਜਿੱਦਾਂ ਕਾਹਲੀ ਦੀ ਤੁਸੀਂ ਗੱਲਬਾਤ ਕੀਤੀ ਹੈ, ਸ਼ਾਂਤੀ ਰੱਖਣ ਦੀ ਗੱਲਬਾਤ ਕੀਤੀ ਹੈ, ਅਸੀਂ ਖਾਣ ਪੀਣ ਦੇ ਵਿੱਚ, ਨੱਠ ਭਜਾਈਏ ਦੇ ਵਿੱਚ, ਘਰ ਦੇ ਕੰਮਾਂ ਕਾਰਾਂ ਵਿੱਚ ਹਰ ਵੇਲੇ ਹਲਾ ਲਾਲਾ ਤਾਂ ਮਚਾਈ ਸਾਡੀ ਹੁੰਦੀ ਆ, ਨਾ ਅਸੀਂ ਖਾਣਾ ਬੈਠ ਕੇ ਪ੍ਰੋਪਰ ਖਾ ਸਕਦੇ ਹਾਂ, ਨਾ ਅਸੀਂ ਕੋਈ ਕਈ ਦੇ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ। ਬੇਸ਼ੱਕ ਮਸ਼ੀਨ ਤੇਜ਼ ਚੱਲਦੀ ਆ, ਮਸ਼ੀਨ ਤੋਂ ਵੀ ਤੇਜ਼ ਚੱਲ ਕੇ ਜਲਦੀ ਪਾਰਟਸ ਵਗੈਰਾ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਤੋਂ ਬਾਅਦ ਫਿਰ ਜਦੋਂ ਹੋਰ ਜ਼ਿਆਦਾ ਸਪੀਡਾਂ ਵਧਾ ਦਿੱਤੀਆਂ ਜਾਂਦੀਆਂ ਨੇ, ਉਹ ਤੋਂ ਬਾਅਦ ਫੈਕਟਰੀਆਂ ਵਿੱਚ ਅਸੀਂ ਰੌਲਾ ਪਾਉਣ ਦੀ ਸਪੀਡ ਜ਼ਿਆਦਾ ਹੋ ਗਈ, ਜਾਂ ਦੂਜਾ ਬੰਦਾ ਬਿਲਕੁਲ ਤਰੀਕੇ ਦੇ ਨਾਲ ਸਹੀ ਤਰੀਕੇ ਨਾਲ ਕੰਮ ਕਰਦਾ, ਅਗਲਾ ਬੰਦਾ ਕਹਿੰਦਾ ਨਹੀਂ ਯਾਰ ਮੇਰੇ ਤੋਂ ਤਾਂ ਕੰਮ ਇੱਦਾਂ ਨਹੀਂ ਹੋਇਆ, ਤੂੰ ਪਤਾ ਨਹੀਂ ਕਿੱਦਾਂ ਕਰਦਾ, ਤੂੰ ਬਹੁਤ ਸਾਰਾ ਚਮਚਾ ਇੱਦਾਂ। ਉਹ ਕਈ ਚੀਜ਼ਾਂ ਗਾਹ ਤੇ ਗਾਹ ਆਉਂਦੀਆਂ। ਇਹੀ ਸਾਡੀ ਜ਼ਿੰਦਗੀ ਦੇ ਵਿੱਚ, ਇਹੀ ਸਾਡੇ ਸਰੀਰ ਦੇ ਵਿੱਚ ਆ, ਪੀਸਫੁਲੀ ਹੋ ਕੇ ਸਹੀ ਤਰੀਕੇ ਦੇ ਨਾਲ ਸਰੀਰ ਸਾਡਾ ਜਿੱਦਾਂ ਸਾਨੂੰ ਅਲਾਓ ਕਰਦਾ ਉਸੇ ਤਰੀਕੇ ਨਾਲ ਕੰਮ ਕਰੋ। ਡੈਫੀਨੇਟਲੀ ਇੱਦਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਤੁਸੀਂ ਆਪਣੇ ਆਪ ਹੀ ਪਾ ਸਕਦੇ ਹੋ। ਬਿਲਕੁਲ ਜੀ। ਐਂਡ ਗੁਰੇਜ਼ ਕਰੋ ਕਿ ਨੀਮ ਹਕੀਮਾਂ ਤੋਂ ਜਿਹੜਾ ਹੈਗਾ ਉਹ ਬਚਿਆ ਜਾਵੇ, ਕਿਉਂਕਿ ਮੈਂ ਦੇਖ ਰਿਹਾ ਕਿ ਬਹੁਤ ਜਿਹੜੇ ਆ ਉਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਜਿਹਦੇ ਵਿੱਚ ਮੇਰੇ ਹਿਸਾਬ ਦੇ ਨਾਲ ਉਹ ਤੁਸੀਂ ਪੈਸਾ ਹੀ ਆਪਣਾ ਖਰਾਬ ਕਰਨਾ ਹੈਗਾ, ਉਹਦੇ ਵਿੱਚੋਂ ਐਕਚੁਅਲੀ ਹੋਰ ਕੁਛ ਨਹੀਂ ਨਿਕਲਣਾ। ਹਾਂ, ਜੇ ਤੁਸੀਂ ਉਹਨੂੰ ਐਜ਼ ਸਿਰਫ ਇੰਟਰਟੇਨਮੈਂਟ ਦੀ ਤਰ੍ਹਾਂ ਤੇ ਲੈ ਰਹੇ ਹੋ, ਇੱਕ ਦੂਜੇ ਦੇ ਫਰੈਂਡਸ ਦੇ ਵਾਸਤੇ ਟੈਗ ਕੀਤੇ ਜਾ ਰਹੇ ਹੈਗੇ, ਉੱਥੇ ਤੱਕ ਚਲੋ ਠੀਕ ਹੈ, ਤੁਸੀਂ ਹਸੀ ਮਜ਼ਾਕ ਕਰ ਰਹੇ ਹੋ ਇੱਕ ਦੂਜੇ ਨਾਲ ਤਾਂ ਠੀਕ ਆ, ਪਰ ਉਹਨੂੰ ਸੀਰੀਅਸਲੀ ਨਾ ਇੰਨਾ ਲਵੋ ਕਿ ਤੁਸੀਂ ਆਪਣੇ ਪੈਸੇ ਦੀ ਬਰਬਾਦੀ ਕਰੋ, ਕਿਉਂਕਿ ਇਹਨਾਂ ਦੀ ਇਹ ਐਕਚੁਅਲੀ ਕੋਈ ਬਿਮਾਰੀ ਹੈ ਨਹੀਂ ਹੈਗੀ, ਇਹਨੂੰ ਸਿਰਫ ਕ੍ਰੀਏਟ ਕੀਤਾ ਜਾ ਰਿਹਾ ਹੈ, ਹਾਈਪ ਦਿੱਤੀ ਜਾ ਰਹੀ ਹੈ ਕਿ ਜੇ ਤੁਸੀਂ ਬਚਪਨ ਦੀਆਂ ਗਲਤੀਆਂ ਕੀਤੀਆਂ ਉਹਨਾਂ ਤੁਹਾਨੂੰ ਆਹ ਹੋ ਜਾਣਾ, ਤੁਹਾਡੇ ਕੋਲ ਜਨਾਨੀ ਨਹੀਂ ਰਹਿਣੀ, ਇੱਦਾਂ ਮਤਲਬ ਇਸ ਤਰੀਕੇ ਦੇ ਵਰਡ ਯੂਜ਼ ਕੀਤੇ ਜਾਂਦੇ ਜਿਹੜੇ ਕਿ ਅਸੀਂ ਗੁਰੇਜ਼ ਕਰਦੇ ਹੈਗੇ ਆ ਰੇਡੀਓਜ਼ ਦੇ ਉੱਤੇ ਕਰਨਾ, ਪਰ ਉਹ ਬੜੇ ਸ਼ਰੇਆਮ ਜਿਹੜੀਆਂ ਉਹ ਚੀਜ਼ਾਂ ਇਸਤੇਮਾਲ ਕੀਤੀਆਂ ਜਾ ਰਹੀਆਂ। ਸੋ ਚੰਗਾ ਹੋਇਆ ਕਿ ਤੁਸੀਂ ਇਸ ਚੀਜ਼ ਨੂੰ ਪੁਆਇੰਟ ਆਊਟ ਕੀਤਾ। ਮੈਂ ਬੜੇ ਵੀਕਸ ਤੋਂ
ਸੋਚ ਰਿਹਾ ਸੀਗਾ ਕਿ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਜਾਵੇ, ਨਹੀਂ ਕਿਉਂਕਿ ਰੂਬਲ ਸਾਹਿਬ, ਜਿਹੜੀਆਂ ਜੋ ਗੱਲਾਂ ਬਾਤਾਂ ਆਮ ਹੁੰਦੀਆਂ ਸਾਡੇ ਸਰੋਤੇ ਬੜੇ ਸਮਝਦੇ ਹਨ, ਉਹਨਾਂ ਵੱਲੋਂ ਕੁਐਸਚਨ ਕੀਤਾ ਗਿਆ ਸੀ ਵੀ ਕੀ ਇਹ ਸਟ੍ਰੈਸ ਆ, ਕੀ ਹੈ ਚੀਜ਼ਾਂ ਜੇ ਨਹੀਂ ਹੈਗੀਆਂ, ਕਿਉਂਕਿ ਜੇ ਤੁਸੀਂ ਗੂਗਲ ਤੇ ਸਰਚ ਕਰਦੇ ਜਾਂ ਉੱਥੇ ਗੂਗਲ ਬਾਬੇ ਨੇ ਤੁਹਾਨੂੰ ਹਰ ਚੀਜ਼ ਦਾ ਜਵਾਬ ਦੇਣਾ। ਉੱਥੇ ਪੜ੍ਹਨ ਸੁਣਨ ਵਾਲੀਆਂ ਬੜੀਆਂ ਚੀਜ਼ਾਂ ਨੇ। ਤੁਸੀਂ ਘਰ ਵਿੱਚ ਕਿਵੇਂ ਵਧੀਆ ਰਹਿ ਸਕਦੇ ਹੋ, ਤੁਹਾਡੇ ਵਿਚਾਰ ਕਿੱਦਾਂ ਸੁਧਾਰੇ ਜਾ ਸਕਦੇ, ਤੁਸੀਂ ਆਪਣੇ ਵਿਚਾਰਾਂ ਨੂੰ ਕਿਵੇਂ ਸੁਧਾਰਨਾ ਹੈ, ਦੂਜੇ ਨਾਲ ਗੱਲਬਾਤ ਕਿੱਦਾਂ ਕਰਨੀ ਹੈ, ਕੱਪੜਾ ਲੀੜਾ ਕਿੱਦਾਂ ਪਾਉਣਾ ਹੈ, ਸਹਿਣ ਸ਼ਕਤੀ, ਤੁਹਾਡੇ ਬੜੀਆਂ ਚੀਜ਼ਾਂ ਸਿੱਖਣ ਨੂੰ ਜੇਕਰ ਤੁਹਾਨੂੰ ਉੱਥੋਂ ਮਿਲਦੀਆਂ। ਜੇਕਰ ਤੁਸੀਂ ਸਿੱਖਣਾ ਚਾਹੋ ਤਾਂ 905 874 3333 ਤੇ ਰੂਬਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਜੇਕਰ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ 647 281 48 57 ਤੇ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਮੈਨੂੰ ਬਹੁਤ ਸਾਰੀਆਂ ਪ੍ਰਾਪਰਟੀਆਂ ਦੀ ਜ਼ਰੂਰਤ ਹੈ। ਜੇਕਰ ਕੈਲਡਨ ਦੇ ਵਿੱਚ ਤੁਹਾਡੇ ਕੋਲ ਬੜਾ ਖੂਬਸੂਰਤ ਬਣਿਆ ਹੋਇਆ ਘਰ ਹੈ, 4 ਬੈਡਰੂਮ ਦਾ, 5 ਬੈਡਰੂਮ ਦਾ, ਨਾਲ ਏਕੜ ਹੈ, 2 ਏਕੜ ਹੈ, 3 ਏਕੜ ਜਾਂ 4-5 ਏਕੜ ਨੇ, ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਬਾਹਰ ਬਿਲਕੁਲ ਰੈਡੀ ਨੇ। ਵੈਸੇ ਮੇਰੇ ਕੋਲ ਕੈਲਡਨ ਦੇ ਵਿੱਚ 3-4 ਪ੍ਰਾਪਰਟੀਆਂ ਹੈਗੀਆਂ ਜਿਹਦੇ ਵਿੱਚ ਘਰ ਵੀ ਆ ਤੇ ਨਾਲ ਗਰਾਜ ਵੀ ਆ। ਗਰਾਜ ਸਿਟੀ ਵੱਲੋਂ ਪਰਮਿਟ, ਜਿੱਥੇ ਤੁਸੀਂ ਰਿਪੇਅਰ ਸ਼ਾਪ ਜਿਸ ਤਰੀਕੇ ਨਾਲ ਚੱਲਦਾ ਪਿਆ ਕੰਮ ਉਹ ਚਲਾ ਵੀ ਸਕਦੇ ਹੋ। ਸਿਟੀ ਵੱਲੋਂ ਪਰਮਿਟ ਦੇ ਤੌਰ ਤੇ 3 ਸਾਡੇ ਕੋਲ ਇਦਾਂ ਦੀਆਂ ਪ੍ਰਾਪਰਟੀਆਂ ਨੇ, ਘਰ ਆ ਤੇ ਨਾਲ ਗਰਾਜ ਆ। ਇੱਕ ਦੇ ਵਿੱਚ 4000 ਸਕੁਅਰ ਫੁੱਟ ਦੀ ਬਿਲਡਿੰਗ ਹੈ, ਇਹਨੂੰ ਲੈਣਾ ਚਾਹੁੰਦੇ ਹੋ, ਜਾਂ ਫਿਰ ਕੈਲਡਨ ਦੇ ਵਿੱਚ ਹੀ ਸਾਡੇ ਕੋਲ ਘਰ ਆ, ਘਰ ਦੇ ਵਿੱਚ ਨਾਲ ਬਾਹਰ ਨੇ, ਬਾਹਰ ਦੇ ਨਾਲ ਸ਼ੈਲਫਸ ਵਗੈਰਾ ਬਣੀਆਂ ਨੇ, 65 ਏਕੜ ਦੇ ਕਰੀਬ ਹੈ। ਇਹਦੀ ਜਾਣਕਾਰੀ ਲੈਣੀ ਚਾਹੁੰਦੇ ਹੋ, ਜਾਂ ਫਿਰ ਸਾਡੇ ਕੋਲ 60 ਏਕੜ ਨੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੋਣੀ ਹੋਈ ਹੈ, ਇਹਦੀ ਜਾਣਕਾਰੀ ਲੈਣੀ ਚਾਹੁੰਦੇ ਹੋ। ਤੇ ਇੱਕ ਪਲਾਜ਼ਾ ਆ ਬੜੀ ਜਿਹਦੇ 6.5 ਜਿਹਦਾ ਕੈਪ ਰੇਟ ਹੈ, ਉਹਦੀ ਜਾਣਕਾਰੀ ਲੈਣੀ ਚਾਹੁੰਦੇ ਹੋ। ਤੇ ਬਹੁਤ ਸਾਰੀਆਂ ਪ੍ਰਾਪਰਟੀਆਂ ਸਾਡੇ ਕੋਲ ਜਾਣਕਾਰੀ ਲੈਣੀ ਚਾਹੁੰਦੇ, ਡੈਫੀਨੇਟਲੀ ਕਾਲ ਕਰੋ। ਤੇ ਤੁਸੀਂ ਪ੍ਰਾਪਰਟੀ ਆਪਣੀ ਦਿਨਾਂ ਵਿੱਚ ਵੇਚਣੀ ਚਾਹੁੰਦੇ ਹੋ, ਮੈਨੂੰ ਸ਼ੈਰਡਨ ਕਾਲਜ ਦੇ ਲਾਗੇ ਇੱਧਰਲੀ ਸਾਈਡ ਨੂੰ, ਤੇ ਜੇਕਰ 4 ਬੈਡਰੂਮ 2 ਬੈਡਰੂਮ ਦੀ ਬੇਸਮੈਂਟ ਲੀਗਲ ਹੋਵੇ ਜਾਂ ਨਾ ਲੀਗਲ ਹੋਵੇ, ਬਣੀ ਹੋਵੇ, ਜਾਂ 3 ਬੈਡਰੂਮ ਦੀ ਬੇਸਮੈਂਟ ਨਾਲ ਹੋਵੇ, ਤੇ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਚੰਗੀ ਪ੍ਰਾਈਸ ਤੁਹਾਨੂੰ ਮਿਲ ਸਕਦੀ ਹੈ। 647 281 48 57। ਅਗੇਨ, ਪ੍ਰਾਪਰਟੀ ਵੇਚਣ ਤੋਂ ਪਹਿਲਾਂ ਤੇ ਪ੍ਰਾਪਰਟੀ ਖਰੀਦਣ ਲੱਗੇ ਕਿਹੜੀਆਂ ਖਾਸ ਗੱਲਾਂ ਦਾ ਖਿਆਲ ਰੱਖਣਾ, ਪੂਰੀ ਦੀ ਪੂਰੀ ਤੁਹਾਡੀ ਮਦਦ ਕਰਾਂਗੇ। ਇੱਕ ਪਰਿਵਾਰ ਦੇ ਤੌਰ ਤੇ ਤੁਹਾਡੇ ਨਾਲ ਲੰਬਾ ਸਫ਼ਰ ਅਸੀਂ ਤੈਅ ਕਰਾਂਗੇ ਜਿੰਨੀ ਦੇਰ ਤੱਕ ਤੁਸੀਂ ਚਾਹੋਗੇ, ਤੇ ਤੁਹਾਨੂੰ ਕਦੇ ਵੀ ਅੱਧ ਵਿਚਾਲੇ ਨਹੀਂ ਛੱਡਾਂਗੇ। ਫੁੱਲ ਟਾਈਮ ਰੀਅਲਟਰ ਦੇ ਤੌਰ ਤੇ, ਰੀਅਲ estate ਬ੍ਰੋਕਰ ਦੇ ਤੌਰ ਤੇ ਮੈਂ ਕੰਮ ਕਰ ਰਿਹਾ। ਕਦੀ ਕਿਸੇ ਤਰੀਕੇ ਦੀ ਐਡਵਾਈਸ ਦੀ ਜ਼ਰੂਰਤ ਹੋਵੇ 647 281 48 57 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। 647 281 4857 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਰੂਬਲ ਸਾਹਿਬ, ਆਪਣੇ ਤੋਂ 1 ਮਿੰਟ ਹੈ, ਉਹਦੇ ਵਿੱਚ ਤੁਸੀਂ ਸਬਮਿਟ ਵੀ ਕਰ ਸਕਦੇ ਆਪਣਾ ਫੋਨ ਨੰਬਰ ਤੇ ਟਾਈਮਿੰਗ ਆਵਰ ਵੀ ਦੇ। ਹਾਂਜੀ ਬਿਲਕੁਲ ਜੀ। ਔਰ ਜਾਂਦਿਆਂ ਮੈਂ ਇਹ ਕਹਾਂਗਾ ਕਿ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਬਾਡੀ ਦੇ ਅੰਦਰ ਜਿਹੜੀਆਂ ਇਹ ਚੀਜ਼ਾਂ ਲਗਾਤਾਰ ਬਣਦੀਆਂ ਰਹਿੰਦੀਆਂ ਹੈਗੀਆਂ, ਮਾੜੇ ਸੈੱਲ ਬਣਦੇ ਰਹਿੰਦੇ ਹੈਗੇ ਆ, ਔਰ ਉਹ ਚੀਜ਼ਾਂ ਦੇ ਵਾਸਤੇ ਜਿਹੜਾ ਸਾਨੂੰ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਜ਼ਰੂਰਤ ਹੈ ਕਿ ਬਾਡੀ ਨੂੰ ਬ੍ਰੇਕ ਦੇਣ ਦੀ, ਰੋਟੀ ਪਾਣੀ ਤੋਂ, ਤਾਂ ਕਿ ਬਾਡੀ ਜਿਹੜੀ ਉਹ ਆਪਣੇ ਆਪ ਨੂੰ ਅੰਦਰੋਂ ਸਫਾਈ ਕਰ ਸਕੇ। ਸੋ ਜੇ ਹੋਰ ਤੁਸੀਂ ਕੁਝ ਨਹੀਂ ਕਰ ਸਕਦੇ, ਮਹੀਨੇ ਦੇ ਵਿੱਚ ਐਟਲੀਸਟ ਇੱਕ ਵਾਰੀ ਜਿਹੜਾ ਆ ਉਹ ਤੁਹਾਨੂੰ ਪਾਣੀ ਦਾ ਫਾਸਟ ਜਿਹੜਾ ਜ਼ਰੂਰ ਕਰਨਾ ਚਾਹੀਦਾ। ਜੇ ਇਕੱਲੇ ਪਾਣੀ ਦਾ ਨਹੀਂ ਹੈ ਤਾਂ ਚਾਹੇ ਤੁਸੀਂ ਹਦਵਾਣਾ ਜਾਂ ਜਿਹਨੂੰ ਵਾਟਰਮੈਲਨ ਜਿਹੜਾ ਕਿਹਾ ਜਾਂਦਾ ਹੈਗਾ ਆ, ਉਹਦਾ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ, ਤਾਂ ਕਿ ਬਾਡੀ ਜਿਹੜੀ ਆ ਉਹ ਆਪਣੇ ਆਪ ਨੂੰ ਅੰਦਰੋਂ ਕਲੀਨ ਕਰ ਸਕੇ, ਉਹਦੇ ਨਾਲ ਬਾਡੀ ਨੂੰ ਬ੍ਰੇਕ ਮਿਲਦੀ ਹੈਗੀ ਆ। ਆਈਡੀਅਲੀ ਜੇ ਤੁਹਾਨੂੰ ਜ਼ਿਆਦੀਆਂ ਪ੍ਰੋਬਲਮਸ ਆ ਰਹੀਆਂ ਤਾਂ ਭਾਵੇਂ ਤੁਸੀਂ ਹਫਤੇ 'ਚ ਇੱਕ ਵਾਰੀ ਜਿਹੜਾ ਉਹਨੂੰ ਜ਼ਰੂਰ ਕਰੋ। ਜੇ ਹੋਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ, ਤੁਸੀਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ, 9 ਤੋਂ 5 ਵਜੇ ਟੋਰਾਂਟੋ ਸਮੇਂ ਦੇ ਅਨੁਸਾਰ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 905 874 3333। ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਹੀ ਅਗਲੇ ਵੀਕ ਵੀ ਅਸੀਂ ਜਾਰੀ ਰੱਖਾਂਗੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਰੂਬਲ ਸਾਹਿਬ